बोले सोने हाल सासरी अकाल। ਸਤਿ ਸ਼੍ਰੀ ਅਕਾਲ। ਮੈਂ ਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ 11 ਤੋਂ 12 ਸਾਡਾ ਹੋਮਿਓਪੈਥ ਡਾਕਟਰ ਰਾਜੀ ਦੇ ਨਾਲ ਮੈਂ ਇਹ ਵੀ ਰਿਪੀਟ ਕਰ ਦਿੰਦਾ ਹਮੇਸ਼ਾ ਕਿ ਮੈਂ ਆਪਣੀ ਟਾਈਮ ਨਹੀਂ ਵੇਸਟ ਕਰਦਾ ਤੁਹਾਡਾ, ਬਿਕੋਜ਼ ਤੁਸੀਂ ਸਭ ਦੁਨੀਆ 'ਚ UK ਵਿੱਚ, ਯੂਰਪ ਵਿੱਚ, ਇਨਫੈਕਟ ਇੰਡੀਆ ਵਿੱਚ ਵੀ ਬਹੁਤ ਲੋਕ ਦੇਖਦੇ ਨੇ ਇਸ ਪ੍ਰੋਗਰਾਮ ਨੂੰ, ਅਤੇ ਅਸੀਂ ਡਾਕਟਰ ਜੀ ਦਾ ਸਵਾਗਤ ਕਰਦੇ ਹਾਂ, ਗੱਲਬਾਤ ਸਟਾਰਟ ਕਰਦੇ ਹਾਂ ਕਿਉਂਕਿ ਕਾਫੀ ਇੰਪੋਰਟੈਂਟ ਗੱਲਾਂ ਹੁੰਦੀਆਂ। ਮੈਂ ਐਕਚੁਅਲੀ ਪਹਿਲਾਂ ਨੰਬਰ ਰਿਪੀਟ ਕਰ ਦੇਣਾ ਜਿੱਥੇ ਤੁਸੀਂ ਕਾਲ ਕਰਨਾ 0121 551 1001। ਪਲੀਜ਼ ਵੇਟ ਨਾ ਕਰੋ, ਤੁਸੀਂ ਹੁਣੇ ਕਾਲ ਕਰੋ, ਬਿਕੋਜ਼ ਇਹ ਪ੍ਰੋਗਰਾਮ ਦੇ ਵਿੱਚ ਬਹੁਤ ਕਾਲ ਆਉਂਦੇ ਨੇ। ਸਾਡੇ ਪਾਸ ਕਾਫੀ ਲਾਈਨਾਂ ਹੈਗੀਆਂ ਲੇਕਿਨ ਕਈ ਦਫਾ ਲਾਈਨਾਂ ਬਿਜ਼ੀ ਹੁੰਦੀਆਂ। ਕੀਪ ਟਰਾਈਂਗ, ਤੁਹਾਡਾ ਫੋਨ ਪੱਕਾ ਆਨਸਰ ਹੋਏਗਾ ਔਰ ਤੁਹਾਡਾ ਜਿਹੜਾ ਨੰਬਰ ਹੈ ਡਾਕਟਰ ਜੀ ਨੂੰ ਦਿੱਤਾ ਜਾਏਗਾ। ਸੋ ਪਲੀਜ਼ ਕਾਲ, ਕੀਪ ਕਾਲਿੰਗ ਦਾ ਨੰਬਰ ਵਿਚ ਇਜ਼ ਔਨ ਦਾ ਸਕਰੀਨ ਐਟ ਦਾ ਬਾਟਮ ਐਜ਼ ਵੈਲ। ਜੀ ਡਾਕਟਰ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਬਹੁਤ ਦੁਨੀਆ ਵੇਟ ਕਰਦੀ ਹੈ ਤੁਹਾਡੀ, ਤੇ ਮੈਨੂੰ ਤਾਂ ਆਪ ਬੜੀ ਇੰਤਜ਼ਾਰ ਰਹਿੰਦੀ ਹੈ। ਕਈ ਦਫਾ ਨਾ ਤੁਹਾਨੂੰ ਪਤਾ ਜਦੋਂ ਤੁਸੀਂ ਕੋਈ ਬਿਮਾਰੀ ਹੁੰਦੀ ਡਾਕਟਰ ਕੋਲ ਬੈਠੋ ਬੰਦਾ ਉੱਦਾਂ ਠੀਕ ਹੋ ਜਾਂਦਾ ਉਹਨੂੰ ਮਿਲ ਕੇ ਹੀ। ਹਾਂਜੀ, ਕਈ ਵਾਰੀ ਇਦਾਂ ਗੱਲਾਂ ਨਾਲ ਹੀ ਖੁਸ਼ ਹੋ ਜਾਂਦੇ ਲੋਕੀ। ਕਈ ਪੇਸ਼ੈਂਟ ਆਉਂਦੇ ਸਾਡੇ ਕੋਲ, ਫਰਕ ਪੈਂਦਾ ਨਾ ਉਹਦਾ। ਹਾਂਜੀ, ਬਾਈ ਦ ਟਾਈਮ ਵੀ ਫਿਨਿਸ਼, ਹਾਂਜੀ ਅੱਧੇ ਘੰਟੇ ਦੀ 40 ਮਿੰਟ ਦੀ ਕੰਸਲਟੇਸ਼ਨ ਹੁੰਦੀ ਆ। ਅੱਧੀ ਬਿਮਾਰੀ ਉਹਨਾਂ ਦੀ ਉੱਡ ਜਾਂਦੀ ਕਿਉਂਕਿ ਆਪਣੀ ਖੁੱਲ ਕੇ ਗੱਲ ਕਰ ਸਕਦੇ ਸਾਡੇ ਕੋਲ। ਬਿਲਕੁਲ। ਜਦੋਂ GP ਕੋ ਜਾਂਦੇ ਉਹਨਾਂ ਕੋਲ 5 ਮਿੰਟ ਸਿਰਫ ਹੁੰਦੇ ਆ, ਖੁੱਲ ਕੇ ਕੋਈ ਗੱਲ ਹੀ ਨਹੀਂ ਕਰ ਸਕਦੇ। ਅੰਦਰ ਹੀ ਸਭ ਕੁਝ ਉਹਨਾਂ ਦੇ ਪੜਾਸ ਰਹਿੰਦੀ ਆ। ਜਦੋਂ ਪੜਾਸ ਤੁਸੀਂ ਆਪਣੀ ਕੱਢ ਲੈਣੇ ਕਿਸੇ ਕੋਲ, ਤੁਸੀਂ ਬੈਟਰ ਫੀਲ ਕਰਦੇ ਆ। ਕਹਿੰਦੇ ਨਹੀਂ ਹੁੰਦੇ ਯੋਰ ਬੈਸਟ ਫਰੈਂਡ, ਤੁਸੀਂ ਉਹਦੇ ਕੋਲ ਆਪਣੀ ਗੱਲ ਖੁੱਲ ਕੇ ਕਰ ਲੈਂਦੇ ਆ ਐਂਡ ਮੇਕਸ ਯੂ ਫੀਲ ਬੈਟਰ। ਪਰ ਜੀ ਇੱਕ ਲਫ਼ਜ਼ ਮੈਂ ਹਮੇਸ਼ਾ ਕਹਿੰਦਾ ਸਾਡੀ ਸੰਗਤ ਨੂੰ, ਜਿਹੜੇ ਵੀ ਸਾਨੂੰ ਵਾਚ ਕਰਦੇ ਮੇਰੇ ਪ੍ਰੋਗਰਾਮ ਦੇ ਵਿੱਚ, ਤੁਹਾਡਾ ਡਾਕਟਰ ਹੋਇਆ, ਤੁਹਾਡਾ ਅਕਾਊਂਟੈਂਟ ਹੋਇਆ, ਤੁਹਾਡਾ ਵਕੀਲ ਹੋਇਆ, ਯੂ ਗੋਟ ਟੂ ਬੀ ਓਨੈਸਟ ਵਿਦ ਥੀਸ ਪੀਪਲ। ਅਗਰ ਤੁਹਾਨੂੰ ਮਦਦ ਚਾਹੀਦੀ ਹੈ, ਅਗਰ ਤੁਸੀਂ ਇਲਾਜ ਵੀ ਕਰਾਉਣਾ ਜਾਂ ਤੁਸੀਂ ਅਕਾਊਂਟੈਂਟ ਕੋਲੋਂ ਅਕਾਊਂਟਸ ਕਰਾਉਣੇ ਨੇ ਜਾਂ ਤੁਸੀਂ ਵਕੀਲ ਕੋਲੋਂ ਕੰਮ ਕਰਾਉਣਾ, ਯੂ ਹੈਵ ਬੀ ਓਨੈਸਟ 100% ਤਾਂ ਕਿ ਤੁਹਾਡੀ ਮਦਦ ਹੋ ਸਕੇ। ਅਤੇ ਜਦੋਂ ਡਾਕਟਰ ਦੇ ਪਾਸ ਗੱਲ ਕਰੋ, ਯੂ ਨੋ, ਉਹ ਬੰਦਾ ਪਹਿਲਾਂ ਪੋਜ਼ੀਟਿਵ ਹੋ ਕੇ ਜਾਵੇ ਨਾ ਕਿ ਇਹ ਬੰਦਾ ਮੇਰਾ ਇਲਾਜ ਕਰੇਗਾ, ਫਿਰ ਬੜਾ ਫਰਕ ਪੈਂਦਾ ਹੈ। ਹਾਂਜੀ, ਪੋਜ਼ਿਟਿਵ ਐਟੀਟਿਊਡ ਦਾ ਬਹੁਤ ਹੀ ਫਰਕ ਹੈ ਭਾਜੀ। ਜੇ ਤੁਸੀਂ ਪਹਿਲੇ ਨੈਗੇਟਿਵ ਐਟੀਟਿਊਡ ਹੁੰਦੇ ਆ, ਤੁਸੀਂ ਖੁਦ ਆਪਣੇ ਆਪ ਆਪਣਾ ਹੀਲਿੰਗ ਰਿਐਕਸ਼ਨ ਬਲੌਕ ਕਰ ਰਹੇ ਆ। ਐਬਸੋਲੂਟਲੀ। ਹਾਂਜੀ, ਜੇ ਤੁਹਾਡੇ ਕੋਲ ਯਕੀਨ ਹੈਗਾ, ਜਿਹਨਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਯਕੀਨ ਹੈ ਉਹ ਬਹੁਤ ਜਲਦੀ ਠੀਕ ਹੋ ਜਾਂਦੇ। ਇਟਸ ਟਰੂ। ਭਾਜੀ ਅੱਜ ਕੀ ਮੁੱਦਾ ਕਿਹਦੇ ਤੇ ਡਿਸਕਸ ਕਰ ਰਹੇ ਹੋ ਤੁਸੀਂ? ਹਾਂਜੀ ਭਾਜੀ, ਅੱਜ ਅਸੀਂ ਪ੍ਰੋਸਟੇਟ ਗਲੈਂਡ ਤੇ ਕਰਨਾ ਹੈ। ਬਹੁਤ ਅੱਛਾ, ਬੜਾ ਅੱਛਾ ਟੌਪਿਕ ਹੈ ਕਿ ਕਾਫੀ ਪ੍ਰੋਬਲਮ ਹੈ ਇਹਦੀ। ਪਰ ਮੈਂ ਚਾਹਾਂਗਾ ਕਿਉਂਕਿ ਮੈਨੂੰ ਮੈਸੇਜ ਆਉਂਦੇ ਨੇ ਜੋ ਮੇਰੇ ਆਪਣੇ ਵਿਊਅਰਸ ਹੈਗੇ, ਕੋਈ ਚਾਹਣੇ ਵਾਲੇ ਹੁੰਦੇ ਬੰਦੇ ਹਮੇਸ਼ਾ ਰਿੰਗ ਕਰ ਲੈ ਕਹਿੰਦੇ ਪਾਲ ਜੀ ਕੰਮ ਕਰੀ ਕਿ ਸਾਡੇ ਲਈ। ਮੈਂ ਜਿੱਦਾਂ ਦੱਸਿਆ ਬਹੁਤ ਖੁਦ ਲੋਕ ਨਹੀਂ ਰਿੰਗ ਕਰਨਾ ਚਾਹੁੰਦੇ, ਆਫ ਕੋਰਸ ਪਰਸਨਲ ਰੀਜ਼ਨ ਹੁੰਦਾ ਉਹਦਾ, ਵਿਚ ਵੀ ਰਿਸਪੈਕਟਡ। ਅਤੇ ਉਹਨਾਂ ਦੇ ਬਿਹਾਫ ਮੈਂ ਪੁੱਛਦਾ ਡਾਕਟਰ ਸਾਹਿਬ, ਜਿਹੜਾ ਥਾਇਰੋਇਡ ਹੈਗਾ T3 and T4, ਉਹਨੂੰ ਉਹਦੇ ਸਿੰਪਟਮਸ ਹੈਗੇ, ਇਰੀਟੇਬਲ ਫੀਲ ਕਰਦੇ ਨੇ, ਫਟੀਗ ਫੀਲ ਕਰਦੇ ਨੇ, ਅਤੇ ਜੁਆਇੰਟ ਪੇਨ ਹੈਗੀ ਉਹਨਾਂ ਦੀ, ਇਚੀ ਫੀਟ ਐਂਡ ਇਚੀ ਆਈਸ, ਇਹ ਸਿੰਪਟਮ ਹੁੰਦੇ ਉਹਦੇ ਥਾਇਰੋਇਡ ਦੇ। ਹਾਂਜੀ ਭਾਜੀ, ਸੋ ਥਾਇਰੋਇਡ ਗਲੈਂਡ ਜਿਹੜਾ ਆ, ਇਹ ਛੋਟਾ ਜਿਹਾ ਗਲੈਂਡ ਆ। ਇਹ ਜਿੱਦਾਂ ਬੋਟ ਆਈ ਲਾਈ ਹੁੰਦੀ ਆਪਾਂ ਨਾ, ਉਦਾਂ ਹੀ ਇੱਥੇ ਨੈਕ ਵਿੱਚ ਆ ਬੋਟ ਆਈ ਦੀ ਸ਼ੇਪ ਹੁੰਦੀ ਹੈ ਇਹਦੇ ਵਿੱਚ। ਤੇ ਜਿਹੜਾ ਆਪਣਾ ਸਾਹ ਦੀ ਨਾਲੀ ਹੈ ਵਿੰਡ ਪਾਈਪ, ਉਹਦੇ ਉੱਤੇ ਹੁੰਦਾ ਹੈ ਛੋਟਾ ਜਿਹਾ ਗਲੈਂਡ। ਤੇ ਹੈਗਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਗਲੈਂਡ ਹੈ, ਇਹਨੂੰ ਐਂਡੋਕ੍ਰਾਈਨ ਗਲੈਂਡ ਕਹਿੰਦੇ ਆ। ਇਹਦਾ ਮਤਲਬ ਹੈ ਜਿਹੜਾ ਇਹਦੇ ਸੈਕ੍ਰੀਸ਼ਨ ਜਾਂ ਹਾਰਮੋਨਸ ਆ ਉਹ ਸਿੱਧੇ ਬਲੱਡ ਸਟਰੀਮ ਵਿੱਚ ਜਾਂਦੇ ਆ, ਤੇ ਉਹਨਾਂ ਦਾ ਬਹੁਤ ਜਲਦੀ ਅਸਰ ਹੁੰਦਾ ਬੋਡੀ ਤੇ। ਤੇ ਇਹ ਰਿਲੀਜ਼ ਕਰਦਾ ਹੈ T3 ਜਿਹੜਾ ਹੁੰਦਾ ਟ੍ਰਾਈਆਈਡੋਥਾਇਰੋਨੀਨ, ਤੇ T4 ਹੁੰਦਾ ਹੈ ਥਾਇਰੋਕਸਿਨ। ਇਹ ਦ ਟਾਈਪ ਆਫ ਥਾਇਰੋਇਡ ਹੁੰਦੇ T3 and T4? ਇਹਦੇ ਹਾਰਮੋਨਸ। ਅੱਛਾ, ਜਿਹੜੇ ਹਾਰਮੋਨਸ ਹੈ, ਕੈਮੀਕਲਸ ਹੈ, ਜਿਹੜਾ ਥਾਇਰੋਇਡ ਬਣਾਉਂਦਾ ਹੈ ਇਹਨਾਂ ਨੂੰ। ਤੇ ਉਹ ਫਿਰ ਜਦੋਂ ਰਿਲੀਜ਼ ਕਰਦਾ ਤੁਹਾਡੇ ਬਲੱਡ ਸਟਰੀਮ ਜਾਂਦੇ ਆ, ਤੇ ਉਹਨਾਂ ਦਾ ਬਹੁਤ ਹੀ ਸਪੈਸੀਫਿਕ ਇਫੈਕਟ ਹੁੰਦਾ ਤੁਹਾਡੀ ਬੋਡੀ ਤੇ। ਤੇ ਇਹ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੁੰਦਾ ਹੈ ਵੀ ਤੁਹਾਡੀ ਬੋਡੀ ਸਲੋ ਚੱਲਦੀ ਜਾਂ ਫਾਸਟ ਚੱਲਦੀ ਹੈ, ਸਾਰੇ ਰਿਐਕਸ਼ਨ ਤੁਹਾਡੀ ਬੋਡੀ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਕੰਟਰੋਲ ਕਰਦੇ ਆ ਇਹ। ਸੋ ਜਦੋਂ ਤੁਹਾਡਾ ਇਹ ਓਵਰ ਐਕਟਿਵ ਹੋ ਜਾਂਦਾ ਥਾਇਰੋਇਡ, ਤੁਹਾਡੀ ਬੋਡੀ ਨੂੰ ਇਹ ਫਾਸਟ ਕਰ ਦਿੰਦਾ, ਮੈਟਾਬੋਲਿਕ ਰੇਟ ਵਧਾ ਦਿੰਦਾ ਆ, ਤੇ ਇਹਦੇ ਨਾਲ ਤੁਹਾਡਾ ਭਾਰ ਵੀ ਘਟ ਜਾਂਦਾ ਆ। ਹਾਂਜੀ, ਅੱਛਾ। ਹਾਂ, ਜ਼ਿਆਦਾ ਥਾਇਰੋਕਸਿਨ ਹੋਵੇ ਨਾ ਬੋਡੀ ਵਿੱਚ, ਤੁਹਾਡਾ ਭਾਰ ਘਟਣ ਲੱਗ ਪੈਂਦਾ ਆ ਕਿਉਂਕਿ ਮੈਟਾਬੋਲਿਕ ਰੇਟ ਉਹ ਸਪੀਡ ਅਪ ਹੋ ਜਾਂਦਾ ਨਾ। ਸੋ ਇਟ ਬਰਨਸ ਅਪ ਆਲ ਦੀ ਐਨਰਜੀ ਵੈਰੀ ਕੁਇਕਲੀ। ਤੇ ਤੁਹਾਡਾ ਪੈਲਪੀਟੇਸ਼ਨ ਹੋ ਸਕਦੇ, ਦਿਲ ਧੜਕਣ ਲੱਗ ਪੈਂਦਾ ਆ, ਤੁਹਾਨੂੰ ਗਰਮੀ ਲੱਗਦੀ ਆ, ਘਬਰਾਹਟ ਵੀ ਆ ਸਕਦੀ ਹੈ। ਸਿੰਪਟਮਸ ਉਹਦੇ? ਹਾਂਜੀ, ਘਬਰਾਹਟ ਆ ਸਕਦੀ ਆ, ਖਿਝ ਵੀ ਆ ਸਕਦੀ ਆ, ਓਵਰਹੀਟ ਕਰ ਦਿੰਦਾ ਬੋਡੀ ਨੂੰ। ਸੋ ਜਦੋਂ ਓਵਰਹੀਟਿੰਗ ਹੋ ਜਾਂਦੀ, ਇਹਦੇ ਨਾਲ ਤੁਹਾਡੀ ਬੋਡੀ ਤੇ ਇਚਿੰਗ ਵੀ ਆ ਸਕਦੀ ਆ।
ਪਰ ਭਾਜੀ ਹੁਣ ਅੱਛਾ ਮੈਂ ਜਿਹੜੀ ਤੁਸੀਂ ਗਲੇ ਤੇ ਕਹਿੰਦੇ ਹੈ ਮੈਂ ਅੱਜ ਦਾ ਮੰਨ ਲਿਆ ਬਿਕੋਜ਼ ਅ ਵੈਰੀ ਕਲੋਜ਼ ਕਨੈਕਸ਼ਨ ਹੁੰਦਾ ENT ਤੁਸੀਂ ਹਿਸਾਬ ਲਾ ਲਓ ਜਿੱਦਾਂ ਇਹ ਨੋਜ਼ਲ ਥਰੋਟ ਇੱਕ ਕਨੈਕਸ਼ਨ ਹੁੰਦੀ ਹੈ ਪੈਰਾਂ ਦੇ ਵਿੱਚ ਕਿਉਂ ਇੰਨੀ ਦੂਰ ਕਿੱਦਾਂ ਚਲੇ ਜਾਂਦੇ ਹੋ? ਹਾਂਜੀ, ਕਿਉਂਕਿ ਉਹ ਜਿਹੜਾ ਹਾਰਮੋਨ ਆ ਉਹ ਬਲੱਡ ਸਟਰੀਮ ਵਿੱਚ ਇੱਕਦਮ ਜਾਂਦਾ ਹੈ ਤੇ ਬਲੱਡ ਸਟਰੀਮ ਉਹਨੂੰ ਡਿਸਟ੍ਰੀਬਿਊਟ ਸਾਰੀ ਬੋਡੀ 'ਚ ਕਰ ਦਿੰਦੀ ਆ। ਭਾਜੀ ਇਹ ਪਹਿਲਾਂ ਮੈਨੂੰ ਦੱਸੋ ਹੁੰਦਾ ਕਿਉਂ ਹੈ? ਹੁੰਦਾ ਕਿਉਂ? ਦੇਖੋ ਜੀ, ਜਿੱਥੇ ਲੋਕੇਸ਼ਨ ਹੈਗਾ ਆ ਇਹ ਸਾਡਾ ਹੈਗਾ ਆ ਐਕਸਪ੍ਰੈਸ਼ਨ ਦਾ ਸੈਂਟਰ ਆ ਇੱਥੇ। ਐਕਚੁਅਲੀ ਮੈਂ ਤੁਹਾਨੂੰ ਬਹੁਤ ਇੰਟਰਸਟਿੰਗ ਗੱਲ ਭਾਜੀ ਵੱਲੋਂ ਦੱਸਦਾ ਕਿਉਂਕਿ ਉਹ ਸਾਡੇ ਲੇਟਰ ਔਨ ਵੀ ਪ੍ਰੋਸਟੇਟ ਦੀ ਗੱਲ ਕਰਨੀ ਹੈ ਨਾ, ਉੱਥੇ ਵੀ ਇਹ ਰੈਲੀਵੈਂਟ ਹੈਗੀ ਆ। ਤੇ ਮੈਂ ਐਕਚੁਅਲੀ ਇੱਕ ਪਿਕਚਰ ਲਿਆਂਦੀ ਤੁਹਾਨੂੰ ਦਿਖਾਉਣ ਲਈ, ਤੇ ਜੇ ਆਪਾਂ ਇਹਦੇ ਵਿੱਚ ਜ਼ੂਮ ਕਰ ਸਕਦੇ ਹਾਂ। ਠੀਕ ਹੈ, ਇੱਥੇ ਰੱਖੋ ਦਿਖਾ ਦਾਂਗੇ। ਹਾਂ, ਜ਼ੂਮ ਕਰ ਸਕਦੇ ਆ। ਤੇ ਇਹ ਪਿਕਚਰ ਹੈਗੀ ਹੈ ਐਨਰਜੀ ਸੈਂਟਰਸ ਦੀ ਆ। ਤੇ ਜਿੱਦਾਂ ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀ ਨਾ, ਫਿਰ ਜਿੱਦਾਂ ਸਾਡੀ ਫਿਜ਼ੀਕਲ ਬਾਡੀ ਆ ਉਹਦੇ ਨਾਲ ਦੀ ਨਾਲ ਸਾਡੀ ਐਨਰਜੀ ਬਾਡੀ ਵੀ ਹੈਗੀ ਆ। ਤੇ ਐਨਰਜੀ ਬਾਡੀ ਜਿਹੜੀ ਆ ਇਹਦੇ ਵਿੱਚ ਐਨਰਜੀ ਸੈਂਟਰ ਹੁੰਦੇ ਆ ਖਾਸ, ਜਿਹੜੇ ਚੱਕਰਾ ਕਹਿੰਦੇ ਇਹਨਾਂ ਨੂੰ। ਅੱਛਾ। ਹਾਂਜੀ, ਤੇ ਉਦਾਂ ਬੁੱਕਾਂ ਵਿੱਚ ਜਦੋਂ ਲਿਖਿਆ ਹੁੰਦਾ ਕਿ 7 ਮੇਨ ਚੱਕਰੇ ਹੈਗੇ ਆ, ਤੇ ਉਹਨਾਂ ਦਾ ਲੋਕੇਸ਼ਨ ਵੀ ਬੜਾ ਇੰਟਰਸਟਿੰਗ ਹੈ। ਜਿੱਥੇ ਜਿੱਥੇ ਸਾਡੇ ਐਂਡੋਕ੍ਰਾਈਨ ਗਲੈਂਡ ਆ, ਜਿੱਦਾਂ ਥਾਇਰੋਇਡ ਗਲੈਂਡ ਆ, ਪਿਚਿਊਟਰੀ ਗਲੈਂਡ ਆ, ਤੇ ਉੱਥੇ ਇਹੀ ਐਨਰਜੀ ਸੈਂਟਰ ਹੁੰਦੇ ਆ ਜੀ। ਤੇ ਇਹੀ ਐਨਰਜੀ ਸੈਂਟਰ ਜਿਹੜੇ ਆ ਇਹ ਉਹਨਾਂ ਗਲੈਂਡਸ ਨੂੰ ਕੰਟਰੋਲ ਕਰਦੇ ਆ। ਸੋ ਜਦੋਂ ਤੁਹਾਡੀ ਬਿਮਾਰੀ ਪੈਦਾ ਹੁੰਦੀ ਆ, ਜਿੱਦਾਂ ਅਸੀਂ ਪਹਿਲਾਂ ਕਿਹਾ ਵੀ ਬਹੁਤ ਵਾਰੀ ਇਹ ਮੈਂਟਲ ਸ਼ੌਕ, ਮੈਂਟਲ ਇਫੈਕਟਸ ਜਿਹੜੇ ਆ ਨਾ, ਉਹਨਾਂ ਦੇ ਨਾਲ ਪੈਦਾ ਹੁੰਦੀ ਬਿਮਾਰੀ। ਅੱਛਾ, ਉਹਦੇ ਨਾਲ ਹੁੰਦੀ? ਹਾਂ। ਕਿ ਤੁਹਾਡਾ ਮਤਲਬ ਕਹਿੰਦਾ ਕਿ ਜੇ ਤੁਸੀਂ ਬਹੁਤ ਅੰਡਰ ਸਟ੍ਰੈਸ ਰਹਿੰਦੇ ਹੋ? ਹਾਂਜੀ ਹਾਂਜੀ, ਸਟ੍ਰੈਸ ਹੁੰਦਾ ਜਾਂ ਕੋਈ ਇਨਸੀਡੈਂਟ ਹੋ ਜਾਂਦਾ ਆ। ਹਾਂਜੀ, ਜਿੱਦਾਂ ਵੀ ਬਹੁਤ ਸ਼ਰਮ ਆਈ ਕਿਸੇ ਨੂੰ, ਕੋਈ ਗੱਲ ਹੋਈ, ਇਨਸੀਡੈਂਟ ਹੋਇਆ, ਸ਼ੌਕਿੰਗ ਹੋਵੇ। ਹਾਂ, ਇਟ ਇਫੈਕਟਸ ਵੈਰੀ ਡੀਪਲੀ ਦੀ ਇਮੋਸ਼ਨਸ ਨਾ। ਤੇ ਉਹ ਆਪਾਂ ਇੱਕ ਐਕਸਪ੍ਰੈਸ਼ਨ ਪੰਜਾਬੀ ਚ ਕਹਿੰਦੇ ਸ਼ਰਮ ਨਾ ਮਾਰਿਆ ਗਿਆ ਉਹ। ਅੱਛਾ ਅੱਛਾ। ਡੂ ਯੂ ਅੰਡਰਸਟੈਂਡ ਦੈਟ? ਵੀ ਉਹਨੂੰ ਇੰਨੀ ਸ਼ਰਮ ਆਈ ਕਿਸੇ ਇਨਸੀਡੈਂਟ ਤੋਂ, ਉਹ ਮਰੇ ਗਿਆ ਇੱਕ ਕਿਸਮ ਦਾ, ਹਨਾ। ਤੇ ਉਹਦਾ ਮਤਲਬ ਵੀ ਉਹ ਤੇ ਬਹੁਤ ਮਨ ਤੇ ਅਸਰ ਹੋਇਆ ਤੇ ਉਹਦੀ ਸਾਰੀ ਜ਼ਿੰਦਗੀ ਤੇ ਇਫੈਕਟ ਪੈ ਗਿਆ। ਹਾਂਜੀ। ਤੇ ਹੁਣ ਜਿਹੜਾ ਇਹ ਸਾਡਾ ਥਾਇਰੋਇਡ ਆ, ਇਹ ਇੱਥੇ ਵੌਇਸ ਬਾਕਸ ਦੇ ਨਾਲ ਆ। ਤੇ ਵੌਇਸ ਬਾਕਸ ਜਿਹੜਾ ਇਹ ਐਨਰਜੀ ਸੈਂਟਰ ਇਸ ਦੀ ਸੈਂਟਰ ਆਫ ਐਕਸਪ੍ਰੈਸ਼ਨ। ਤੋ ਜਿਹੜੀ ਆਪਣੀ ਤੁਸੀਂ ਭੜਾਸ ਕੱਢ ਲੈਂਦੇ ਆ, ਬੋਲ ਕੇ ਕਹਿ ਲੈਂਦੇ ਆ, ਉਹ ਤੁਹਾਡੇ ਬਾਹਰੋਂ ਨਿਕਲ ਜਾਂਦੀ ਹੈ। ਹਾਂਜੀ, ਜੇ ਤੁਸੀਂ ਅੰਦਰ ਹੀ ਘੁੱਟ ਕੇ ਰੱਖਦੇ ਆ, ਉਸੇ ਜ਼ਿਆਦਾ ਉਹ ਸਫਰ ਕਰਦਾ ਬੰਦਾ ਹੈ। ਉੱਥੇ ਫਿਰ ਤੁਹਾਡੇ ਐਨਰਜੀ ਸੈਂਟਰ ਵਿੱਚ ਡਿਸਟਰਬੈਂਸ ਹੋ ਜਾਂਦੀ ਆ। ਹਾਂਜੀ, ਸੋ ਇਹ ਜਿਹੜੇ ਐਨਰਜੀ ਸੈਂਟਰ ਸਾਰੇ ਲਿੰਕਡ ਹੈਗੇ ਆ। ਜਿੱਦਾਂ ਤੁਸੀਂ ਇੱਥੇ ਦੇਖਦੇ ਨਾ, ਚੈਨਲਸ ਬਣੀਆਂ ਆ। all the energy centers and the glands are linked. ਪਰ ਜੀ ਹੁਣ ਅੱਖਾਂ ਨੂੰ ਫਰਕ ਪੈਂਦਾ, ਇੱਚੀ ਹੁੰਦੇ ਆ, ਫੀਟ ਹੁੰਦੇ ਨੇ, ਤੇ ਵੌਇਸ ਬਾਕਸ ਨੂੰ ਫਰਕ ਨਹੀਂ ਪੈਂਦਾ? ਉਹਦੇ ਨਾਲ ਹੀ ਹੈਗਾ ਉਹ? ਹਾਂਜੀ ਹਾਂਜੀ, ਇਟ ਡਿਪੈਂਡਸ ਨਾ ਕੀ ਪ੍ਰੋਬਲਮ ਹੋਇਆ। ਕਿਸੇ ਨੂੰ ਵੌਇਸ ਬਾਕਸ ਤੇ ਅਸਰ ਹੋ ਸਕਦਾ ਹੈ, ਕਿਸੇ ਨੂੰ ਥਾਇਰੋਇਡ ਤੇ ਹੋ ਸਕਦਾ ਹੈ। ਹਾਂ, ਦੈਟਸ ਰਾਈਟ। ਤੇ ਭਾਜੀ ਦੀ ਏਜ ਕੀ ਹੈਗੀ ਹੈ? ਕਦੋਂ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਹੋ ਸਕਦਾ? ਨਹੀਂ, ਕਿਸੇ ਏਜ ਵਿੱਚ ਵੀ ਹੋ ਸਕਦਾ ਹੈ, ਪਰ ਬਚਪਨ ਚ ਨਹੀਂ ਇਦਾਂ ਦਾ ਪ੍ਰੋਬਲਮ ਆਉਂਦਾ, ਲੇਟਰ ਆਨ ਆਉਂਦਾ ਜਦ ਤੁਸੀਂ ਮੈਚੁਰ ਹੋ ਜਾਂਦੇ ਹੋ। ਤੇ ਇਹਦੇ ਵਿੱਚ ਕੋਈ ਸਟੂਪਿਡ ਜਿਹਾ ਸਵਾਲ ਆ, ਪਰ ਫਿਰ ਵੀ ਪੁੱਛ ਲੈਂਦਾ, ਇਜ਼ ਇਟ ਕਾਮਨ ਅਮੰਗ ਮੈਨ ਔਰ ਵੂਮਨ ਕਿ ਆਦਮੀ ਜ਼ਿਆਦਾ ਵਰੀ ਕਰਦੇ ਨੇ, ਤੀਵੀਆਂ ਥੋੜੇ ਰਿਲੈਕਸ ਹੁੰਦੀਆਂ ਨੇ? ਕੋਈ ਫਰਕ ਪੈਂਦਾ? ਇਹ ਥੋੜਾ ਜਿਹਾ ਫਰਕ ਹੁੰਦਾ ਹੈ, ਪਰ ਬਾਹਲਾ ਨਹੀਂ ਹੈਗਾ। ਦੋਨਾਂ ਨੂੰ ਹੋ ਸਕਦਾ ਹੈ, ਦੋਨਾਂ ਨੂੰ ਹੋ ਸਕਦਾ। ਲੇਡੀਜ਼ ਨੂੰ ਇਹ ਜ਼ਿਆਦਾ ਹੋ ਜਾਂਦਾ ਪ੍ਰੋਬਲਮ ਥੋੜੀ ਜਿਹੀ। ਟ੍ਰੀਟਮੈਂਟ ਦਾ ਦੱਸੋ ਹੁਣ। ਹਾਂਜੀ, ਸੋ ਟ੍ਰੀਟਮੈਂਟ ਜੇ ਤੁਸੀਂ ਐਲੋਪੈਥਿਕ ਸਿਸਟਮ ਵਿੱਚ ਜਾਂਦੇ ਆ, ਤੇ ਉਹ ਤੁਹਾਨੂੰ ਜਾਂ ਦਵਾਈ ਦਿੰਦੇ ਆ, ਇਹ ਕਾਰਬੇਮਾਜ਼ੋਲ। ਤੇ ਕਿਉਂਕਿ ਓਵਰ ਐਕਟਿਵ ਹੁੰਦਾ, ਉਹਨੂੰ ਡੈਂਪ ਡਾਊਨ ਕਰਨਾ ਹੁੰਦਾ ਰਿਐਕਸ਼ਨ। ਸੋ ਇੱਕ ਤਰ੍ਹਾਂ ਦੀ ਕਾਰਬੇਮਾਜ਼ੋਲ ਜਿਹੜੀ ਆ, ਉਹ ਟੌਕਸਿਕ ਦਵਾਈ ਹੈ ਇੱਕ ਤਰ੍ਹਾਂ ਦੀ। ਉਹਨੂੰ ਥੋੜਾ ਜਿਹਾ ਮਾਰਦੀ ਹੈ, ਉਹਨੂੰ ਕੰਟਰੋਲ ਕਰਦੀ ਹੈ ਥਾਇਰੋਇਡ ਨੂੰ, ਪੇ ਥੋੜਾ ਜਿਹਾ ਇਹਨੂੰ ਡੈਮੇਜ ਕਰੀਏ, ਬਹੁਤਾ ਓਵਰ ਐਕਟਿਵ ਨਾ ਹੋਵੇ। ਤੇ ਜਾਂ ਉਹ ਤੁਹਾਨੂੰ ਦਿੰਦੇ ਆ ਰੇਡੀਓਥੈਰੇਪੀ। ਰੇਡੀਓਥੈਰੇਪੀ ਨਾਲ ਥੋੜੇ ਜਿਹੇ ਗਲੈਂਡ ਸਾੜ ਦਿੰਦੇ ਆ। ਹਾਂਜੀ, ਉਹ ਘੱਟ ਥਾਇਰੋਕਸਿਨ ਆਵੇ ਉਹਦੇ ਵਿੱਚੋਂ। ਤੇ ਜਾਂ ਹੁੰਦੀ ਫਿਰ ਸਰਜਰੀ, ਲਾਸਟ ਰਿਜ਼ੋਰਟ ਸਰਜਰੀ ਆ, ਉਹ ਅੱਧਾ ਥਾਇਰੋਇਡ ਗਲੈਂਡ ਵੱਢ ਦਿੰਦੇ ਆ। ਜੇ ਨਾ ਉਹਦਾ ਇਲਾਜ ਹੋਵੇ, ਇਹ ਜਦੋਂ ਤੁਸੀਂ ਇਲਾਜ ਕਰਦੇ ਮੈਡੀਕਲੀ, ਉਹ ਸਪਰੈਸ ਹੁੰਦਾ ਕਿ ਟ੍ਰੀਟਮੈਂਟ ਹੁੰਦੀ ਹੈ? ਨਹੀਂ, ਉਹ ਸਪਰੈਸ ਹੋ ਜਾਂਦਾ ਭਾਜੀ, ਕਰਕੇ ਜਿਹੜਾ ਕੋਜ਼ ਆ ਉਹਨੂੰ ਤੁਸੀਂ ਡੀਲੇ ਨਹੀਂ ਕੀਤਾ ਵੀ ਕੋਜ਼ ਕੀ ਸੀਗਾ। ਹਾਂਜੀ, ਤੇ ਫਿਰ ਜੇ ਤੁਸੀਂ ਇੱਕਦਮ ਆਰਗਨ ਨੂੰ ਸਪਰੈਸ ਕਰ ਦਿੰਦੇ ਆ, ਉਹ ਬਿਮਾਰੀ ਜਿਹੜੀ ਉਹ ਹੋਰ ਕਿਸੇ ਡੀਪਰ ਆਰਗਨ ਤੇ ਚਲੇ ਜਾਂਦੀ ਵੇ। ਰਾਈਟ, ਸੋ ਥਾਇਰੋਇਡ ਤੋਂ ਸਪਰੈਸ ਕਰ ਦਿੱਤੀ, ਸ਼ਾਇਦ ਉਹ ਤੁਹਾਡੇ ਹਾਰਟ ਤੇ ਚਲੀ ਜਾਵੇ, ਪ੍ਰੋਬਲਮ ਕੋਈ ਨਾ ਕੋਈ ਪੈਦਾ ਹੋ ਜਾਂਦਾ। ਫਿਰ ਕਹਿੰਦੇ ਹੁਣ ਤੈਨੂੰ ਹਾਰਟ ਡਿਜ਼ੀਜ਼ ਹੋ ਗਈ ਆ। ਹਾਂਜੀ, ਉਹ ਵੱਧਦੀ ਰਹਿੰਦੀ ਬਿਮਾਰੀ। ਇੱਕ ਥਾਂ ਤੋਂ ਸਪਰੈਸ ਕਰੋ, ਉਹ ਡੀਪਰ ਆਰਗਨ ਤੇ ਚਲੀ ਜਾਂਦੀ ਆ। ਤੇ ਬੇਸਿਕਲੀ ਇਹਦਾ ਟ੍ਰੀਟਮੈਂਟ ਹੈ, ਲੇਕਿਨ ਛੇਤੀ ਹੋਣੀ ਚਾਹੀਦੀ ਹੈ। ਛੇਤੀ ਹੋਣੀ ਚਾਹੀਦੀ ਆ, ਨੈਚੁਰਲ ਟ੍ਰੀਟਮੈਂਟ ਹੋਵੇ ਇਹਦੀ। ਐਨਰਜੀ ਮੈਡੀਸਿਨ ਜਿੱਦਾਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ, ਉਹ ਨੈਚੁਰਲ ਚੀਜ਼ਾਂ ਤੋਂ ਬਣਾਈਆਂ ਜਾਂਦੀਆਂ, ਤੇ ਉਹ ਐਨਰਜੀ ਮੈਡੀਸਿਨਸ ਆ। ਇਸੇ ਕਰਕੇ ਜਿਹੜਾ ਤੁਹਾਡਾ ਐਨਰਜੀ ਸਿਸਟਮ ਹੈ, ਉੱਤੇ ਇਹ ਕੰਮ ਕਰਦੀਆਂ ਜੀ। ਤੇ ਬੜੀ ਇੰਟਰਸਟਿੰਗ ਚੀਜ਼ ਆ, ਸਾਡੀ ਗੁਰਬਾਣੀ ਵਿੱਚ ਵੀ ਇਦਾਂ ਦੀਆਂ ਗੱਲਾਂ ਲਿਖੀਆਂ ਹੈਗੀਆਂ।
ਤੇ ਜਿੱਦਾਂ ਤੁਸੀਂ ਆਪਣਾ ਮੰਨਿਆ ਹਨਾ, ਬਹੁਤਾ ਆਪਣੇ ਦਿਲ ਨੂੰ ਨਾ ਲਾਓ ਸ਼ੌਕ ਜਿਹੜੇ ਆਉਂਦੇ ਆ। ਹਾਂਜੀ, ਆਉਂਦੇ ਤਾਂ ਹਰੇਕ ਨੂੰ ਆਦਤ ਹੁੰਦੀ ਲੋਕਾਂ ਦੀ, ਕੀ ਕਰਨ, ਕਈ ਕੇਅਰ ਫ੍ਰੀ ਹੁੰਦੇ ਨੇ, ਸਮ ਪੀਪਲ ਆਰ ਵੈਰੀ ਸੈਂਸਿਟਿਵ, ਦਿਸ ਇਜ਼ ਸਮਥਿੰਗ। ਇੱਕ ਤੇ ਹੁਣ ਜਦੋਂ ਤੁਸੀਂ ਦੱਸਿਆ ਲਾਸਟ ਟਾਈਮ ਅਸੀਂ ਸ਼ੌਕ ਦੀ ਗੱਲ ਕੀਤੀ ਸੀਗੀ ਕਿ ਕਿੰਨੀਆਂ ਬਿਮਾਰੀਆਂ ਉਹ ਚੀਜ਼ ਤੋਂ ਹੁੰਦੀਆਂ ਨੇ, ਸ਼ੌਕ ਤੋਂ। ਦੈਟਸ ਰਾਈਟ Very right. ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ, ਕਿਸੇ ਨੂੰ ਹਾਰਟ ਪ੍ਰੋਬਲਮ ਹੋ ਜਾਂਦਾ ਹੈ, ਕਿਸੇ ਨੂੰ ਆਰਥਰਾਈਟਿਸ ਹੋ ਜਾਂਦਾ ਹੈ। ਇਹ ਮੈਂ ਇਹਦੇ ਗਲੈਂਡ ਦਾ ਤਾਂ ਸੁਣਿਆ ਨਹੀਂ ਸੀਗਾ, ਨਵੀਂ ਗੱਲ ਸੁਣੀ ਹੈ, ਪਤਾ ਲੱਗਿਆ ਤਾਂ। ਐਨੀਵੇ ਮੈਂ ਉਮੀਦ ਰੱਖਦਾ ਤੁਸੀਂ ਪ੍ਰੋਗਰਾਮ ਦੇਖਦੇ ਸੀਗੇ, ਤੁਹਾਨੂੰ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ ਤੇ ਤੁਸੀਂ 1-to-1 ਕੰਸਲਟੇਸ਼ਨ ਕਰ ਸਕਦੇ ਹੋ। ਜੋ ਅਸੀਂ ਗੱਲਾਂ ਕੀਤੀਆਂ ਇਹ ਬੜੀ ਜਨਰਲ ਗੱਲਾਂ ਨੇ, ਬਾਕੀ ਡਾਕਟਰ ਸਾਹਿਬ ਪੁੱਛ ਕੇ ਕਾਫੀ ਕੁਝ ਸਵਾਲ ਜਵਾਬ ਹੁੰਦੇ, ਉਹਦੇ ਮੁਤਾਬਿਕ ਫਿਰ ਤੁਹਾਡਾ ਇਲਾਜ ਹੋ ਸਕਦਾ ਹੈ। ਥੈਂਕ ਯੂ ਜੀ, ਤੁਹਾਡਾ ਕੰਟੈਕਟ ਕਰਨ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਤੁਹਾਡਾ। ਇਸੇ ਤਰ੍ਹਾਂ ਕਾਲ ਚੈਨਲ ਵਾਚ ਕਰਦੇ ਰਹੋ। ਚਲੋ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਕਾਲ ਆ ਗਿਆ, ਫਜ਼ਾ ਉਹ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰੇ ਹਸਬੰਡ ਦੀ ਵੌਇਸ ਨਾ ਜਿਹੜੀ ਉਹ, ਪਹਿਲਾਂ ਦੱਸੋ ਭੈਣ ਜੀ ਤੁਸੀਂ ਨਾਮ ਕੀ, ਕਿੱਥੋਂ ਬੋਲਦੇ ਹੋ? ਵਾਸਤਾ ਤੋਂ ਬੋਲਦੇ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ, ਜ਼ਰਾ ਉੱਚੀ ਬੋਲੇ, ਤੁਹਾਡੀ ਆਵਾਜ਼ ਬੜੀ ਮੱਧਮ ਹੈ। ਹਾਂਜੀ ਬੋਲੋ ਜੀ। ਓਕੇ। ਹਾਂਜੀ, ਮੈਂ ਕਿਹਾ ਮੇਰੇ ਹਸਬੰਡ ਦੀ ਆਵਾਜ਼ ਹੈ ਨਾ ਜਿਹੜੀ, ਉਹ ਬਹੁਤ ਸਲੋ ਜੀ ਹੋ ਗਈ, ਹੋਰਸ ਜਿਹੀ ਹੋ ਗਈ ਹੈ ਨਾ ਬੈਕ ਤੇ ਵੀ। Sometimes it's okay, the other times it's not okay. ਹਾਂਜੀ ਭੈਣ ਜੀ, ਕੋਈ ਹੋਰ ਵੀ ਸਿੰਪਟਮ ਹੈ, ਹੋਰ ਵੀ ਕੋਈ ਬਿਮਾਰੀ ਉਹਨਾਂ ਨੂੰ? No, ਅੱਛਾ ਜੀ, nothing. ਰਾਈਟ। ਸੋ ਹੋ ਸਕਦਾ ਹੈ ਇਹਨਾਂ ਦਾ ਨਰਵਸ ਸਿਸਟਮ ਜਿਹੜਾ ਸਪਲਾਈ ਕਰਦਾ ਵੌਇਸ ਬਾਕਸ ਨੂੰ, ਉਹ ਥੋੜਾ ਜਿਹਾ ਸਲੋ ਹੋ ਗਿਆ। ਇਹਦੀ ਵਜ੍ਹਾ ਕੋਈ ਹੋ ਸਕਦੀ ਪਈ ਇਹਨਾਂ ਨੂੰ ਪਾਰਕਿੰਸਨਸ ਡਿਜ਼ੀਜ਼ ਦੀ ਸ਼ੁਰੂ ਹੋ ਰਹੀ ਆ, ਤੇ ਪਰ ਤੁਹਾਡੇ ਚੈੱਕਅਪ ਕਰਾਉਣ ਦਾ ਜ਼ਰੂਰੀ ਆ ਇਹਦਾ। ਹਾਂਜੀ, ਨਹੀਂ ਉਹ ਚੈੱਕਅਪ ਬ੍ਰੇਨ ਸਕੈਨ ਵੀ ਹੋਇਆ ਸੀਗਾ ਤੇ ਹਾਂਜੀ, ਤੇ ਵੌਇਸ ਬਾਕਸ ਜਿਹੜੇ ਗਲ ਚ ਪਾ ਕੇ ਕਰਦੇ ਕੈਮਰਾ, ਉਹ ਵੀ ਕੀਤਾ। ਠੀਕ ਹੈ ਜੀ। ਵੌਇਸ ਬਾਕਸ ਦੇ ਵੋਕਲ ਕਾਰਡਸ ਹੁੰਦੇ ਆ ਤੇ ਉਹ ਕਈ ਵਾਰੀ ਉਹ ਥੋੜੇ ਜਿਹੇ ਪੈਰਾਲਾਈਜ਼ ਹੋ ਜਾਂਦੇ ਆ। ਹਾਂਜੀ, ਤੇ ਇਸ ਦੇ ਨਾਲ ਫਿਰ ਆਵਾਜ਼ ਸਲੋ ਜਿਹੀ ਹੋ ਜਾਂਦੀ ਜਾਂ ਉਹਦਾ ਇਲਾਜ ਡਾਕਟਰ ਸਾਹਿਬ ਜਿਹੜੀ ਉਹ ਕਹਿੰਦੇ ਵੀ ਥੋੜਾ ਜਿਹਾ ਮਸਲ ਜਿੱਦਾਂ ਨਾ ਵੀ ਟਾਈਟ ਜਿਹਾ, ਜਿੱਦਾਂ ਕੀ ਉਹਨੂੰ ਕਹਿੰਦੇ ਵੀਕ ਹੋ ਜਾਂਦਾ। ਹਾਂਜੀ, ਵੀਕ ਹੋ ਜਾਂਦੇ, ਹੋਮਿਓਪੈਥਿਕ ਦਵਾਈ ਨਾਲ ਸਟਰੋਂਗ ਹੋ ਜਾਂਦੇ ਆ। ਤੇ ਕਈਆਂ ਨੂੰ ਮੈਂ ਦੇਖਿਆ ਉਹਨਾਂ ਨੂੰ ਕੋਈ ਮਾਈਨਰ ਸਟ੍ਰੋਕ ਤੇ ਬਾਅਦ ਵੀ ਇਦਾਂ ਹੋ ਜਾਂਦਾ ਹੈ। ਅੱਛਾ ਜੀ, ਉਹਦਾ ਡਾਕਟਰ ਸਾਹਿਬ ਮਾਈਨਰ ਸਟ੍ਰੋਕ ਵਗੈਰਾ ਕੁਝ ਨਹੀਂ ਹੋਇਆ ਬਿਕਾਜ਼ ਹੀ ਹੈਡ ਦ ਸਕੈਨ ਡਨ। ਹਾਂਜੀ ਹਾਂਜੀ, ਨੋ ਸਟ੍ਰੋਕ, ਨੋ ਹਾਰਟ, ਨਥਿੰਗ। ਹਾਂਜੀ, ਠੀਕ ਹੈ। ਫਿਰ ਉੱਥੇ ਥੋੜਾ ਜਿਹਾ ਪੈਰਾਲਾਈਜ਼ ਹੋ ਗਿਆ ਤੇ ਉਹ ਹੋਮਿਓਪੈਥੀ ਦਵਾਈ ਨਾਲ ਠੀਕ ਹੋ ਸਕਦਾ ਜੀ। ਭੈਣ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ, ਤੇ ਤੁਹਾਡਾ ਨੰਬਰ ਡਾਕਟਰ ਜੀ ਨੂੰ ਦੇਵਾਂਗੇ। ਤੁਸੀਂ ਖੁੱਲ ਕੇ ਬਾਅਦ ਵਿੱਚ 1-to-1 ਗੱਲ ਕਰ ਲੈਣਾ ਉਹਨਾਂ ਨਾਲ, ਆਪਣਾ ਅੱਛੀ ਤਰ੍ਹਾਂ ਸਮਝਾ ਦੇਣਾ ਤੇ ਇਲਾਜ ਹੋ ਸਕਦਾ। ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਤੁਸੀਂ ਕਾਲ ਕੀਤਾ। ਪਲੀਜ਼ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਹੋਰ ਵੀ ਬੜੀਆਂ ਅੱਛੀਆਂ ਗੱਲਾਂ ਹੁੰਦੀਆਂ, ਬੇਸ਼ੱਕ ਦੇ ਘਰ 'ਚ ਨਹੀਂ ਬਿਮਾਰੀ ਹੁੰਦੀ, ਐਟਲੀਸਟ ਇਨਸਾਨ ਸਮਝ ਜਾਂਦਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਹਾਂਜੀ ਦੇਖੋ ਇਹ ਗਲੇ ਦੇ ਨਾਲ ਕਿੰਨੀ ਚੀਜ਼ ਕਨੈਕਟ ਹੋ ਜਾਂਦੀ ਹੈ। ਹਾਂਜੀ ਬਿਲਕੁਲ, ਤੁਹਾਨੂੰ ਇੱਕ ਕੇਸ ਮੈਂ ਪਹਿਲਾਂ ਵੀ ਦੱਸਿਆ ਸੀ ਨਾ, ਤੇ ਉਹ ਵੀ ਆਪਣੇ ਕਾਲ ਚੈਨਲ ਦੇ ਥਰੂ ਇਹ ਆਇਆ ਸੀ। ਤੇ ਉਹ ਲੇਡੀਜ਼ ਦਾ ਵੌਇਸ ਬਿਲਕੁਲ ਚਲ ਗਿਆ ਸੀ, ਤੇ ਉਹ ਜਦੋਂ ਆਪਾਂ ਕੰਸਲਟੇਸ਼ਨ ਕੀਤੀ, ਉਹਨੇ ਦੱਸਿਆ ਵੀ ਇਹ ਲੇਡੀ ਕੁਛ ਨਹੀਂ, ਆਪਣਾ ਜੋ ਕੁਛ ਵੀ ਹੁੰਦਾ ਨਾ, ਇਮੋਸ਼ਨ ਸਾਰੇ ਅੰਦਰ ਹੀ ਰੱਖਦੀ ਹੈ, ਕੋਈ ਇਮੋਸ਼ਨਸ ਬਾਹਰ ਨਹੀਂ ਕੱਢ ਰਹੀ। ਹਾਂਜੀ, ਸੋ ਉਹ ਵੌਇਸ ਉਹਦਾ ਬਿਲਕੁਲ ਚਲ ਗਿਆ ਸੀ। ਤੇ ਜਦੋਂ ਅਸੀਂ ਹੋਮਿਓਪੈਥੀ ਦਵਾਈ ਦਿੱਤੀ ਤੇ ਵਿਦਿਨ 4 ਵੀਕਸ ਉਹਦਾ ਓਵਰ 50% ਇੰਪਰੂਵਮੈਂਟ ਹੋ ਗਿਆ ਜੀ। ਵੈਰੀ ਗੁੱਡ, ਵੈਰੀ ਨਾਈਸ। ਪਤਾ ਕੀ, ਜਦੋਂ ਡਾਕਟਰ ਸਾਹਿਬ ਦੀ ਗੱਲਾਂ ਸੁਣਦੇ ਨੇ, ਜਿੱਦਾਂ ਹੁਣ ਭੈਣ ਜੀ ਦਾ ਕਾਲ ਆਇਆ ਵਾਲਸੋਲ ਤੋਂ, ਬੜਾ ਫਰੈਟਨਿੰਗ ਹੋ ਜਾਂਦਾ, ਬੈਠੇ ਬਿਠਾਏ ਬੰਦਾ ਨੂੰ ਪਤਾ ਨਾ ਹੋਵੇ। ਹੁਣ ਜਿੱਦਾਂ ਤੁਸੀਂ ਉਹਦਾ ਰੀਜ਼ਨ ਦੱਸਿਆ ਕਿ ਇਹ ਹੋ ਸਕਦਾ, ਉਹ ਹੋ ਸਕਦਾ, ਬੰਦਾ ਡਰ ਹੀ ਜਾਂਦਾ ਉਹਦੇ ਨਾਲ। ਹਾਂਜੀ, ਹੁਣ ਆਮ ਬੰਦੇ ਨੂੰ ਤਾਂ ਪਤਾ ਨਹੀਂ ਬਿਮਾਰੀ ਬਾਰੇ, ਜਾਂ ਉਹ ਕਹਿੰਦੇ ਕਿੱਥੋਂ ਪੈਦਾ ਹੋ ਗਏ, ਕੀ ਹੋ ਗਿਆ। ਸੋ ਬੰਦਾ ਕਈ ਵਾਰੀ ਢੇਰੀ ਢਾਂਦਾ ਵੀ ਮੈਂ ਤਾਂ ਹੁਣ ਠੀਕ ਹੀ ਨਹੀਂ ਹੋਣਾ ਹੈਗਾ। ਆਪਾਂ ਗੱਲ ਜਾਰੀ ਕਰਨ ਤੋਂ ਮੈਂ ਇੱਕ ਦਫਾ ਫਿਰ ਸਾਡੇ ਵੀਅਰਸ ਨੂੰ ਕਹਿਦਾ, ਟੈਲੀਫੋਨ ਨੰਬਰ 0121551001। ਪਲੀਜ਼ ਕੀਪ ਕਾਲਿੰਗ, ਦ ਲਾਈਨਸ ਆਰ ਕੁਆਇਟ ਬਿਜ਼ੀ, ਲੋਟ ਆਫ ਪੀਪਲ ਆਰ ਕਾਲਿੰਗ। ਉਹਨਾਂ ਨੇ ਬਾਅਦ ਚ ਡਾਕਟਰ ਨਾਲ ਗੱਲ ਕਰਨੀ ਹੈ, ਪਰ ਹੁਣੇ ਤੁਸੀਂ ਕਾਲ ਕਰੋ, ਨੰਬਰ ਤੁਹਾਡਾ ਜ਼ਰੂਰ ਲੱਗੇਗਾ। ਉਹ ਸਾਡੇ ਕਾਲ ਸੈਂਟਰ ਤੁਹਾਡਾ ਮੈਸੇਜ ਆ ਡਾਕਟਰ ਸਾਹਿਬ ਨੂੰ ਪਹੁੰਚਾ ਸਕਦੇ ਨੇ। ਅਗਰ ਤੁਸੀਂ ਕੋਈ ਬਿਮਾਰੀ ਨਹੀਂ, ਬੜਾ ਅੱਛਾ, ਰੱਬ ਦਾ ਸ਼ੁਕਰਾਨਾ, ਅਰਦਾਸ ਕਰਦੇ ਹਮੇਸ਼ਾ ਤੁਸੀਂ ਠੀਕ ਰਹੋ, ਲੇਕਿਨ ਪ੍ਰੋਗਰਾਮ ਜ਼ਰੂਰ ਦੇਖੋ ਕਿਉਂਕਿ ਨੌਲੇਜ ਬਹੁਤ ਤੁਸੀਂ ਗੇਨ ਕਰੋਗੇ। ਕੱਲ ਕੋਈ ਮੁਸੀਬਤ ਹੁੰਦੀ ਤੁਸੀਂ ਸਮਝ ਸਕਦੇ ਹੋ, ਹਾਂਜੀ ਅਸੀਂ ਕਾਲ ਚੱਲਣਾ ਤੇ ਡਾਕਟਰ ਜੀ ਨੇ ਕਿਹਾ ਸੀਗਾ, ਸ਼ਾਇਦ ਉਹ ਹੋ ਸਕਦਾ। ਐਟਲੀਸਟ ਫਿਰ ਬੰਦੇ ਨੂੰ ਰਸਤਾ ਦਿਖਾਈ ਦੇ ਦਿੰਦਾ। ਹਾਂਜੀ, ਕੋਈ ਨਾ ਕੋਈ ਰਸਤਾ ਮਿਲ ਜਾਂਦਾ। ਬਿਲਕੁਲ ਬਿਲਕੁਲ, ਨਹੀਂ ਤਾਂ ਬੰਦਾ ਪਹਿਲਾਂ ਤੇ ਰਸਤਾ ਕਾਲ ਚੱਲਣ ਦਾ ਤੁਹਾਡਾ, ਫਿਰ ਨਾਲ ਸਾਡੇ ਡਾਕਟਰ ਬੈਠੇ ਨੇ, ਰਸਤਾ ਆਪੇ ਖੁੱਲ ਜਾਏਗਾ। ਹਾਂਜੀ ਜੀ। ਡਾਕਟਰ ਸੀ ਤੁਸੀਂ ਦੱਸਦੇ ਸੀ ਉਹਦੇ ਤੇ ਗੱਲ ਕਰਨੀ ਹੈ ਹੁਣ। ਹਾਂਜੀ, ਪ੍ਰੋਸਟੇਟ ਤੇ ਚੱਲੀਏ। ਹਾਂਜੀ ਠੀਕ ਹੈ। ਸੋ ਅੱਜ ਅਸੀਂ ਸੋਚਿਆ ਵੀ ਪਿਛਲੇ ਹਫਤੇ ਆਪਾਂ ਕੀਤਾ ਸੀ ਲੇਡੀਜ਼ ਪ੍ਰੋਬਲਮਸ ਬਾਰੇ,
ਤੇ ਐਤਕੀ ਥੋੜੇ ਜਿਹਾ ਜੈਂਟਸ ਦੇ ਜੈਂਟਸ ਪ੍ਰੋਬਲਮਸ ਬਾਰੇ ਇਹ ਹੈ ਵੀ ਕਾਮਨ ਕਾਫੀ ਹੈ ਨਾ ਬਹੁਤ ਜ਼ਿਆਦਾ ਕਾਮਨ ਭਾਜੀ, ਬਹੁਤ ਜ਼ਿਆਦਾ ਕਾਮਨ ਆ। ਤੇ ਹੁੰਦੀ ਇਹ ਤਕਰੀਬਨ ਪ੍ਰੋਸਟੇਟ ਦਾ ਪ੍ਰੋਬਲਮ ਜਿਹੜਾ ਆ ਓਵਰ 70 ਇਅਰਸ ਏਜ ਜ਼ਿਆਦਾ ਹੁੰਦਾ ਹੈ। ਓਵਰ 70 ਤੋਂ ਹਾਂਜੀ ਯਾ ਮੋਸਟਲੀ ਪਹਿਲਾਂ ਵੀ ਥੋੜਾ ਜਿਹਾ ਹੋ ਸਕਦਾ ਆ, ਪਰ ਜ਼ਿਆਦਾ ਕਾਮਨ ਹੁੰਦਾ ਹੈ ਵਾਂਸ ਯੂ ਪਾਸ ਦੀ ਏਜ ਆਫ 70। ਤੇ ਪ੍ਰੋਸਟੇਟ ਗਲੈਂਡ ਜਿਹੜਾ ਆ ਇਹ ਗਲੈਂਡ ਹੁੰਦਾ ਆ ਅਬਾਊਟ ਛੋਟਾ ਜਿਹਾ ਹੁੰਦਾ, ਵਾਲਨਟ ਨਹੀਂ ਹੁੰਦਾ ਆਪਣਾ ਅਖਰੋਟ ਦਾ ਜਿਹੜਾ ਸਾਬਤਾ ਹੁੰਦਾ ਹੈ, ਤਕਰੀਬਨ ਉਨਾ ਕੁ ਸਾਈਜ਼ ਹੁੰਦਾ ਇਹਦਾ। ਵੈਰੀ ਸਮਾਲ ਗਲੈਂਡ ਬਟ ਵੈਰੀ ਇੰਪੋਰਟੈਂਟ। ਤੇ ਇਹ ਬਲੈਡਰ ਦੇ ਥੱਲੇ ਹੁੰਦਾ, ਬਲੈਡਰ ਦੇ ਨੀਚੇ। ਅੱਛਾ ਬਲੱਡ ਦੇ ਹਾਂ ਉੱਥੇ ਲੋਕੇਸ਼ਨ ਹੈ ਇਹਦਾ। ਤੇ ਇਹ ਉਹ ਜਦੋਂ ਤੁਸੀਂ 70 ਸਾਲ ਦੀ ਉਮਰ ਟੱਪ ਜਾਂਦੇ ਆ ਤੇ ਇਹ ਥੋੜਾ ਜਿਹਾ ਇਨਲਾਰਜਮੈਂਟ ਹੋਣ ਲੱਗ ਪੈਂਦਾ ਇਹਦਾ ਜੀ। ਤੇ ਜਦੋਂ ਇਨਲਾਰਜਮੈਂਟ ਹੁੰਦਾ ਫਿਰ ਬਲੈਡਰ ਤੇ ਪ੍ਰੈਸ਼ਰ ਪੈਂਦਾ ਇਹਦਾ। ਕਿਉਂ ਹੁੰਦਾ ਹੈ? ਹਾਂਜੀ ਉਹ ਮੈਂ ਇਹੀ ਜਿੱਦਾਂ ਆਪਾਂ ਥਾਇਰੋਇਡ ਦੀ ਗੱਲ ਕਰ ਰਹੇ ਸੀ ਨਾ, ਤੇ ਇੱਕ ਤਰ੍ਹਾਂ ਦਾ ਜੇ ਤੁਸੀਂ એનર્ਜੀ ਬਾਡੀ ਦੇਖੋ ਨਾ ਤਾਂ ਉੱਤੇ ਆਪਾਂ ਸਮਝ ਸਕਦੇ ਵੀ ਕਿਉਂ ਹੁੰਦਾ ਹੈ। ਹਾਂਜੀ ਇਹਦਾ ਕੋਜ਼ ਮੇਨਲੀ ਹੁੰਦਾ ਹੈ ਵੀ ਜਦੋਂ ਹੁਣ ਥਾਇਰੋਇਡ ਗਲੈਂਡ ਦਾ ਆਪਾਂ ਐਗਜ਼ਾਮਪਲ ਲੈਣੇ ਪਹਿਲਾਂ। ਜੇ એનર્ਜੀ ਬਾਡੀ ਆ ਤੇ ਉਹਦੀਆਂ ਚੈਨਲਸ ਆ, એનર્ਜੀ ਚੈਨਲਸ ਜਿਹਨੂੰ ਮੈਰੀਡੀਅਨ ਕਹਿੰਦੇ ਆ, ਤੇ ਉਹਦੇ ਵਿੱਚ ਹੀ એનર્ਜੀ ਲੰਘ ਰਹੀ ਆ ਤੇ ਉਸ ਆਰਗਨ ਨੂੰ ਸਪਲਾਈ ਕਰ ਰਹੀ ਹੈ એનર્ਜੀ, ਤੇ ਫਿਰ ਇੱਕ ਚੈਨਲ ਚੋਂ ਐਗਜ਼ਿਟ ਹੋ ਰਹੀ ਆ। ਠੀਕ ਹੈ। ਸੋ ਜੇ ਹੁਣ ਐਂਟਰੀ ਪੁਆਇੰਟ ਤੇ એનર્ਜੀ ਆ ਰਹੀ ਆ ਪਰ ਐਗਜ਼ਿਟ ਚੈਨਲ ਜਿਹੜਾ ਉਹ ਬੰਦ ਹੋ ਚੁੱਕਾ, ਤੇ ਕੀ ਹੋਏਗਾ? એનર્ਜੀ ਉਹਦੇ ਅੰਦਰ ਹੀ ਰਹਿ ਗਿਆ, ਅੰਦਰ ਹੀ ਰਹਿ ਗਈ ਨਾ। ਹਾਂਜੀ ਉੱਥੇ ਕੰਜੈਸਸ਼ਨ ਹੋ ਜਾਂਦਾ ਭਾਜੀ। ਓਕੇ। એનર્ਜੀ ਜਦੋਂ ਕੰਜੈਸਸ਼ਨ ਹੁੰਦਾ ਆ ਤੇ ਜਿਹੜੀ એનર્ਜੀ ਬਾਡੀ ਹੈ ਤੇ ਫਿਜ਼ੀਕਲ ਬਾਡੀ ਉਹਨਾਂ ਦਾ ਇੱਕਦਮ ਲਿੰਕ ਆ, ਦੇ ਐਗਜ਼ੈਕਟਲੀ ਦ ਸੇਮ ਟੂ ਲੁੱਕ ਐਟ। ਹਾਂਜੀ ਤੇ ਉਹ ਫਿਰ ਜਿਹੜੀ એનર્ਜੀ ਟ੍ਰਾਂਸਫਰ ਹੋ ਜਾਂਦੀ ਫਿਜ਼ੀਕਲ ਬਾਡੀ ਵਿੱਚ ਟ੍ਰਾਂਸਫਰ ਹੋ ਜਾਂਦੀ ਆ, ਉੱਥੇ ਕੰਜੈਸਸ਼ਨ ਆ, ਫਿਰ ਉਹ ਐਨਲਾਰਜਮੈਂਟ ਹੋਣ ਲੱਗ ਪੈਂਦਾ ਉਸ ਆਰਗਨ ਦਾ। ਇਸੇ ਤਰ੍ਹਾਂ ਉਹ ਥਾਇਰੋਇਡ ਦਾ ਐਨਲਾਰਜਮੈਂਟ ਹੁੰਦਾ ਹੈ। ਹਾਂਜੀ ਦੈਟਸ ਦੀ ਐਕਚੁਅਲ ਰੀਜ਼ਨ। ਪਰ ਜਿਹੜਾ ਬਲੋਕੇਜ ਹੈ ਇਹ ਨੈਚੁਰਲ ਏਜ ਦੇ ਰਿਲੇਟਡ ਹੈਗਾ ਕਿ ਕੋਈ ਡਾਈਟ ਦੇ ਨਾਲ ਵੀ ਫਰਕ ਪੈਂਦਾ ਕੀ ਹੈ? ਹਾਂਜੀ ਸੋ ਏਜ ਰਿਲੇਟਡ ਵੀ ਹੈਗਾ ਹੈ, ਕਿਉਂਕਿ ਤੁਹਾਡੀ એનર્ਜੀ ਘਟਦੀ ਜਾਂਦੀ ਹੈ ਜਿੱਦਾਂ ਤੁਸੀਂ ਏਜ ਵਧੀ ਜਾਂਦੀ ਹੈ, એનર્ਜੀ ਨੈਚੁਰਲੀ ਗੈਟਸ ਲੈਸ। ਤੇ ਦੂਸਰੀ ਜਿੱਦਾਂ ਆਪਾਂ ਕਿਹਾ ਸੀ ਕੋਈ ਸਡਨਲੀ ਸ਼ੌਕ ਲੱਗਦਾ ਆ, ਉਹ ਉੱਥੇ એનર્ਜੀ ਬਾਡੀ ਨੂੰ ਡਿਸਟਰਬ ਕਰ ਦਿੰਦਾ ਹੈ। ਹਾਂਜੀ ਜਾਂ ਉਹ ਫਲੋ ਜਿਹੜੀ ਕੱਟ ਆਫ ਕਰ ਦਿੰਦਾ ਹੈ ਨਾ। ਸੋ ਦੈਟ ਬਿਕੋਜ਼ ਜਦੋਂ ਤੁਹਾਡੀ ਥੋਟਸ ਆ, the thoughts are energy actually. ਹਾਂਜੀ so this is why your thoughts and your emotions affect the energy body. They are on the same level. ਅੱਛਾ ਅੱਛਾ ਠੀਕ ਹੈ। ਸੋ ਜਦੋਂ ਤੁਹਾਡੀ ਐਗਜ਼ਿਟ ਪੁਆਇੰਟ ਜਿਹੜਾ ਉਹ ਬਲੌਕ ਹੋ ਜਾਂਦਾ ਹੈ ਤੇ ਉਹ એનર્ਜੀ ਵੱਧਦੀ ਰਹਿੰਦੀ ਹੈ ਆਰਗਨ ਵਿੱਚ, ਫਿਰ ਉਹ ਐਨਲਾਰਜਮੈਂਟ ਹੋ ਜਾਂਦਾ ਆਰਗਨ ਦਾ। ਠੀਕ ਹੈ। ਤੇ ਜੇ ਤੁਹਾਡੀ એનર્ਜੀ ਘੱਟ ਆ ਰਹੀ ਉਸ ਆਰਗਨ ਨੂੰ, ਐਗਜ਼ਿਟ ਪੁਆਇੰਟ ਠੀਕ ਹੈ, ਫਿਰ ਉਹ ਡਿਪਲੀਸ਼ਨ ਹੋ ਜਾਂਦੀ ਹੈ। ਉਹ ਅੱਛਾ ਹਾਂਜੀ ਰਿਵਰਸ ਹੋ ਜਾਂਦਾ। ਰਿਵਰਸ ਹੋ ਜਾਂਦੀ ਹੈ ਕਿਉਂਕਿ the organ is not getting enough energy. ਫਿਰ ਕੀ ਹੁੰਦਾ? ਉਹ ਆਰਗਨ ਸ਼ਰਿੰਕ ਹੋ ਜਾਂਦਾ ਹੈ। ਠੀਕ ਵੀਕ ਹੋ ਜਾਂਦਾ ਹੈ ਆਰਗਨ। ਹਾਂਜੀ ਸੋ ਕਈਆਂ ਦਾ ਥਾਇਰੋਇਡ ਜਿਹੜਾ ਹੈ ਉਹ ਦੂਸਰੇ ਪਾਸੇ ਨੂੰ ਵੀ ਚਲੇ ਜਾਂਦਾ ਹੈ। ਮੋਸਟਲੀ ਤਾਂ ਇਦਾਂ ਹੀ ਹੁੰਦੀ ਆ। ਮੋਸਟਲੀ ਲੋਕਾਂ ਦਾ ਥਾਇਰੋਕਸਿਨ ਘਟ ਜਾਂਦਾ ਹੈ, ਰਾਈਟ, ਵੀਕ ਹੋ ਜਾਂਦਾ ਆਰਗਨ, ਉਹ ਇਨਫ ਥਾਇਰੋਕਸਿਨ ਨਹੀਂ ਪ੍ਰੋਡਿਊਸ ਕਰਦਾ, ਤੇ ਫਿਰ ਉਹ ਥਾਇਰੋਕਸਿਨ ਟੈਬਲੇਟ ਦੇਣੀ ਪੈਂਦੀ ਉਹਨਾਂ ਨੂੰ ਸਪਲੀਮੈਂਟ ਕਰਨ ਲਈ। ਠੀਕ ਹੈ। ਸੋ ਦਿਸ ਇਜ਼ ਹਾਊ ਇਟ ਵਰਕਸ। ਤੇ ਸੋ ਪ੍ਰੋਸਟੇਟ ਗਲੈਂਡ ਜਦੋਂ ਇਹ ਵੱਧ ਜਾਂਦਾ ਆ ਤੇ ਫਿਰ ਬਲੈਡਰ ਤੇ ਪ੍ਰੈਸ਼ਰ ਪੈਂਦਾ ਭਾਜੀ, ਤੇ ਇਦਾਂ ਫਿਰ ਪਿਸ਼ਾਬ ਬਾਰ-ਬਾਰ ਆਉਂਦਾ ਰਹਿੰਦਾ ਆ ਫ੍ਰੀਕੁਐਂਟਲੀ। ਤੇ ਉਹ ਪ੍ਰੈਸ਼ਰ ਨਾਲ ਕਈ ਵਾਰ ਪੇਨ ਵੀ ਹੋ ਸਕਦਾ ਆ, ਤੇ ਇਦਾਂ ਵੀ ਹੋ ਸਕਦਾ ਵੀ ਰਾਤ ਨੂੰ ਕਈ ਵਾਰੀ ਉੱਠਣਾ ਪੈਂਦਾ, ਤੇ ਜਾਂ ਫਿਰ ਉਹ ਬਲੈਡਰ ਪੂਰੀ ਤਰ੍ਹਾਂ ਐਮਟੀ ਨਹੀਂ ਹੁੰਦਾ ਜਦੋਂ ਵੀ ਜਾਂਦੇ ਆ। ਮੈਂ ਉਹਦੀ ਗੱਲ ਕਰਦੇ ਆਪਾਂ ਪਹਿਲੇ ਕਾਲ ਲੈ ਲੈਣੇ ਫਿਰ ਗੱਲ ਕਰਦੇ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ 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 ਭਾਈ ਜੀ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਅਸੀਂ ਲੰਡਨ ਤੋਂ ਬੋਲ ਰਹੇ ਹਾਂ। ਹਾਂਜੀ ਤੁਸੀਂ ਜ਼ਰਾ ਉੱਚੀ ਬੋਲੋਗੇ, ਤੁਹਾਡੀ ਆਵਾਜ਼ ਬੜੀ ਮੱਧਮ ਹੈ ਤੇ ਡਾਕਟਰ ਸਾਹਿਬ ਸੁਣ ਰਹੇ। ਕੀ ਹਾਂਜੀ ਪੁੱਛ ਅਸੀਂ ਲੰਡਨ ਤੋਂ ਬੋਲ ਰਹੇ ਹਾਂ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ। ਹਾਂਜੀ ਉਹ ਹਾਂਜੀ ਬੋਲੋ। ਹਾਂਜੀ ਉਹ ਪੁੱਛਣਾ ਸੀ ਕਿ ਜੈਸਾ ਬੇਬੀ ਹੋਇਆ ਨਾ ਮੇਰਾ, ਤੇ ਉਸ ਤੋਂ ਬਾਅਦ ਨਾ ਸਾਹ ਬੜੀ ਚੜਨ ਲੱਗ ਗਈ, ਸੋ ਇਸ ਬਾਰੇ ਚ ਪੁੱਛਣਾ ਸੀ। ਚਾਈਲਡ ਬਰਥ ਤੋਂ ਬਾਅਦ ਭਾਜੀ ਜ਼ਰਾ ਅੱਛੀ ਤਰ੍ਹਾਂ ਸਮਝਾਇਓ, ਕੁਝ ਪਤਾ ਨਹੀਂ ਲੱਗਿਆ। ਤੁਸੀਂ ਨਾ ਮੈਨੂੰ ਲੱਗਦਾ ਤੁਸੀਂ ਟੀਵੀ ਵੱਲ ਨਾ ਧਿਆਨ ਦਿਵੋ, ਉਹਦਾ ਵੋਲਿਊਮ ਬਿਲਕੁਲ ਘੱਟ ਕਰਕੇ ਸਿੱਧੇ ਡਾਕਟਰ ਨਾਲ ਗੱਲ ਕਰੋ। ਤੇ ਹਾਲੇ ਤੁਹਾਡੇ ਸਵਾਲ ਦਾ ਨਾ ਬਹੁਤ ਕੁਝ ਸਮਝ ਨਹੀਂ ਆਈ, ਜ਼ਰਾ ਖੁੱਲ ਕੇ ਗੱਲ ਕਰੋ ਪਲੀਜ਼। ਹਾਂਜੀ ਜਿਸ ਤਰ੍ਹਾਂ ਨਾ ਬੇਬੀ ਹੋਇਆ ਨਾ ਮੇਰਾ ਆਫਟਰ ਡਿਲੀਵਰੀ, ਤੇ ਉਹਦੇ ਬਾਅਦ ਨਾ ਸਾਹ ਬੜੀ ਚੜਨ ਲੱਗ ਗਈ। ਅੱਛਾ ਅੱਛਾ ਸ਼ੋਰਟ ਬ੍ਰੀਥ ਆਉਂਦੀ ਹੈਗੀ ਬਹੁਤ ਜ਼ਿਆਦਾ। ਹਾਂਜੀ ਭੈਣ ਜੀ ਕਮਜ਼ੋਰੀ ਵੀ ਹੈਗੀ ਆ? ਕਮਜ਼ੋਰੀ ਹਾਂਜੀ ਕਮਜ਼ੋਰੀ ਤਾਂ ਹੈਗੀ। ਹਾਂਜੀ ਹਾਂ ਦੈਟਸ ਰਾਈਟ। ਸੋ ਚਾਈਲਡ ਬਰਥ ਦੇਖੋ ਇਹ ਬੜਾ ਸਟ੍ਰੈਸਫੁਲ ਇਵੈਂਟ ਹੈਗਾ, ਤੇ ਇਹਦੇ ਵਿੱਚ એનર્ਜੀ ਯੂਜ਼ ਅਪ ਬਹੁਤ ਹੋ ਜਾਂਦੀ ਆ। ਹਾਂਜੀ
ਤੇ ਇਸੇ ਕਰਕੇ ਸਾਡੇ ਬਜ਼ੁਰਗ ਤੇ ਜਦੋਂ ਚਾਲੀ ਤੋਂ ਬਾਅਦ ਲੇਡੀ ਨੂੰ ਗਜਾ ਬਣਾ ਕੇ ਦਿੰਦੇ ਹੁੰਦੇ ਸੀ ਨਾ। ਬਿਲਕੁਲ ਹਾਂਜੀ, ਤੇ ਬਦਾਮ ਵਗੈਰਾ। ਦੁਬਾਰਾ ਤੋਂ ਬੋਲ ਸਕਦੇ ਪਲੀਜ਼? ਹਾਂਜੀ, ਤੇ ਉਹਨਾਂ ਨੂੰ ਨਾਲੇ ਕਹਿੰਦੇ ਸੀ ਵੀ ਤੁਸੀਂ ਸਵਾ ਮਹੀਨਾ ਪੂਰਾ ਰੈਸਟ ਕਰਨੀ ਹੈ। ਹਾਂਜੀ ਹਾਂਜੀ, ਪਰ ਫਿਰ ਵੀ ਕਈ ਵਾਰੀ ਲੇਡੀਜ਼ ਉਹਨਾਂ ਦੀ ਪਹਿਲਾਂ ਹੀ ਵਾਈਟੈਲਿਟੀ ਕੁਛ ਵੀਕ ਹੁੰਦੀ ਆ ਹਾਂਜੀ, ਤੇ ਕਮਜ਼ੋਰੀ ਪੈ ਜਾਂਦੀ ਆ। ਤੇ ਸੋ ਤੁਹਾਨੂੰ ਇਸ ਤਰ੍ਹਾਂ ਦੀ ਦਵਾਈ ਚਾਹੀਦੀ ਜਿਹੜੀ ਤੁਹਾਡੀ ਐਨਰਜੀ ਕੁਛ ਅਪ ਕਰੇ, ਤੇ ਹੋ ਸਕਦਾ ਵੀ ਤੁਹਾਡੇ ਹਾਰਮੋਨਸ ਜਿਹੜੇ ਆ ਉਹ ਵੀ ਥੋੜ੍ਹੇ ਜਿਹਾ ਆਊਟ ਆਫ ਬੈਲੈਂਸ ਹੋ ਗਏ ਆ। ਹਾਂਜੀ ਹਾਂਜੀ, ਸੋ ਇਹ ਬੈਲੈਂਸ ਕਰਨ ਜਿਸ ਵਾਸਤੇ ਤਰ੍ਹਾਂ ਮੈਂ ਕੰਮ ਕਰਾਂ ਜਾਂ ਨਾ ਕਰਾਂ ਫਿਰ ਵੀ ਮੈਨੂੰ ਸਾਹ ਚੜੇਗੀ। ਸੋ ਇਹ ਹਾਂਜੀ। ਕੋਈ ਭੈੜੀ ਹਾਂਜੀ, ਤੇ ਨਹੀਂ ਉਹੀ ਹੈ, ਆ। ਮਤਲਬ ਕੋਈ ਡੇਂਜਰ ਤੇ ਨਹੀਂ ਹੁੰਦੀ। ਹਾਂਜੀ, ਉਹੀ ਆ ਭੈਣ ਜੀ, ਤੁਹਾਡੀ ਐਨਰਜੀ ਜਿਹੜੀ ਆ ਉਹ ਡਿਪਲੀਟ ਹੋ ਚੁੱਕੀ ਆ। ਹਾਂਜੀ, ਸੋ ਇਹੀ ਆਪਾਂ ਦੇਖੋ ਕਈ ਕਿੰਨਾ ਗੱਲ ਕਰ ਰਹੇ ਰੈਲੀਵੈਂਟ ਸੀ ਆ, ਨਾ, ਆਪਾਂ ਐਨਰਜੀ ਬਿਲਕੁਲ, ਬੋਡੀ ਬਾਰੇ ਗੱਲ ਕਰ ਰਹੇ ਸਾਰੇ ਹਨਾ। ਉਹ ਵਾਈਟਲ ਐਨਰਜੀ ਡਾਊਨ ਹੋ ਗਈ ਭੈਣ ਜੀ ਦੀ। ਹਾਂਜੀ, ਹਾਂਜੀ। ਹੁਣ ਵਾਈਟਲ ਐਨਰਜੀ ਅਪ ਕਰਨ ਲਈ ਹੋਮਿਓਪੈਥਿਕ ਦਵਾਈ ਉਹਨੂੰ ਸਟਿਮੂਲੇਟ ਕਰੇਗੀ ਤੇ ਹਾਰਮੋਨਸ ਆਪਣੇ ਆਪ ਬੈਲੈਂਸ ਹੋ ਜਾਣਗੇ। ਬੈਲੈਂਸ ਹੋ ਜਾਂਦਾ। That's right. ਭਾਈ ਜੀ ਤੁਹਾਡਾ ਸ਼ੁਕਰਾਨਾ ਕਰਦੇ ਤੁਸੀਂ ਕਾਲ ਕੀਤਾ। ਪਲੀਜ਼ ਪ੍ਰੋਗਰਾਮ ਦੇਖੀ ਜਾਵੋ ਤੇ ਥੋੜਾ ਜਿਹਾ ਤੁਹਾਡੇ ਭਾਜੀ ਡਾਕਟਰ ਸਾਹਿਬ ਨੇ ਥੋੜਾ ਤੁਹਾਨੂੰ ਜਵਾਬ ਦਿੱਤਾ, ਲੇਕਿਨ ਬਾਅਦ ਸ਼ੋਅ ਦੇ ਵਿੱਚ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰ ਸਕਦੇ, ਤੁਸੀਂ ਆਪਣੇ ਸਮਝਾ ਕੇ ਗੱਲਬਾਤ ਕਰ ਸਕਦੇ ਹੋ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਸੀਂ ਕਾਲ ਕਰਨ ਦਾ। ਕੀਪ ਵਾਚਿੰਗ, ਪ੍ਰੋਗਰਾਮ ਦੇਖਦੇ ਰਹੋ ਔਰ ਤੁਹਾਡਾ ਪੱਕਾ ਡਾਕਟਰ ਦੇ ਸਾਹਿਬ ਨਾਲ ਬਾਅਦ ਵਿੱਚ ਸ਼ੋਅ ਤੋਂ ਗੱਲ ਕਰਾਵਾਂਗੇ। ਥੈਂਕ ਯੂ ਜੀ। ਜੀ ਡਾਕਟਰ ਸਾਹਿਬ। ਹਾਂਜੀ, ਸੋ ਖਾਸ ਕਰਕੇ ਇਦਾਂ ਦੇ ਇਨਸੀਡੈਂਟ ਹੁੰਦੇ ਜਦੋਂ ਪਿਊਬਰਟੀ ਹੁੰਦੀ ਆ, ਉਦੋਂ ਚੇਂਜਸ ਆਉਂਦੇ ਬਹੁਤ ਬਾਡੀ ਵਿੱਚ। ਚਾਈਲਡ ਬਰਥ ਹੁੰਦਾ ਆ ਤੇ ਮੈਨੋਪੌਜ਼ ਹੁੰਦਾ ਆ। ਇਹ ਬੜੀ ਸਟ੍ਰੈਸਫੁਲ ਹੈਗੇ ਨਾ। ਹਾਂਜੀ, ਥੀਸ ਆਰ ਸਟ੍ਰੈਸਫੁਲ ਇਵੈਂਟਸ ਤੇ ਤੁਹਾਡੀ ਬਾਡੀ ਅੰਡਰਗੋਜ਼ ਲੋਟ ਆਫ ਚੇਂਜਸ ਤੇ ਉਸ ਵੇਲੇ ਫਿਰ ਤੁਹਾਡਾ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਆ। ਹਾਂਜੀ, ਤੇ ਐਨਰਜੀ ਡਾਊਨ ਹੋ ਜਾਂਦੀ ਆ। ਸੋ ਦਿਸ ਇਜ਼ ਵੈਰੀ ਰੈਲੀਵੈਂਟ ਕੇਸ। ਹਾਂਜੀ ਭਾਜੀ ਮੈਨੂੰ ਤੁਸੀਂ ਅੱਜ ਜਿਹੜੇ ਗੱਲਾਂ ਕਰਦੇ ਇੰਗਲੈਂਡ 'ਚ ਕਿਤੇ ਉਹਦੀ ਕਿਤੇ ਭੈਣ ਜੀ ਦਾ ਫੋਨ ਆਇਆ, ਇਹ ਰੱਬ ਨੇ ਸਾਡੇ ਸੋਹਣੇ ਰੱਬ ਨੇ ਇੰਨੀ ਜ਼ਬਰਦਸਤ ਜਿਸਮ ਬਣਾਇਆ, ਲੇਕਿਨ ਸਾਹਮਣਾ ਥੋੜਾ ਮੁਸ਼ਕਲ ਹੈ। ਹਾਂਜੀ ਹਾਂਜੀ, ਹੈਂ? ਸਮਝਣਾ ਸਾਡਾ ਧਿਆਨ ਨਹੀਂ ਉਧਰ ਨੂੰ ਹੈਗਾ ਨਾ। ਅਸੀਂ ਦੁਨਿਆਵੀ ਚੀਜ਼ਾਂ ਵਿੱਚ ਫਸੇ ਆ, ਹਰ ਵੇਲੇ ਅਸੀਂ ਕੰਮ ਬਾਰੇ ਸੋਚੀ ਜਾਂਦੇ ਆ। ਹਾਂਜੀ, ਤੇ ਇੱਧਰ ਆਪਾਂ ਐਨਰਜੀ ਸਿਸਟਮ ਬਾਰੇ ਕੁਝ ਧਿਆਨ ਨਹੀਂ ਦਿੰਦੇ। ਬਿਲਕੁਲ ਨਹੀਂ ਧਿਆਨ ਹਾਂ, ਦਿੰਦੇ, ਬਿਲਕੁਲ ਹੈ ਹੀ ਨਹੀਂ ਨਹੀਂ ਧਿਆਨ ਤਾਂ ਜੇ ਆਪਾਂ ਖੋਜ ਕਰੀਏ ਸਭ ਕੁਝ ਹੈਗਾ, ਅਸੀਂ ਲੱਭ ਸਕਦੇ ਆ। ਹਾਂਜੀ, ਤੇ ਮੈਂ ਐਕਚੁਅਲੀ ਆਪਣੇ ਆਪ ਨੂੰ ਬੜਾ ਖੁਦ ਕਿਸਮਤ ਵਾਲਾ ਸਮਝਦਾ ਵੀ ਮੈਨੂੰ ਇੱਕ ਮਹਾਪੁਰਸ਼ ਮਿਲਿਆ ਸੀ, ਮਾਸਟਰ ਚੋਕ ਓਕਸੋਈ, ਤੇ ਉਹ ਪੁਰਾਣੀ ਹੀਲਿੰਗ ਦਾ ਸਿਸਟਮ ਉਹਨੇ ਸਾਰਾ ਮੈਨੂੰ ਸਿਖਾਇਆ। ਤੇ ਮੈਨੂੰ ਇਹ ਸਮਝ ਆਈ ਵੀ ਇਹ ਕਿੱਦਾਂ ਐਨਰਜੀ ਸਿਸਟਮ ਕੰਮ ਕਰਦਾ ਹੈ ਤੇ ਹਾਊ ਇਟਸ ਰੈਲੀਵੈਂਟ ਟੂ ਹੋਮਿਓਪੈਥੀ। ਸੋ ਹੋਮਿਓਪੈਥੀ ਤਾਂ ਮੈਂ ਪਹਿਲੇ ਕੀਤੀ ਹੋਈ ਸੀ, ਪਰ ਉਹ ਫਿਰ ਮੈਨੂੰ ਜ਼ਿਆਦਾ ਸਮਝ ਆ ਗਈ ਵੀ ਐਕਚੁਅਲੀ ਹੋਮਿਓਪੈਥੀ ਦਵਾਈ ਕਿੱਦਾਂ ਕੰਮ ਕਰਦੀ ਹੈ। ਬਿਲਕੁਲ, ਮੈਨੂੰ ਤਾਂ ਕਾਲ ਹੈਗਾ ਆਪਾਂ ਪਹਿਲਾਂ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲਦੇ ਹੋ ਤੇ ਕੌਣ ਬੋਲਦੇ ਹੋ ਜੀ? ਮੈਂ ਸਲੋ ਤੋਂ ਬੋਲ ਰਹੀ ਹਾਂ। ਹਾਂਜੀ, ਸਵਾਗਤ ਕਰਦੇ ਹਾਂ। ਜਰਾ ਉੱਚੀ ਬੋਲਿਓ, ਅੱਜ ਹਾਂਜੀ, ਪਤਾ ਨਹੀਂ ਹਾਂਜੀ, ਆਵਾਜ਼ ਸ਼ੁਕਰ ਸਾਰਿਆਂ ਦੀ ਜੀ। ਬੜੀ ਸਲੋ ਆ ਰਹੀ ਹੈ, ਕੀ ਗੱਲ ਹੈ? ਤੇ ਡਾਕਟਰ ਜੀ ਸੁਣਨੇ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਹੈਲੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਮੈਨੂੰ ਨਾ ਹਾਰਟ ਦੀ ਪ੍ਰੋਬਲਮ ਆ, ਪਾਲਪੀਟੇਸ਼ਨ ਹੁੰਦੀ ਆ ਨਾ, ਬਹੁਤ ਹਾਰਟ ਤੇਜ਼ ਚੱਲਣ ਲੱਗ ਪੈਂਦਾ ਹੈ। ਹਾਂਜੀ ਭੈਣ ਜੀ, ਇਹ ਮੈਨੋਪੌਜ਼ ਦਾ ਉਦੋਂ ਦਾ ਹੁੰਦਾ ਜੀ? ਇਹ ਨਹੀਂ ਜੀ, ਮੈਨੂੰ ਨਾ ਪਹਿਲਾਂ 2017 ਦੇ ਵਿੱਚ ਸਟ੍ਰੋਕ ਦਾ ਅਟੈਕ ਆਇਆ ਸੀਗਾ, ਪਰ ਇਹ ਪਹਿਲਾਂ ਹੀ ਸ਼ੁਰੂ ਸੀ। ਪਹਿਲਾਂ ਮੈਂ ਦਵਾਈ ਖਾਂਦੀ ਸੀ ਡਾਕਟਰ ਤੋਂ ਹਾਂਜੀ ਹਾਂਜੀ ਹਾਰਟ ਦੀ ਨਾ। ਹਾਂਜੀ, ਹਾਂਜੀ, ਤੇ ਕੋਈ ਵਜ੍ਹਾ ਇਹਦੀ ਸਟਾਰਟ ਹੋਣ ਵਜ੍ਹਾ ਦੀ? ਤਾਂ ਕੋਈ ਨਹੀਂ, ਉਹ ਕੋਈ ਨਹੀਂ ਕੁਝ ਵੀ ਦੱਸਦਾ ਹੈਗਾ। ਠੀਕ ਹੈ ਜੀ। ਸੋ ਪੈਲਪੀਟੇਸ਼ਨ ਜਦੋਂ ਹੁੰਦੀ ਆ ਤੇ ਇਹ ਇਦਾਂ ਵੀ ਹੋ ਜਾਂਦੀ ਭੈਣ ਜੀ ਵੀ ਗਰਮ ਚੀਜ਼ਾਂ ਜਦੋਂ ਖਾਣੀਆਂ ਹਨ ਉਹਨਾਂ ਨਾਲ ਵੀ ਹੋ ਜਾਂਦੀ ਆ, ਗਰਮੈਸ਼ ਨਾਲ ਵੀ ਹੋ ਜਾਂਦੀ ਕਈ ਵਾਰੀ। ਡਾਕਟਰ ਮੈਨੋਪੌਜ਼ ਸਾਹਿਬ ਮੈਨੂੰ ਗਰਮ ਚੀਜ਼ ਤਾਂ ਬਿਲਕੁਲ ਨਹੀਂ ਹਜਮ ਹੁੰਦੀ ਹੈ, ਹਾਂ। ਹੁਣ ਮੈਂ ਕੋਈ ਖਾਂਦੀ ਨਹੀਂ ਹੈਗੀ, ਹਾਂਜੀ ਠੰਡੀਆਂ ਹਾਂਜੀ, ਚੀਜ਼ਾਂ ਖਾਂਦੀ ਆ। ਦੈਟਸ ਰਾਈਟ। ਸੋ ਪੈਲਪੀਟੇਸ਼ਨ ਇਹਦੇ ਨਾਲ ਵੀ ਹੋ ਜਾਂਦੀ ਹੈ ਕਈ ਵਾਰੀ। ਮੈਨੋਪੌਜ਼ ਜਦੋਂ ਸ਼ੁਰੂ ਹੁੰਦਾ ਆ ਹਾਰਮੋਨਸ ਨਾਲ ਵੀ ਹੋ ਜਾਂਦੀ ਆ, ਤੇ ਕਈ ਵਾਰੀ ਇਦਾਂ ਹੀ ਵੀ ਹਾਰਟ ਜਿਹੜਾ ਉਹ ਸਹੀ ਨਹੀਂ ਫੰਕਸ਼ਨ ਕਰ ਰਿਹਾ ਤਾਂ ਵੀ ਹੋ ਜਾਂਦੀ ਆ। ਹਾਂਜੀ ਹਾਂਜੀ ਹਾਂਜੀ, ਫਿਰ ਡਾਕਟਰ ਸਾਹਿਬ ਕੀ ਕੀਤਾ ਜਾ ਸਕਦਾ ਹੈ? ਤਾਂ ਵੈਸੇ ਮੈਂ ਹਸਪੀਟਲ ਤੋਂ ਦਵਾਈ ਖਾਂਦੀ ਆ ਨਾ। ਹਾਂਜੀ, ਕੋਈ ਨਹੀਂ, ਤੁਸੀਂ ਦਵਾਈ ਆਪਣੀ ਖਾਈ ਜਾਣੀ, ਛੱਡਣੀ ਨਹੀਂ। ਤੇ ਅਸੀਂ ਫਿਰ ਸ਼ੋਅ ਤੋਂ ਬਾਅਦ ਫਿਰ ਤੁਹਾਨੂੰ ਫੋਨ ਕਰਾਂਗੇ ਤੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਹਾਡੀ ਹੈਲਪ ਕਰਾਂਗੇ। ਠੀਕ ਹੈ ਜੀ? ਓਕੇ ਜੀ, ਥੈਂਕ ਯੂ ਭਾਜੀ ਤੁਹਾਡਾ ਕਾਲ ਕਰਨ ਦਾ। ਮੈਂ ਹਮੇਸ਼ਾ ਕਹਿੰਦਾ ਜਦੋਂ ਤੁਸੀਂ ਕਾਲ ਰੱਖ ਕੇ ਸ਼ੋਅ ਆਪਣਾ ਦੇਖਦਾ ਰਹੋ। ਕਈ ਦਫਾ ਜਿਹੜਾ ਟੌਪਿਕ ਹੁੰਦਾ ਸੀ ਉਹਦੇ ਬਾਰੇ ਵੀ ਥੋੜੀ ਗੱਲ ਜਾਰੀ ਰੱਖਦੇ ਆ, ਤੇ ਬਾਅਦ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਸ਼ੋਅ ਤੋਂ ਬਾਅਦ ਡਾਕਟਰ ਸਾਹਿਬ ਤੁਹਾਨੂੰ ਕਾਲ ਕਰਕੇ ਤੁਸੀਂ ਫਿਰ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਜੀ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਇਸੇ ਤਰ੍ਹਾਂ ਅਕਾਲ ਚੈਨਲ ਦੇ ਜਿਹੜੇ ਸ਼ੋਅ ਆਉਂਦੇ ਤੁਸੀਂ ਉਹਨਾਂ ਨੂੰ ਸਪੋਰਟ ਕਰਿਆ ਕਰੋ, ਦੇਖਿਆ ਕਰੋ ਹਮੇਸ਼ਾ ਜੀ। ਡਾਕਟਰ ਸਾਹਿਬ। ਹਾਂਜੀ, ਸੋ ਆਪਾਂ ਕਿੱਥੇ ਪਹੁੰਚੇ ਸੀ? ਪ੍ਰੋਸਟੇਟ ਬਾਰੇ। ਆਪਾਂ ਹਾਂ ਪਰਸਨ ਬਾਰੇ ਹਾਂ। ਹਾਂਜੀ, ਸੋ ਜਿੱਦਾਂ ਪਿਆ ਕਿ ਅੱਛਾ ਪ੍ਰੋਸਟੇਟ ਦੇ ਸਿੰਪਟਮ ਤਾਂ ਤੁਹਾਨੂੰ ਦੱਸੇ ਦਿੱਤੇ ਆ ਵੀ ਉਹ ਫ੍ਰੀਕੁਐਂਟ ਯੂਰੀਨੇਸ਼ਨ ਹੁੰਦਾ ਰਹਿੰਦਾ, ਰਾਤ ਨੂੰ ਵੀ ਉੱਠਣਾ ਪੈਂਦਾ ਆ, ਤੇ ਕਈ ਵਾਰ ਇਦਾਂ ਫੀਲਿੰਗ ਆਉਂਦਾ ਬਲੈਡਰ ਪੂਰਾ ਐਮਪਟੀ ਨਹੀਂ ਹੁੰਦਾ ਹੈਗਾ।
ਸੋ ਇਦਾਂ ਬੜੀ ਤਕਲੀਫ ਹੁੰਦੀ ਕਿਉਂਕਿ ਨੀਂਦ ਵੀ ਖਰਾਬ ਹੋ ਜਾਂਦੀ ਆ। ਨੀਂਦ ਖਰਾਬ ਦੇ ਨਾਲ ਫਿਰ ਟਾਇਰਡ ਬੰਦਾ ਫੀਲ ਕਰਦਾ ਸਾਰੇ ਦਿਨ, ਤੇ ਫਿਰ ਇਰੀਟੇਬਲ ਜਿਹਾ ਵੀ ਫੀਲ ਕਰਨਾ ਪੈਂਦਾ। ਹਾਂਜੀ, ਤੇ ਇਹਦੇ ਲਈ ਫਿਰ ਜਿਹੜਾ ਐਲੋਪੈਥਿਕ ਸਿਸਟਮ ਆ ਉਹ ਇੱਕ ਦਵਾਈ ਦਿੰਦੇ ਕਿ ਉਹਨੂੰ ਨਾਂ ਹੈਗਾ ਫਿਨੈਸਟਰਾਇਡ। ਤੇ ਫਿਨੈਸਟਰਾਇਡ ਜਿਹੜਾ ਉਹ ਕੁਝ ਥੋੜ੍ਹਾ ਜਿਹਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਉਹਨੂੰ ਬਲੌਕ ਕਰਦਾ ਹੈ। ਤੇ ਪਰ ਇਹਦਾ ਸਾਈਡ ਇਫੈਕਟ ਬੜਾ ਭੈੜਾ ਹੈ। ਇੱਕ ਹੁੰਦੀ ਟੈਮਸੂਲੋਸਿਨ ਦਵਾਈ, ਤੇ ਟੈਮਸੂਲੋਸਿਨ ਜਿਹੜੀ ਆ ਉਹ ਜਿਹੜੇ ਮਸਲ ਆ ਬਲੈਡਰ ਦੇ ਜਾਂ ਪ੍ਰੋਸਟੇਟ ਗਲੈਂਡ ਦੇ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੈਕਸ ਕਰਦੀ ਹੈ। ਪਰ ਇਹਨਾਂ ਦਵਾਈਆਂ ਦਾ ਪੂਰਾ ਅਸਰ ਨਹੀਂ ਹੁੰਦਾ, ਕੋਈ ਖਾਸ ਇੰਪਰੂਵਮੈਂਟ ਨਹੀਂ ਹੁੰਦਾ ਪ੍ਰੋਸਟੇਟ ਗਲੈਂਡ ਤੇ। ਪਰ ਇਹ ਲਾ ਦਿੰਦੇ ਵੀ ਤੁਸੀਂ ਲਗਾਤਾਰ ਹਰ ਰੋਜ਼ ਖਾਣੀ ਆ। ਤੇ ਇਹਨਾਂ ਦਾ ਬੜਾ ਜਿਹੜਾ ਭੈੜਾ ਸਾਈਡ ਇਫੈਕਟ ਹੈਗਾ ਵੀ ਇੰਪੋਟੈਂਸ ਹੋ ਜਾਂਦੀ ਹੈ ਤੇ ਬੰਦਾ ਜਿਹੜਾ ਨਮਰਦ ਬਣ ਜਾਂਦਾ। ਸੋ ਇਟਸ ਅ ਵੈਰੀ ਹੌਰੀਬਲ ਸਿੰਪਟਮ। ਕਾਫੀ ਸਾਈਡ ਇਫੈਕਟ ਹੈਗੇ ਨੇ, ਬਹੁਤ ਸਾਈਡ ਇਫੈਕਟ ਹੈਗੇ ਇਹਦੇ। ਭਾਜੀ ਥੈਂਕ ਯੂ, ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਜਾ ਰਿਹਾ। ਦੇਖੋ ਬੜੀ ਕੋਸ਼ਿਸ਼ ਕਰ, ਕੁਇਕਲੀ ਰਿਪੀਟ ਕਰ ਦੇਣਾ 0121 551 1001 ਤੇ ਕਾਲ ਕਰੋ। ਲਾਈਨਸ ਆਰ ਕੁਆਇਟ ਬਿਜ਼ੀ, ਕੀਪ ਕਾਲਿੰਗ। ਡਾਕਟਰ ਸਾਹਿਬ ਪੱਕਾ 100% ਤੁਹਾਨੂੰ ਰਿਟਰਨ ਕਰਨਗੇ ਤੁਹਾਡਾ ਕਾਲ, ਫਿਰ ਤੁਸੀਂ ਆਪਣੀ 1-to-1 ਗੱਲ ਕਰ ਸਕਦੇ ਹੋ। ਸੋ ਜਿੱਦਾਂ ਮੈਂ ਕਿਹਾ ਕਿ ਇੱਥੇ ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਸਟੇ ਟਿਊਨਡ। ਸਤਿ ਸ਼੍ਰੀ ਅਕਾਲ ਜੀ। बोले सोने हाल सास भी अकाल। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਮੈਂ ਨਾਮ ਡਾਕਟਰ ਰਾਜ। ਅਸੀਂ ਹੋਮਿਓਪੈਥੀ ਦੀ ਗੱਲਾਂ ਕਰਦੇ, ਕਾਫੀ ਬਿਮਾਰੀ ਹਰ ਤਰ੍ਹਾਂ ਦੀਆਂ। ਸਾਨੂੰ ਫੋਨ ਕਾਲ ਵੀ ਆਈ, ਉਹਨਾਂ ਬਾਰੇ ਵੀ ਥੋੜੀ ਬਹੁਤੀ ਗੱਲ ਕੀਤੀ ਹੈ। ਪਲੀਜ਼ ਕੀਪ ਕਾਲਿੰਗ, ਲਾਈਨਸ ਆਰ ਕੁਆਇਟ ਬਿਜ਼ੀ। ਮੈਂ ਇੱਕ ਦਫਾ ਨੰਬਰ ਫਿਰ ਰਿਪੀਟ ਕਰ ਦੇਣਾ ਕਿਉਂਕਿ ਲੋਕੀ ਬੜਾ ਬੇਸ਼ੱਕ ਸਕਰੀਨ ਉੱਪਰ ਹੈਗਾ। ਸਮਟਾਈਮ ਪੀਪਲ ਵਾਂਟ ਟੂ ਹੇਅਰ ਮੀ ਕਿ ਮੈਂ ਨੰਬਰ ਰਿਪੀਟ ਕਰਾਂ, ਵਿਚ ਇਜ਼ 0121 551 1001 ਤੇ ਕਾਲ ਕਰੋ। ਪਲੀਜ਼ ਕੀਪ ਕਾਲਿੰਗ, ਲਾਈਨਸ ਆਰ ਕੁਆਇਟ ਬਿਜ਼ੀ। ਤੇ ਡਾਕਟਰ ਸਾਹਿਬ ਪੱਕਾ ਤੁਹਾਨੂੰ ਤੁਹਾਡਾ ਕਾਲ ਰਿਟਰਨ ਕਰਨਗੇ। ਥੈਂਕ ਯੂ ਜੀ। ਮੈਨੂੰ ਲੱਗਦਾ ਸ਼ਾਇਦ ਇੱਕ ਕਾਲ ਹੈਗਾ। ਹੈਲੋ, ਹਾਂ, ਤੇ ਮੈਨੂੰ ਲੱਗਦਾ ਸ਼ਾਇਦ ਲਾਈਨ ਡ੍ਰੌਪ ਹੋ ਗਈ। ਪਲੀਜ਼ ਕਾਲ ਬੈਕ ਅਗੇਨ। ਜੀ ਡਾਕਟਰ ਸਾਹਿਬ, ਅਸੀਂ ਉਹਦੀ ਗੱਲ ਕਰ ਰਹੇ ਸੀ ਅੱਗੇ। ਹਾਂਜੀ। ਇਹ ਹੁਣ ਜਿੱਦਾਂ ਤੁਸੀਂ ਦੱਸਦੇ ਹੋ, ਗਲੈਂਡ ਦੀ ਗੱਲ ਕਰਦੇ ਹੋ, ਟਾਇਰਡ ਦੀ ਗੱਲ ਕਰਦੇ ਹੋ, ਇਹ ਕਿੰਨਾ ਕਨੈਕਟਡ ਹੈਗਾ ਵਿਦ ਸ਼ੌਕ ਦੇ ਨਾਲ, ਤੁਹਾਡਾ ਹਿਊਮਨ ਨੇਚਰ ਦੇ ਨਾਲ? ਅਗਰ ਤੁਸੀਂ ਕੁਆਇਟ ਹੈਗੇ ਹੋ, ਬਹੁਤੇ ਗੱਲਾਂ ਨਹੀਂ ਖੁੱਲ੍ਹ ਕੇ ਕਰਦੇ, ਤੇ ਉਹਦਾ ਵੀ ਨੁਕਸਾਨ ਹੈਗਾ। ਹਾਂਜੀ ਭਾਜੀ, ਇਦਾਂ ਵੀ ਜਿਹੜਾ ਤੁਸੀਂ ਸਟਰੋਂਗ ਇਮੋਸ਼ਨ ਕੋਈ ਫੀਲ ਕਰਦੇ ਅੰਦਰੋਂ, ਤੇ ਉਹਦਾ ਤੁਸੀਂ ਇਦਾਂ ਵੀ ਉਹ ਇਮੋਸ਼ਨ ਨੂੰ ਤੁਸੀਂ ਡਿਸਕਸ ਕਰੋ। ਹਾਂਜੀ, ਜਿਹੜੇ ਤੁਹਾਡੇ ਨੇੜੇ ਫੈਮਿਲੀ ਮੈਂਬਰ ਹੈਗੇ ਆ, ਤੇ ਤੁਸੀਂ ਆਪਣਾ ਇਮੋਸ਼ਨ ਬਾਹਰ ਕੱਢ ਲਓ, ਬੈਟਰ ਆ। ਜੇ ਤੁਸੀਂ ਅੰਦਰ ਘੁੱਟੀ ਜਾਂਦੇ ਆ, ਫਿਰ ਕੋਈ ਨਾ ਕੋਈ ਡਿਸਟਰਬੈਂਸ ਹੋਣਾ ਹੀ ਹੈ ਤੁਹਾਡੇ। ਗੁੱਸਾ ਕਿੱਦਾਂ ਕੱਢ ਲੈਣਾ ਚਾਹੀਦਾ? ਹਾਂਜੀ ਹਾਂਜੀ, ਕੋਈ ਨਾ ਕੋਈ ਡਿਸਟਰਬੈਂਸ ਹੋ ਜਾਂਦਾ ਹੈ, ਤੇ ਫਿਰ ਜਦੋਂ ਡਿਸਟਰਬੈਂਸ ਵੱਧ ਜਾਂਦਾ, ਫਿਰ ਕੋਈ ਨਾ ਕੋਈ ਤੁਹਾਡਾ ਆਰਗਨ ਜਿਹੜਾ ਉਹ ਤੇ ਇਫੈਕਟ ਪੈ ਜਾਂਦਾ ਹੈ। ਹਾਂਜੀ, ਤੇ ਭਾਜੀ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਕੇਸ ਦੇਵਾਂ। ਕੱਲ ਸਾਨੂੰ ਇੰਡੀਆ ਤੋਂ ਫੋਨ ਆਇਆ ਵੀ ਉਹ ਫੈਮਿਲੀ ਦੇ ਵਿੱਚ ਕਰੋਨਾ ਵਾਇਰਸ ਆ ਗਈ, ਤੇ ਤਕਰੀਬਨ ਥੋੜੀ ਪਹਿਲਾਂ ਕਾਲ ਲੈ ਲੈਣੇ ਫਿਰ ਗੱਲ। ਠੀਕ ਹੈ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਜੀ ਹਰਕਮਲ ਸਿੰਘ ਬੋਲਦਾ, ਡਰਬੀ ਤੋਂ ਜੀ। ਬਿਲਕੁਲ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਭਾਜੀ? ਥੈਂਕ ਯੂ, ਤੁਸੀਂ ਕਾਲ ਚੱਲਣਾ ਦੇਖਦੇ ਹੋ। ਡਾਕਟਰ ਸਾਹਿਬ ਸੁਣ ਰਹੇ ਨੇ, ਉਹਨਾਂ ਨੂੰ ਤੁਸੀਂ ਖੁੱਲ੍ਹ ਕੇ ਸਵਾਲ ਪੁੱਛ ਸਕਦੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਭਾਜੀ। ਹਾਂਜੀ ਜੀ, ਮੈਂ ਦੱਸਣਾ ਚਾਹੁੰਦਾ ਸੀ ਜੀ, ਮੈਂ ਡਾਕਟਰ ਸਾਹਿਬ ਉਹਨਾਂ ਤੋਂ ਦਵਾਈ ਲਈ ਸੀ, ਤੇ ਮੈਨੂੰ ਸਕਿਨ ਦੀ ਪ੍ਰੋਬਲਮ ਸੀਗੀ ਕੋਈ 16-17 ਸਾਲ ਤੋਂ। ਤੇ ਮੈਂ ਦਵਾਈ ਲਈ ਨੂੰ 5 ਵੀਕ ਹੋਇਆ, ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਦੇ ਨਾਲ। ਅੱਛਾ, ਹਾਂਜੀ ਹਾਂਜੀ, ਤੇ ਮੇਰੀ ਵਾਈਫ ਨੂੰ ਥੋੜੀ ਜਿਹੀ ਪ੍ਰੋਬਲਮ ਸੀ, ਉਹਨਾਂ ਨੂੰ ਛਿੱਕਾਂ ਬਹੁਤ ਆਉਂਦੀਆਂ ਸੀਗੀਆਂ, ਤਾਂ ਉਹਨਾਂ ਨੇ ਵੀ ਦਵਾਈ ਖਾਧੀ ਸੀ, ਤਾਂ ਉਹਨਾਂ ਨੂੰ ਵੀ ਕਾਫੀ ਇੱਕ ਵੀਕ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ। ਤੇ ਜਿਹੜਾ ਵੀ ਇਹਨਾਂ ਨੇ ਦੱਸੀ ਸੀਗੀ ਤੁਸੀਂ ਜੋ ਵੀ ਸ਼ੂਗਰ ਨਹੀਂ ਖਾਣੀ ਹੈਗੀ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ, ਉਹ ਵੀ ਕਾਫੀ ਕੰਟਰੋਲ ਕੀਤਾ, ਤੇ ਨਹੀਂ ਖਾਧੀਆਂ ਤਾਂ ਉਹਦੇ ਕਰਕੇ ਵੀ ਬਹੁਤ ਫਰਕ ਵਾ। ਅੱਛਾ, ਤੁਸੀਂ ਇਹਨਾਂ ਭਾਜੀ ਡਾਕਟਰ ਰਾਜ ਕੋਲੋਂ ਤੁਸੀਂ ਖਾਣੇ ਪਏ ਹੋ? ਹਾਂਜੀ ਹਾਂਜੀ, ਇਹਨਾਂ ਦੇ ਕੋਲੋਂ ਜੀ। ਕੀ ਬਾਤ ਹੈ ਭਾਜੀ, ਸਾਨੂੰ ਹਾਲੇ 5 ਵੀਕ ਤੱਕ ਸ਼ੁਰੂ ਹੋਇਆ ਸ਼ੋਅ ਕੀਤਾ ਨੂੰ ਹੈ। ਹਾਂਜੀ, 5 ਵੀਕਾਂ 'ਚ ਮੈਂ ਸ਼ੋਅ ਦੇਖਿਆ ਸੀਗਾ, ਤਾਂ ਮੈਂ ਸ਼ੋਅ ਦੇਖ ਕੇ ਫੋਨ ਕੀਤਾ ਸੀਗਾ ਇਹਨਾਂ ਨੂੰ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਬੈਕ ਕਾਲ ਕੀਤੀ ਸੀ, ਤਾਂ ਫਿਰ ਦਵਾਈ ਵੀ ਭੇਜੀ ਸੀ, ਤਾਂ ਉਹਨਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਸੀਗਾ ਇਹਨਾਂ।
ਭਾਜੀ ਦੇਖੋ ਮੈਂ ਹਮੇਸ਼ਾ ਕਹਿੰਦਾ ਬੜੀ ਕਮਾਲ ਦੀ ਗੱਲ ਹੈ, ਅਕਾਲ ਚੈਨਲ ਹਮੇਸ਼ਾ ਇੱਦਾਂ ਦੇ ਪ੍ਰੋਗਰਾਮ ਤਰ੍ਹਾਂ ਦੇ ਐਜੂਕੇਸ਼ਨਲ ਪ੍ਰੋਗਰਾਮ ਲੈ ਕੇ ਆਉਂਦੇ ਨੇ। ਮਕਸਦ ਸਾਡਾ ਇਹੀ ਹੈ ਕਿ ਜਿਹੜੀ ਸਾਡੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ, ਨਾ ਵੀ ਜੁੜੀ ਹੋਈ, ਉਹਨਾਂ ਦਾ ਭਲਾ ਹੋ ਸਕੇ। ਬਹੁਤ ਅੱਛੀ ਨਿਊਜ਼ ਹੈ ਭਾਜੀ, ਕੀ ਕਹਿਣਾ ਚਾਹੁੰਦੇ ਹੋ ਹਾਂਜੀ ਤੁਸੀਂ? ਹਾਂਜੀ, ਬਹੁਤ ਬਹੁਤ ਧੰਨਵਾਦ ਭਾਜੀ ਫੋਨ ਕਰਨ ਦਾ। ਤੇ ਇਦਾਂ ਹੀ ਆ ਵੀ ਜੇ ਸਾਨੂੰ ਇਹਦਾ ਪੋਜ਼ਿਟਿਵ ਫੀਡਬੈਕ ਮਿਲਦੀ ਰਹੇ ਪੇਸ਼ੈਂਟਸ ਬਿਲਕੁਲ, ਤੋਂ, ਪਤਾ ਲੱਗਦਾ ਹਾਂਜੀ, ਰਹਿੰਦਾ ਨਾ ਪਤਾ ਸਭ ਲੱਗਦਾ ਕੁਛ। ਰਹਿੰਦਾ ਹੈ ਵੀ ਇੰਪਰੂਵਮੈਂਟ ਹੋ ਰਹੀ ਆ। ਤੇ ਹੋਰ ਦਰਸ਼ਕ ਵੀ ਸੁਣ ਕੇ ਹਨਾ ਹੌਸਲਾ ਉਹਨਾਂ ਨੂੰ ਹੋ ਸਕਦਾ ਵੀ ਇਲਾਜ ਕਰਾਉਣ ਦਾ। ਤੇ ਇਦਾਂ ਨਹੀਂ ਹੈਗਾ ਵੀ ਲੋਕੀ ਬਿਮਾਰੀਆਂ ਲੈ ਕੇ ਘਰੇ ਬੈਠੇ ਰਹਿਣ, ਇਹਨਾਂ ਹਰੇਕ ਬਿਮਾਰੀ ਦਾ ਇਲਾਜ ਕੋਈ ਨਾ ਕੋਈ ਹੁੰਦਾ ਹੀ ਆ। ਥੈਂਕ ਯੂ ਸਰ, ਥੈਂਕ ਯੂ, Okay, ਬਹੁਤ ਬਹੁਤ ਵਾਹਿਗੁਰੂ ਮਿਹਰਬਾਨੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਭਾਜੀ ਇਦਾਂ ਦਾ ਜਿਹੜੀ ਫੀਡਬੈਕ ਹੈਗੀ ਬੜੀ ਇੰਪੋਰਟੈਂਟ ਹੈਗੀ ਆ। ਬੰਦਾ ਆਪਣਾ ਢੋਲ ਵਜਾਉਂਦਾ ਰਵੇ, ਕੋਈ ਜਵਾਬ ਨਾ ਦੇਵੇ, ਉਹਦਾ ਤਾਂ ਫਾਇਦਾ ਨਹੀਂ ਫਿਰ ਕੋਈ। ਦੈਟਸ ਰਾਈਟ, ਹਾਂਜੀ। ਅਸੀਂ ਤਰ੍ਹਾਂ ਦੇ ਪ੍ਰੋਗਰਾਮ ਤਰ੍ਹਾਂ ਦੇ ਬਿਮਾਰੀਆਂ ਦੀ ਗੱਲਾਂ ਕਰਦੇ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਹਰ ਬੰਦੇ ਨੂੰ ਕੋਈ ਨਾ ਕੋਈ ਤਾਂ ਬਿਮਾਰੀ ਹੈ ਹੀ ਹੈ। ਹੈਗੀ ਹਰੇਕ ਘਰ 'ਚ ਕੋਈ ਨਾ ਕੋਈ ਹਰ ਹੁੰਦਾ, ਕੋਈ ਇੱਕ ਪੱਕੀ ਬਿਮਾਰ ਗੱਲ ਬੰਦਾ ਹੈਗੀ। ਹੈਗਾ ਹੀ ਆ। ਹਾਂਜੀ, ਬੜੀ ਕਿਸਮਤ ਵਾਲਾ ਹੋਏਗਾ ਜਿਹੜੇ ਘਰ ਦੇ ਵਿੱਚ ਸਾਰੇ ਦੇ ਸਾਰੇ ਜੀ ਇੱਕਦਮ ਠੀਕ ਹੋਣ, ਤੰਦਰੁਸਤ ਹੋਣ। ਹਾਂਜੀ ਹਾਂਜੀ ਲੇਕਿਨ ਸਾਡੀ ਤਾਂ ਅਰਦਾਸ ਇਹੀ ਹੁੰਦੀ ਕਿ ਤੁਸੀਂ ਸਭ ਕੁਝ ਠੀਕ ਰਹੋ ਤਾਂ ਕਿ ਤੁਹਾਨੂੰ ਡਾਕਟਰਾਂ ਦੀ ਲੋੜ ਹੀ ਨਾ ਪਵੇ। ਹਾਂਜੀ ਹਾਂਜੀ, ਦੈਟਸ ਰਾਈਟ। ਜਿੰਨਾ ਤੁਸੀਂ ਆਪਣਾ ਹੈਲਥ ਲੁੱਕ ਆਫਟਰ ਪਹਿਲਾਂ ਹੀ ਕਰੋ ਹਨਾ, ਤੇ ਆਪਣਾ ਨੈਚੁਰਲ ਚੀਜ਼ਾਂ ਖਾਓ। ਹਾਂਜੀ, ਜੰਕ ਫੂਡ ਨਾ ਖਾਓ, ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਜੇ ਕੋਈ ਪ੍ਰੋਬਲਮ ਹੈਗਾ ਤਾਂ ਉਹਦਾ ਕੋਈ ਨਾ ਕੋਈ ਹੱਲ ਲੱਭੋ, ਉਹਦਾ ਮੁਕਾਬਲਾ ਕਰੋ ਹਨਾ। ਏਦਾਂ ਨਾਲ ਢੇਰੀ ਢਾਹ ਕੇ ਨਾ ਬਹਿ ਜਾਓ, ਤੇ ਤੁਸੀਂ ਹੈਲਥੀ ਰਹਿ ਸਕਦੇ ਆ। ਪਰ ਮੈਂ ਧੰਨਵਾਦ ਕਰਦਾ ਭਾਜੀ ਦਾ, ਵੀ ਆਪਣਾ ਕੀਮਤੀ ਟਾਈਮ ਕੱਢ ਕੇ ਫੋਨ ਕੀਤਾ, ਉਹ ਦੱਸਿਆ। ਮੈਂ ਸਮਝਿਆ ਨਹੀਂ, ਮੈਨੂੰ ਕਹਿੰਦੇ ਮੈਂ ਖਾਣਾ ਮਿਲ ਗਿਆ, ਕਿਸੇ ਹੋਰ ਦੀ ਦਵਾਈ ਖਾਂਦੇ ਨੇ। ਫਿਰ ਮੈਨੂੰ ਗੱਲਾਂ ਸਮਝੇ ਤੇ 5 ਵੀਕ ਤੇ ਸਾਨੂੰ ਹੋਈ ਸ਼ੁਰੂ ਕੀਤੇ ਨੂੰ ਵਾਲੀ। ਹਾਂਜੀ ਹਾਂਜੀ, ਤੇ ਭਾਜੀ ਬੜੀ ਕਮਾਲ ਦੀ ਗੱਲ ਹੈ ਇਹ। ਮੈਨੂੰ ਲੱਗਦਾ ਜਦੋਂ ਫਰਸਟ ਸ਼ੋਅ ਕੀਤਾ ਸੀ ਦਾ ਸੈਕਿੰਡ, ਹਾਂ, ਉਹਦੇ ਵਿੱਚ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਹੋਣਾ। ਉਦੋਂ ਕਦਾ ਕੀਤਾ ਹੈ। ਹਾਂ। ਤੇ ਇਹ ਜਿੱਦਾਂ ਕਹਿੰਦੇ 16-17 ਸਾਲ ਹੋ ਗਏ ਇਹਨਾਂ ਦੀ ਬਿਮਾਰੀ ਨੂੰ, ਸਭ ਕੁਝ ਟਰਾਈ ਕਰ ਚੁੱਕੇ ਸੀ, ਕੁਝ ਨਾ ਅਸੀਂ ਕੰਮ ਕੀਤਾ। ਤੇ ਪਹਿਲੀ ਪ੍ਰਿਸਕ੍ਰਿਪਸ਼ਨ ਹੋਮਿਓਪੈਥਿਕ ਦੇ ਨਾਲ ਇਹ ਠੀਕ ਹੋਣ ਲੱਗ ਪਏ। ਸੋ ਮੈਂ ਵੀ ਕਈ ਵਾਰ ਸਰਪ੍ਰਾਈਜ਼ ਹੁੰਦਾ ਵੀ ਕਿੰਨੀ ਜਲਦੀ ਹੋਮਿਓਪੈਥਿਕ ਦਵਾਈ ਬਿਮਾਰੀ ਨੂੰ ਫੜ ਲੈਂਦੀ ਹੈ। ਭਾਜੀ ਇੱਕ ਨਾ ਇਹ ਆਪਣੀ ਜਿਹੜਾ ਬੰਦਾ ਕਾਬਲ ਹੈ ਤਾਰੀਫ ਦੇ, ਉਹਦੀ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ, ਅਕਾਲ ਚੱਲ ਤੇ 5 ਵੀਕ ਹੋਏ ਨੇ, ਤੇ 5 ਵੀਕਾਂ ਦੇ ਵਿੱਚ ਉਹਨਾਂ ਦਾ ਇਲਾਜ ਹੋ ਗਿਆ। ਉਹ ਤੰਦਰੁਸਤ ਨੇ, ਹੈਪੀ ਫੀਲ ਕਰਦੇ ਨੇ। ਤੁਸੀਂ ਖੁਦ ਉਹਨਾਂ ਕੋਲੋਂ ਸੁਣਿਆ, ਡਾਰਬੀ ਤੋਂ ਫੋਨ ਆਇਆ ਸੀਗਾ। 16-17 ਸਾਲ ਇੱਕ ਬੰਦੇ ਨੇ ਸਫਰ ਕੀਤਾ ਭਾਜੀ। ਕਿੰਨਾ ਬੰਦੇ ਨੂੰ ਨਾ ਇਹ ਅਨਜਸਟਿਸ ਹੈ ਲਾਈਫ ਦੇ ਵਿੱਚ। ਹਾਂਜੀ, ਦੇਖੋ ਸਕਿਨ ਪ੍ਰੋਬਲਮ ਖਾਸ ਕਰਕੇ ਸਾਰਿਆਂ ਨੂੰ ਦੀਦਾ ਹੈ। ਹਾਂਜੀ, ਸੋ ਐਮਬੈਰਸਮੈਂਟ ਜਿਹਾ ਵੀ ਹੋ ਜਾਂਦਾ ਹੈ। ਫਿਰ ਉੱਤੇ ਖਾਜ ਆਉਂਦੀ ਹੈ ਸਕਿਨ ਤੇ, ਤੁਸੀਂ ਬਹੁਤ ਅਪਸੈਟ ਹੁੰਦੇ ਜਦੋਂ ਖਾਜ ਕਰਨੀ ਪੈਂਦੀ ਪਬਲਿਕ ਵਿੱਚ। ਤੇ ਇਦਾਂ ਦੇ ਪ੍ਰੋਬਲਮ ਦੇਖੋ ਇੰਨਾ ਚਿਰ ਝੱਲਣਾ ਬਹੁਤ ਔਖਾ ਆ। ਤੇ ਸੋ ਇਹ ਲੱਕੀ ਹੈ ਵੀ ਇਹਨਾਂ ਦਾ ਇਲਾਜ ਬਹੁਤ ਜਲਦੀ ਸਹੀ ਹੋਣ ਲੱਗ ਪਿਆ। ਤੇ ਇਦਾਂ ਪਈ ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਕੋਈ ਇੰਨੀ ਜਲਦੀ ਠੀਕ ਹੋ ਜਾਊਗਾ। ਨਹੀਂ, ਸਹੀ ਗੱਲ ਹੈ। ਬੋਡੀ ਤੇ ਡਿਪੈਂਡ ਕਰਦਾ, ਬੋਡੀ ਤੇ ਡਿਪੈਂਡ ਕਰਦਾ, ਬਿਮਾਰੀ ਤੇ ਡਿਪੈਂਡ ਕਰਦਾ ਹੈ। ਕਈਆਂ ਨੂੰ ਬਹੁਤ ਬਿਮਾਰੀਆਂ ਹੁੰਦੀਆਂ, ਉਹ ਜਿਹੜੀਆਂ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਲੌਂਗ ਟਾਈਮ ਦੀਆਂ, ਉਹਨਾਂ ਦੀਆਂ ਗੱਠਾਂ ਬਣ ਜਾਂਦੀਆਂ। ਉਹ ਗੱਠਾਂ ਖੋਲਣ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ। ਸੋ ਇਹ ਵੀ ਮੈਂ ਕਹੂੰਗਾ ਵੀ ਜੇ ਤੁਸੀਂ ਜਲਦੀ ਨਹੀਂ ਠੀਕ ਹੋ ਰਹੇ ਦਵਾਈ ਨਾਲ, ਥੋੜ੍ਹਾ ਜਿਹਾ ਸਬਰ ਕਰੋ। ਵੀ ਹੌਲੀ ਹੌਲੀ ਤੁਹਾਡੇ ਜਿਹੜੀ ਇਹ ਬਿਮਾਰੀਆਂ ਦੀ ਗੱਠਾਂ ਖੁੱਲ ਕੇ ਹੌਲੀ ਤੁਹਾਡੀ ਬੋਡੀ ਆਪਣੇ ਆਪ ਨੂੰ ਠੀਕ ਕਰਨ ਲੱਗ ਪਈ। ਡਾਕਟਰ ਸਾਹਿਬ ਮੈਂ ਥੋੜਾ ਬਿਮਾਰੀ ਤੋਂ ਪਰੇ ਜਾ ਕੇ ਮੈਂ ਗੱਲ ਫੇਰ ਕਰਾਂਗਾ, ਮੀਡੀਆ ਦੀ ਗੱਲ ਕਰਾਂਗਾ। 16-17 ਸਾਲ ਸਾਡੇ ਪਾਸ ਇਹ ਚੀਜ਼ਾਂ ਨਹੀਂ ਸੀਗੀਆਂ, ਅਸੀਂ ਨਹੀਂ ਕਿਸੇ ਪਾਸ ਮੈਸੇਜ ਪਹੁੰਚਾ ਸਕਦੇ ਸੀਗੇ। ਵਰਡ ਟੂ ਮਾਊਥ ਹੁੰਦਾ ਸੀਗਾ, ਬੜੀ ਘੱਟ ਜਾਣ ਪਛਾਣ ਇੱਕ ਦੂਜੇ ਦੇ ਨਾਲ। ਹੁਣ ਦੇਖੋ ਤੁਸੀਂ ਮੀਡੀਆ ਕਰਕੇ ਕਿੰਨੀ ਫਟਾਫਟ ਜ਼ਿੰਦਗੀ ਫਰੋਮ ਵਨ ਟੂ ਦੀ ਅਦਰ ਮੈਸੇਜ ਪਹੁੰਚਦਾ ਹੈ। ਔਰ ਤੁਹਾਡੇ ਮੈਸੇਜ ਦੇ ਨਾਲ ਇੱਦਾਂ ਦੇ ਲੋਕ ਬੈਠੇ ਜਿਹੜਾ ਤੁਹਾਡਾ ਇਲਾਜ ਵੀ ਹੋ ਜਾਂਦਾ ਹੈ। ਭਾਜੀ ਇਹ ਬੜੀ ਵੱਡੀ ਚੀਜ਼ ਹੈ, ਰੱਬ ਦੀ ਦੇਣ ਹੈਗੀ ਹੈ ਕਿ ਦੇਖੋ ਰੱਬ ਨੇ ਤਕਲੀਫਾਂ ਵੀ ਦਿੱਤੀਆਂ, ਨਾਲ ਰਸਤੇ ਵੀ ਕੱਢੇ ਨੇ ਰੱਬ ਨੇ। ਹਾਂਜੀ, ਇਦਾਂ ਹੀ ਹੈ ਭਾਜੀ। ਦੇਖੋ ਬਿਮਾਰੀਆਂ ਵੀ ਪੈਦਾ ਹੈਗੀਆਂ ਹਾਂ, ਤੇ ਉਹਨਾਂ ਦਾ ਇਲਾਜ ਵੀ ਪੈਦਾ ਹੈਗਾ। ਮੈਂ ਤਾਂ ਇਹੀ ਕਹਿਣਾ ਵੀ ਹੋਮਿਓਪੈਥਿਕ ਦਵਾਈ ਜਿਹੜੀ ਆ ਇਹ ਰੱਬ ਦਾ ਦੇਣ ਆ ਇਹ। ਹਾਂਜੀ, ਸਾਡੇ ਤਾਂ ਜੋ ਸਮਝ ਵਿੱਚ ਆਉਂਦਾ ਅਸੀਂ ਉਹ ਸੋਚ ਸਮਝ ਕੇ ਦਵਾਈ ਦੇ ਦੇਦੀ ਆ, ਪਰ ਦੇਣ ਤਾਂ ਇਹ ਰੱਬ ਦਾ ਹੀ ਆ ਇਹ ਜਿਹੜਾ। ਬਿਲਕੁਲ। ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਹਮੇਸ਼ਾ ਕੰਮ ਕਰਦੇ ਆ, ਜਦੋਂ ਵੀ ਤੁਸੀਂ ਇਲਾਜ ਕੁਝ ਵੀ ਕੰਮ ਕਰਨਾ ਨਾ, ਜਿਹੜੀ ਪੋਜ਼ਿਟਿਵ ਥਿੰਕਿੰਗ ਹੈਗੀ ਨਾ, ਇਹ ਤੁਹਾਡੀ ਗੱਲ ਨਹੀਂ, ਮੇਰੇ ਦਿਮਾਗ 'ਚ ਪਹਿਲਾਂ ਵੀ ਸੀਗੀ ਨਾ। ਤੁਸੀਂ ਆਪਣੇ ਦਿਮਾਗ 'ਚ ਕਿਤੇ ਨੂੰ ਮਿਲਣ ਵੀ ਜਾਂਦੇ ਹੋ, ਤੁਸੀਂ ਕੋਈ ਮੀਟਿੰਗ ਤੇ ਜਾਂਦੇ ਹੋ, ਤੁਸੀਂ ਕਹੋ ਕਿ ਮੈਂ ਜਿੱਤ ਕੇ ਆਵਾਂਗਾ। ਹਾਂਜੀ, ਆਪਣੇ ਦਿਮਾਗ 'ਚ ਤੁਸੀਂ ਉਹ ਜਾਓ। ਹਾਂ, ਮੇਕਸ ਅ ਲੋਟ ਆਫ ਡਿਫਰੈਂਸ। ਹਾਂ, ਮੇਕਸ ਅ ਡਿਫਰੈਂਸ ਕਿ ਤੁਸੀਂ ਪੋਜ਼ਿਟਿਵ ਥਿੰਕਿੰਗ ਕਰਦੇ ਹੋ, ਤੁਹਾਡੀ ਸਾਰੀ ਪੋਜ਼ਿਟਿਵ ਫੀਡਬੈਕ ਜਾਂਦੀ ਤੁਹਾਡੇ ਜਿਸਮ ਦੇ ਅੰਦਰ, ਤੇ ਉਹਦਾ ਨੁਕਸਾਨ ਤਾਂ ਕੋਈ ਨਹੀਂ ਹੈਗਾ। ਨੁਕਸਾਨ ਕੋਈ ਵੀ ਨਹੀਂ ਹੈ, ਪਰ ਕੁਦਰਤੀ ਆ ਭਾਜੀ। ਕਈਆਂ ਨੂੰ ਇਦਾਂ ਦੀ ਬਿਮਾਰੀਆਂ ਲੱਗਦੀਆਂ, ਉਹ ਢੇਰੀ ਢਾ ਲੈਂਦੇ ਆ ਹਨਾ, ਨੈਗੇਟਿਵ ਚੱਲ ਜਾਂਦੇ ਆ। ਤੇ ਕਈ ਵੀ ਤਾਂ ਇਦਾਂ ਹੀ ਕਹਿੰਦੇ ਹੁੰਦੇ ਵੀ ਮੈਂ ਤਾਂ ਠੀਕ ਹੋਣਾ ਹੀ ਨਹੀਂਗਾ, ਪਰ ਚੱਲ ਮੈਨੂੰ ਹੁਣ ਕੋਈ ਲੈ ਆਇਆ, ਮੈਂ ਚਲੋ ਇਲਾਜ ਕਰਾ ਕੇ ਦੇਖ ਲੈਣਾ। ਸੋ ਬਹੁਤ ਜ਼ਿਆਦਾ ਹੀ ਡਿਪਰੈਸ਼ਨ ਵਿੱਚ ਚਲ ਜਾਂਦੇ ਲੋਕੀ ਕਈ।
ਪਰ ਜੀ ਕਈ ਦਫਾ ਮੈਂ ਥੋੜੇ ਬਾਹਰੋਂ ਨਹੀਂ ਜਾਂਦਾ ਸਬਜੈਕਟ ਦੇ ਵਿੱਚ ਇਹਦੇ ਵਿੱਚ ਇੱਕ ਗੱਲ ਹੈਗੀ ਹੈ ਅਬਸੀ ਸਮ ਫਰੈਂਡਸ ਗੋਨ ਇਨ ਦੀ ਆਈਸੀਯੂ ਯੂਨਿਟ ਦੇ ਵਿੱਚ ਜੇ ਉਹ ਕੋਮੇ 'ਚ ਵੀ ਚਲੇ ਜਾਂਦੇ ਨੇ ਨਾ ਤੇ ਡਾਕਟਰ ਕੀ ਕਹਿੰਦਾ ਪਿਆ ਡਾਕਟਰ ਕਹਿੰਦਾ ਕਿ ਇਹਨੇ ਗਿਵ ਅਪ ਕਰ ਦਿੱਤਾ ਹੋਇਆ ਉਹ ਫਾਈਟ ਨਹੀਂ ਕਰ ਰਿਹਾ That's right. ਕਈ ਦਫਾ ਕਹਿੰਦਾ ਕਿ ਇਹ ਬੰਦਾ ਜੀਣਾ ਚਾਹੁੰਦਾ ਇਹ ਫਾਈਟ ਕਰ ਰਿਹਾ ਦੈਟਸ ਰਾਈਟ। ਦੇਖੋ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇੱਕ ਬੰਦਾ ਕੋਮੇ 'ਚ ਪਏ ਵੀ ਉਹਨੂੰ ਆਈਸੀਯੂ ਯੂਨਿਟ ਕੰਸਲਟੈਂਟ ਨੂੰ ਪਤਾ ਲੱਗ ਜਾਂਦਾ ਕਿ ਇਹ ਜੀਣਾ ਚਾਹੁੰਦਾ ਕਿ ਨਹੀਂ ਜੀਣਾ ਚਾਹੁੰਦਾ। ਹਾਂਜੀ, ਐਂਡ ਇਟ ਮੇਕਸ ਅ ਡਿਫਰੈਂਸ। Of course it ਜਿਹੜੇ does. ਫਾਈਟ ਕਰਦੇ ਆ ਉਹ ਬਚ ਜਾਂਦੇ, ਜਿਹੜੇ ਨਹੀਂ ਫਾਈਟ ਕਰਦੇ ਉਹ ਚਲੇ ਜਾਂਦੇ ਆ। ਸੋ ਇਟ ਡਸ ਮੇਕ ਅ ਡਿਫਰੈਂਸ। ਪਰ ਡਾਕਟਰ ਸਾਹਿਬ ਅਸੀਂ ਉਹਨਾਂ ਬਿਮਾਰੀਆਂ ਦੀ ਗੱਲਾਂ ਕਰਦੇ ਸੀ ਆਪਾਂ ਉਹਦੇ ਤੇ ਗੱਲ ਕਰਾਂਗੇ ਬਹੁਤੀ ਬਾਹਰ ਨਹੀਂ ਜਾਂਦੇ। ਇਹ ਇੱਕ ਮੈਨੂੰ ਜ਼ਰਾ ਹੁਣ ਫੀਲ ਹੁੰਦਾ ਹੈ ਕਿ ਕਈ ਬੰਦੇ ਜ਼ਰਾ ਕੁਆਇਟ ਨੇਚਰ ਦੇ ਹੁੰਦੇ ਨੇ ਸੋਬਰ ਨੇਚਰ ਦੇ ਹੁੰਦੇ ਨੇ ਬੜੇ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਹੁੰਦੇ ਨੇ ਬੰਦਾ ਕਹਿੰਦਾ ਬੜਾ ਸ਼ਾਂਤ ਬੰਦਾ ਹੈ ਉਹ ਵੀ ਤੇ ਨੁਕਸਾਨ ਹੈ। ਨਹੀਂ ਚਲੋ ਨੁਕਸਾਨ ਤਾਂ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਹੈ ਨਾ, ਆਪਣੀ ਆਪਣੀ ਨੇਚਰ ਹੁੰਦੀ ਆ ਤੇ ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ ਹੋਮਿਓਪੈਥੀ ਦੇ ਕਿਉਂਕਿ ਅਸੀਂ ਨੇਚਰ ਤੇ ਵੀ ਦਵਾਈ ਦੇ ਸਕਦੇ ਆ। ਜਿੱਦਾਂ ਹੁਣ ਕੋਈ ਹੁੰਦੇ ਆ ਵੀ ਉਹ ਬਹੁਤ ਖੁਸ਼ ਤਬੀਅਤ ਦੇ ਹਰ ਵੇਲੇ ਹੁੰਦੇ ਆ, ਦੇ ਲਾਈਕ ਟੂ ਇੰਜੋਏ ਅ ਲੋਟ ਹਨਾ, ਤੇ ਉਹ ਵੀ ਇੱਕ ਤਰ੍ਹਾਂ ਦਾ ਪਰਸਨੈਲਿਟੀ ਆ। ਤੇ ਜਿਹੜਾ ਹੈਗਾ ਬੰਦਾ ਖਾਸ ਕਰਕੇ ਕੁਆਇਟ ਰਹਿਣ ਵਾਲਾ ਉਹ ਵੀ ਪਰਸਨੈਲਿਟੀ ਆ। ਸੋ ਸਾਡੇ ਲਈ ਇਹ ਵੀ ਇੱਕ ਸਿੰਪਟਮ ਆ ਦਵਾਈ ਪ੍ਰਿਸਕ੍ਰਾਈਬ ਕਰਨ ਲਈ। ਸੋ ਇਟਸ ਵੈਰੀ ਇੰਪੋਰਟੈਂਟ ਟੂ ਨੋ ਦ ਪਰਸਨੈਲਿਟੀ। ਅੱਛਾ ਤੁਸੀਂ ਉਹਨਾਂ ਦੀ ਗੱਲ ਕਰਦੇ ਸੀਗੇ ਜਦੋਂ ਵੱਧ ਜਾਂਦਾ ਤੇ ਉਹਦੇ ਨਾਲ ਫਿਰ ਬੰਦੇ ਨੂੰ ਪਿਸ਼ਾਬ ਜਾਲਾ ਪੈਂਦਾ। ਹਾਂਜੀ ਤੇ ਉਹ ਜਦੋਂ ਇੱਕ ਇਹ ਤਾਂ ਜਿਹੜਾ ਬੰਦੇ ਨੂੰ ਸ਼ੂਗਰ ਹੋਵੇ ਉਹ ਵੀ ਉਹਦਾ ਸਾਈਨ ਹੁੰਦਾ ਸਿੰਪਟਮ ਹੁੰਦੇ ਨੇ। ਹਾਂ ਸ਼ੂਗਰ ਵਾਲਿਆਂ ਦੇ ਵੀ ਇਹ ਸਿੰਪਟਮ ਹੁੰਦਾ ਆ। ਸੋ ਤੁਹਾਨੂੰ ਚੈੱਕਅਪ ਕਰਨ ਦੀ ਲੋੜ ਹੈਗੀ ਆ। ਜੇ ਤੁਹਾਡਾ ਕੋਈ ਪਿਸ਼ਾਬ ਦਾ ਪ੍ਰੋਬਲਮ ਪੈਂਦਾ ਆ ਜਾਂ ਕੋਈ ਜਿੱਦਾਂ ਪਈ ਨੈਚੁਰਲੀ ਸੀਗੀ ਫਿਰ ਉਹ ਥੋੜਾ ਜਿਹਾ ਚੇਂਜ ਆ ਗਿਆ ਕੋਈ ਪਿਸ਼ਾਬ ਦਾ ਹਨਾ ਰੂਟੀਨ ਦਾ, ਤਾਂ ਉਹ ਜ਼ਰੂਰੀ ਆ ਵੀ ਚੈੱਕਅਪ ਪਹਿਲਾਂ ਕਰਾਓ। ਹਾਂਜੀ ਵੀ ਉਹ ਟੈਸਟ ਕਰਨਗੇ ਵੀ ਇਹ ਸ਼ੂਗਰ ਕਰਕੇ ਹੋ ਰਿਹਾ ਹੈ ਜਾਂ ਕਿ ਪ੍ਰੋਸਟੇਟ ਕਰਕੇ ਹੋ ਰਿਹਾ ਹੈ। ਅੱਛਾ ਸ਼ੂਗਰ ਕਰਕੇ ਵੀ ਹੋ ਸਕਦਾ। ਹਾਂ ਸ਼ੂਗਰ ਕਰਕੇ ਵੀ ਹੋ ਸਕਦਾ ਹੈ ਫ੍ਰੀਕੁਐਂਟ ਯੂਰੀਨੇਸ਼ਨ। ਹਾਂਜੀ ਸੋ ਹੋਰ ਕੋਈ ਵਜ੍ਹਾ ਵੀ ਹੋ ਸਕਦੀ ਹੈ, ਇਨਫੈਕਸ਼ਨ ਵੀ ਹੋ ਸਕਦਾ ਹੈ, ਬਲੱਡ ਵਿੱਚ ਇਨਫੈਕਸ਼ਨ ਹੋ ਸਕਦਾ ਜਾਂ ਪ੍ਰੋਸਟੇਟ ਵਿੱਚ ਵੀ ਇਨਫੈਕਸ਼ਨ ਹੋ ਸਕਦਾ, ਉਹਦੀ ਵਜ੍ਹਾ ਵੀ ਹੋ ਸਕਦਾ ਹੈ। ਤੇ ਜੇ ਬਲੱਡ ਆਉਂਦਾ ਹੈ ਪਿਸ਼ਾਬ ਵਿੱਚ ਉਹ ਤਾਂ ਖਾਸ ਕਰਕੇ ਤੁਹਾਨੂੰ ਇਮਰਜੈਂਸੀ ਇਮੀਡੀਏਟਲੀ ਹੈਲਪ ਲੈਣੀ ਚਾਹੀਦੀ ਹੈ, ਚੈੱਕਅਪ ਕਰਾਉਣਾ ਚਾਹੀਦਾ ਵੀ ਕੀ ਵਜ੍ਹਾ ਹੈ। ਤੇ ਕਈ ਵਾਰੀ ਕਿਡਨੀ ਵਿੱਚ ਕੋਈ ਪ੍ਰੋਬਲਮ ਹੁੰਦਾ ਆ ਉਹਦੇ ਕਰਕੇ ਵੀ ਹੋ ਸਕਦਾ ਫ੍ਰੀਕੁਐਂਟ ਯੂਰੀਨੇਸ਼ਨ। ਹਾਂਜੀ ਸੋ ਆਲ ਥੀਸ ਥਿੰਗਸ ਲੋਟ ਆਫ ਡਿਫਰੈਂਟ ਕੰਡੀਸ਼ਨਸ ਕੈਨ ਕਾਜ਼ ਦ ਸੇਮ ਸਿੰਪਟਮਸ ਤੇ ਪਰ ਚੈੱਕਅਪ ਕਰਾਉਣਾ ਜ਼ਰੂਰੀ ਹੈ ਪਹਿਲਾਂ। ਪਰ ਜੀ ਇੱਕ ਬੜੀ ਇੰਪੋਰਟੈਂਟ ਤੁਹਾਡੇ ਗੱਲਾਂ 'ਚ ਦਿਮਾਗ 'ਚ ਮੇਰੇ ਗੱਲ ਆ ਰਹੀ ਹੈ ਤੁਸੀਂ ਜਦੋਂ ਕੋਈ ਇਮਾਰਤ ਬਣਾਉਂਦੇ ਹੋ ਮਕਾਨ ਬਣਾਉਂਦੇ ਹੋ ਉਹਦੀ ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਹੀ ਉਹ ਖੜੀ ਹੋਏਗੀ ਉਹਦੇ ਉੱਪਰ। ਹੁਣ ਅਸੀਂ ਯੰਗ ਏਜ ਵਿੱਚ ਜਿਸਮ 'ਚ ਉਹ ਬਣਾਉਂਦੇ ਨਹੀਂ ਹੈ, ਉਹ ਫਾਊਂਡੇਸ਼ਨ ਸਟਰੋਂਗ ਨਹੀਂ ਕੀਤੀ ਹੋਈ। ਔਰ ਮੈਂ ਦੇਖਿਆ ਕਈ ਲੋਕਾਂ ਨੇ ਖੁਰਾਕ ਖਾਧੀ ਹੋਈ, ਐਕਸਰਸਾਈਜ਼ ਕੀਤੀ ਹੋਈ, ਆਪਣਾ ਪ੍ਰੋਪਰ ਜਿਮ ਵਗੈਰਾ ਜਾਂਦੇ ਨੇ, ਉਹਨਾਂ ਦੀ ਬੋਡੀ ਵੀ ਦਿਖਾਈ ਦਿੰਦੀ, ਉਹਨਾਂ ਦਾ ਮਾਈਂਡ ਵੀ ਦਿਖਾਈ ਦਿੰਦਾ ਕਿ ਇਹ ਸਟਰੋਂਗ ਹੈਗਾ। ਤੇ ਜਦੋਂ ਹੁਣ ਅਸੀਂ ਮੈਂ ਜਿਹੜੇ ਭਾਜੀ ਨੇ ਦੱਸਿਆ ਕਿ 65-70 ਤੋਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਇਹ ਆਮ ਜਨਰਲਾਈਜ਼ਡ ਸਟੇਟਮੈਂਟ ਭਾਜੀ ਨੇ ਦਿੱਤੀ ਹੈ ਡਾਕਟਰ ਸਾਹਿਬ ਨੇ, ਲੇਕਿਨ ਅਗਰ ਤੁਸੀਂ ਆਪਣੀ ਬੋਡੀ ਨੂੰ ਕਾਇਮ ਰੱਖਿਆ ਹੋਇਆ ਤੇ ਜ਼ਰੂਰੀ ਨਹੀਂ ਕਿ 70 ਸਾਲ ਤੇ ਤੁਹਾਨੂੰ ਬਿਮਾਰੀ ਆ ਸਕਦੀ। ਨਹੀਂ ਜ਼ਰੂਰੀ ਨਹੀਂ ਹੈਗਾ ਭਾਜੀ, ਹੋ ਸਕਦਾ ਵੀ ਤੁਹਾਨੂੰ ਕੋਈ ਬਿਮਾਰੀ ਵੀ ਨਾ ਲੱਗੇ, ਕੋਈ ਬਿਮਾਰੀ ਵੀ ਨਾ ਲੱਗੇ। ਦੈਟਸ ਪੋਸੀਬਲ ਜੇ ਤੁਸੀਂ 100% ਆਪਣੀ ਬੋਡੀ ਨੂੰ ਫਿਟ ਹੈਲਥੀ ਰੱਖਦੇ ਆ, ਚੰਗੀ ਖੁਰਾਕ ਖਾਂਦੇ ਆ, ਹੋ ਸਕਦਾ ਹੈਗੇ ਆ ਬਜ਼ੁਰਗ ਜਿਨ੍ਹਾਂ ਨੂੰ ਕੋਈ ਬਿਮਾਰੀ ਵੀ ਨਹੀਂ ਹੈਗੀ ਹੈ 70-80 ਸਾਲ ਦੇ। ਸੋ ਲੋਟ ਆਫ ਪੀਪਲ ਆਰ ਵੈਰੀ ਹੈਲਥੀ। ਤੇ ਪ੍ਰੋਬਲਮ ਹੈਗਾ ਵੀ ਇੱਥੋਂ ਇੱਕ ਖੁਰਾਕ ਨਹੀਂ ਸਹੀ ਹੁੰਦੀ, ਇੱਕ ਕਈ ਆਪਣੀ ਫਿਜ਼ੀਕਲ ਫਿਟਨੈਸ ਨਹੀਂ ਰੱਖਦੇ ਹੈਗੇ, ਤੇ ਕਈ ਡਰਿੰਕ ਪੀਂਦੇ ਆ ਜ਼ਿਆਦਾ ਜਾਂ ਸਿਗਰਟ ਯੂਜ਼ ਕਰਦੇ ਆ। ਇਦਾਂ ਦੀਆਂ ਟੌਕਸਿਨਸ ਜਿਹੜੀਆਂ ਪੋਇਜ਼ਨਸ ਬੋਡੀ ਵਿੱਚ ਪਾਈ ਜਾਣੀਆਂ ਤੇ ਉਹ ਫਿਰ ਕਿਤੇ ਨਾ ਕਿਤੇ ਤੁਹਾਡਾ ਸਿਸਟਮ ਬ੍ਰੇਕਡਾਊਨ ਹੁੰਦਾ ਹੀ ਆ। ਜਦੋਂ ਯੰਗ ਉਮਰ ਹੁੰਦੀ ਆ ਤੇ ਤੁਸੀਂ ਸਹਿ ਲੈਂਦੇ ਸਭ ਕੁਝ, ਤੁਹਾਡੇ ਜਿਹੜੇ ਐਂਜ਼ਾਈਮਸ ਪੂਰੇ ਚੱਲਦੇ ਆ ਬੋਡੀ ਵਿੱਚ, ਕੈਮੀਕਲਸ ਤੇ ਐਂਡੋਕ੍ਰਾਈਨ ਗਲੈਂਡਸ ਫੰਕਸ਼ਨ ਸਹੀ ਆ ਤੇ ਉਹ ਤੁਸੀਂ ਹਜਮ ਕਰ ਲੈਂਦੇ, ਸਭ ਕੁਝ ਚੱਲਦਾ ਰਹਿੰਦਾ ਹੈ, ਕੋਈ ਪ੍ਰੋਬਲਮ ਨਹੀਂ ਆਉਂਦਾ। ਪਰ ਜਦ ਤੁਸੀਂ 40 ਸਾਲ ਤੋਂ ਟੱਪ ਜਾਂਦੇ ਆ ਫਿਰ ਬੋਡੀ ਥੋੜੀ ਜਿਹੀ ਸਲੋ ਹੋਣ ਲੱਗ ਪੈਂਦੀ ਆ, ਐਂਜ਼ਾਈਮਸ ਪੂਰੇ ਬਣਦੇ ਨਹੀਂ ਬੋਡੀ ਵਿੱਚ ਤੇ ਫਿਰ ਉਹ ਤੁਹਾਡਾ ਅਸਰ ਹੋਣ ਲੱਗ ਪੈਂਦਾ ਇਦਾਂ ਦੀ ਬੁਰੀਆਂ ਆਦਤਾਂ ਤੇ ਉਹ ਫਿਰ ਤੁਹਾਡੀ ਹੈਲਥ ਖਰਾਬ ਹੋਣ ਲੱਗ ਪੈਂਦੀ ਹੌਲੀ ਹੌਲੀ। ਡਾਕਟਰ ਸਾਹਿਬ ਇੱਕ ਹੋਰ ਬੜੀ ਵੱਡੀ ਗੱਲ ਹੈ, ਜਦੋਂ ਤੁਸੀਂ ਕੋਈ ਸੇਵਾ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ, ਇਹ ਰੱਬ ਵੱਲੋਂ ਬਖਸ਼ਿਸ਼ ਹੁੰਦੀ ਹੈ। ਕੋਈ ਰੱਬ ਅਗਰ ਲਗਾਉਂਦਾ, ਕੋਈ ਸ਼ਾਇਦ ਕਿਸੇ ਬੰਦੇ ਨਾਲ ਹਾਦਸਾ ਹੋਇਆ ਹੁੰਦਾ ਤਾਂ ਲੱਗਦਾ ਹੈ, ਜਾਂ ਰੱਬ ਵੱਲੋਂ ਬਖਸ਼ਿਸ਼ ਹੁੰਦੀ ਤਾਂ ਲੱਗਦਾ ਹੈ। ਇਹ ਮੈਂ ਤਾਂ ਰਿਪੀਟ ਕਰ ਰਿਹਾ ਜਦੋਂ ਹੁਣ ਭਾਜੀ ਦਾ ਫੋਨ ਆਇਆ, 17 ਸਾਲ ਤੱਕ ਉਹਨਾਂ ਨੇ ਸਫ਼ਰ ਕੀਤਾ ਭਾਜੀ, 17 ਸਾਲ ਤੱਕ। ਹੁਣ ਅਕਾਲ ਚੈਨਲ ਤੇ ਅਸੀਂ ਹੋਮਿਓਪੈਥ ਡਾਕਟਰ ਨਾਲ ਅਸੀਂ ਕਰਦੇ ਹੈਗੇ ਆ, ਇਮੀਗ੍ਰੇਸ਼ਨ ਦਾ ਸ਼ੋਅ ਕਰਦੇ ਆ, ਅਸੀਂ ਵਿਲਸ ਐਂਡ ਟਰਸਟ ਦਾ ਕਰਦੇ ਹੈਗੇ ਆ, ਫੈਮਿਲੀ ਲਾਅ ਦਾ ਕਰਦੇ ਹੈਗੇ ਆ, ਹਰ ਤਰ੍ਹਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਕਾਲ ਚੈਨਲ ਦੇ ਉੱਪਰ ਸਾਰੇ ਲੋਕਾਂ ਦੀ ਮਦਦ ਹੋ ਸਕੇ। ਦਿਸ ਇਜ਼ ਵਾਟ ਦਾ ਚੈਨਲ ਸ਼ੁੱਡ ਡੂ। ਸਾਰੇ ਚੈਨਲ ਨੂੰ ਇਦਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿੱਥੇ ਤੱਕ ਸਾਡੇ ਕੋਲ ਹੁੰਦਾ ਅਸੀਂ ਪੂਰੀ ਕੋਸ਼ਿਸ਼ ਕਰੀਦੀ ਹੈ
ਜਿਹੜੇ ਤੁਸੀਂ ਸਾਨੂੰ ਸਪੋਰਟ ਕਰਦੇ ਨਹੀਂ ਕਰਦੇ, ਸਾਨੂੰ ਅਸੀਂ ਤੁਹਾਨੂੰ ਰਿਟਰਨ ਵਿੱਚ ਕੁਝ ਦਈਏ, ਉਹ ਇਹ ਦਈਏ ਕਿ ਤੁਸੀਂ ਸਿਹਤਮੰਦ ਰਹੋ ਤੇ ਅਕਾਲ ਚੈਨਲ ਨੂੰ ਯੂਜ਼ ਕਰੋ, ਜਿਹੜੇ ਅਸੀਂ ਪ੍ਰੋਫੈਸ਼ਨਲ ਲੈ ਕੇ ਆਉਂਦੇ ਹਾਂ। ਮੈਂ ਪਹਿਲਾਂ ਇੱਕ ਕਾਲ ਲੈ ਲੈਣੇ, ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਕਿੱਥੋਂ ਬੋਲਦੇ ਹੋ, ਕੌਣ ਬੋਲਦੇ ਹੋ ਜੀ? ਮੇਰਾ ਨਾਮ ਹਰਦੇਵ ਸਿੰਘ ਆ। ਹਾਂਜੀ, ਮੈਂ ਸਾਊਥ ਹਾਲ ਤੋਂ ਬੋਲਦਾ। ਬਿਲਕੁਲ ਭਾਜੀ, ਬੜਾ ਦਾਮੇ ਆਵਾਜ਼ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਮੇਰੀ ਮਿਸਿਸ ਨੂੰ ਗਰਮੀ ਬਹੁਤ ਹੈ। ਅੱਛਾ, ਕਿਉਂਕਿ ਕੋਈ ਵੀ ਚੀਜ਼ ਗਰਮ ਚੀਜ਼ ਨਹੀਂ ਖਾ ਸਕਦੀ। ਹਾਂ। ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਹਾਂਜੀ, ਕੁਝ ਸਾਲ ਪਹਿਲਾਂ ਇਹਨਾਂ ਦੇ ਐਂਜੀਓਗ੍ਰਾਮ ਕੀਤੀ ਸੀ। ਐਂਜੀਓਗ੍ਰਾਮ ਇਹਨਾਂ ਦੇ ਲੰਗਸ ਵਿੱਚ ਪਾਣੀ ਪੈਂਦਾ। ਹੁਣ ਪਹਿਲਾਂ ਇਹਨਾਂ ਦੇ ਬਲਬ ਲੀਕ ਕਰਦਾ ਸੀਗਾ। ਉਹ ਜਦੋਂ ਦੇ ਐਂਜੀਓਗ੍ਰਾਮ ਕੀਤੇ ਉਦੋਂ ਦੀ ਇਹਦੀ ਬੋਡੀ ਦੇ ਵਿੱਚ ਗਰਮੀ ਬਹੁਤ ਹੋ ਗਈ ਆ। ਹਾਂਜੀ ਭਾਜੀ, ਇਹਦੇ ਬਾਰੇ ਮੈਂ ਕੁਝ ਪੁੱਛਣਾ ਚਾਹੁੰਦਾ ਸੀਗਾ ਕਿ ਕੀ ਹੋ ਸਕਦਾ। ਹਾਂਜੀ ਭਾਜੀ, ਸੋ ਐਦਾਂ ਵੀ ਇਹਨਾਂ ਦਾ ਹਾਰਟ ਜਿਹੜਾ ਉਹ ਸਹੀ ਨਹੀਂ ਚੱਲ ਰਿਹਾ, ਤੇ ਜਦੋਂ ਪੂਰਾ ਹਾਰਟ ਪੰਪ ਨਹੀਂ ਕਰਦਾ ਹੈਗਾ ਤੇ ਫਿਰ ਪਾਣੀ ਫੇਫੜਿਆਂ ਵਿੱਚ ਰੁਕਣ ਲੱਗ ਪੈਂਦਾ ਹੈ ਜੀ। ਹਾਂਜੀ, ਇਹਦੀ ਵਜ੍ਹਾ ਇਹ ਆ। ਤੇ ਜਦੋਂ ਐਂਜੀਓਗ੍ਰਾਮ ਕਰਦੇ ਆ, ਉਹ ਇੱਕ ਡਾਈ ਚਾੜਦੇ ਹੁੰਦੇ, ਇੱਕ ਦਵਾਈ ਚਾੜਦੇ ਆ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਵੇ ਕਿੱਥੇ ਬਲੌਕ ਹੋਏ ਆ, ਹਨਾ। ਹਾਂਜੀ। ਤੇ ਇਹ ਦਵਾਈ ਜਿਹੜੀ ਕਈਆਂ ਨੂੰ ਮਾਫਕ ਨਹੀਂ ਬਹਿੰਦੀ ਹੈਗੀ, ਤੇ ਇਸ ਕਰਕੇ ਇੱਕ ਉਹ ਕੈਮੀਕਲ ਆ, ਤੁਹਾਡੀ ਬਾਡੀ ਕਈ ਵਾਰੀ ਨਹੀਂ ਚੱਲਦੀ, ਇਸ ਕਰਕੇ ਵੀ ਗਰਮੀ ਹੋ ਸਕਦੀ ਹੈ ਜੀ। ਹਾਂਜੀ, ਸੋ ਇਹਦਾ ਐਂਟੀਡੋਟ ਕਰਨ ਦਾ ਲੋੜ ਆ। ਤੇ ਹੋਮਿਓਪੈਥਿਕ ਐਨਰਜੀ ਦਵਾਈਆਂ ਹੈਗੀਆਂ ਜਿਹੜੀਆਂ ਇਦਾਂ ਗਰਮੈਸ਼ ਨੂੰ ਵੀ ਕੱਟਦੀਆਂ ਆ ਤੇ ਬਾਈ ਨੂੰ ਵੀ ਕੱਟਦੀਆਂ ਆ। ਤੇ ਫਿਰ ਤੁਸੀਂ ਸਾਨੂੰ ਕਿੱਦਾਂ ਮਿਲ ਸਕਦੇ ਆ? ਭਾਜੀ, ਉਹਦਾ ਮੈਂ ਤੁਹਾਨੂੰ ਜਵਾਬ ਦੇ ਦੇਣਾ। ਤੁਹਾਡਾ ਨੰਬਰ ਆ ਗਿਆ ਸਾਡੇ ਪਾਸ। ਹਾਂਜੀ, ਅਸੀਂ ਤੁਹਾਡਾ ਨੰਬਰ ਡਾਕਟਰ ਨੂੰ ਦੇਵਾਂਗੇ ਤੇ ਤੁਹਾਨੂੰ ਅੱਜ ਜਾਂ ਕੱਲ ਦੇ ਵਿੱਚ ਕਾਲ ਕਰਾਂਗੇ। ਫਿਰ ਜਿਹੜੀ ਬਿਮਾਰੀ ਜਿੱਦਾਂ ਹੈਗੀ ਨਾ, ਹੁਣ ਸਾਰਾ ਕੁਝ ਤੇ ਔਨ 에ਅਰ ਨਹੀਂ ਗੱਲ ਕੀਤੀ ਜਾਂਦੀ, ਤੁਸੀਂ ਖੁੱਲ ਕੇ ਉਹਨਾਂ ਨਾਲ ਗੱਲ ਕਰੋ ਤੇ ਉਹਦਾ ਇਲਾਜ ਹੋ ਸਕਦਾ। ਹਾਂਜੀ, ਹਾਂ। ਐਨੀਵੇ ਭਾਜੀ, ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਤੁਹਾਡਾ ਨੰਬਰ ਅਸੀਂ ਡਾਕਟਰ ਸਾਹਿਬ ਨੂੰ ਦੇਵਾਂਗੇ, ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ। ਤੇ ਤੁਸੀਂ 1 to 1 ਡਾਕਟਰ ਸਾਹਿਬ ਨਾਲ ਗੱਲ ਕੇ ਨਾ ਆਪਣੀ ਚੰਗੀ ਤਰ੍ਹਾਂ ਜੋ ਵੀ ਤਕਲੀਫ ਹੈਗੀ ਉਹਨਾਂ ਸਮਝਾ ਕੇ ਉਹਦੇ ਮੁਤਾਬਿਕ ਤੁਹਾਨੂੰ ਉਹ ਦੱਸਣਗੇ ਕਿੱਦਾਂ ਇਲਾਜ ਹੋ ਸਕਦਾ। ਥੈਂਕ ਯੂ, ਤੁਸੀਂ ਪ੍ਰੋਗਰਾਮ ਦੇਖਦੇ ਰਹੋ ਜੀ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ, ਮੈਂ ਕਿੱਥੇ ਪਹੁੰਚੀ ਆਪਾਂ ਕਿੱਥੇ ਪਹੁੰਚ ਗਏ, ਕਿਉਂਕਿ ਗੱਲਾਂ ਤਰ੍ਹਾਂ ਦੀ ਹੋ ਜਾਂਦੀਆਂ ਨੇ। ਨਹੀਂ ਭਾਜੀ, ਮੈਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਇਹਦੀ ਕਿ ਨਾ ਮੈਂ ਆਪਣੀ ਥੋੜੀ ਵੀ ਗੱਲ ਕਰਦਾ ਸੀ। ਅਕਾਲ ਚੈਨਲ ਦੇ ਉੱਪਰ ਅਸੀਂ ਏਦਾਂ ਸੇਵਾ ਕਰਦੇ ਆ ਭਾਜੀ, ਜਿਹੜੇ ਬੰਦੇ 15 16 ਸਾਲ ਤੱਕ ਸਫਰ ਕਰਦੇ ਨੇ ਹੈ, ਜੇ ਅਸੀਂ ਏਦਾਂ ਦੇ ਪ੍ਰੋਗਰਾਮ ਨਾ ਕਰਦੇ ਹੋਈਏ, ਦੇਖੋ ਇਹ ਸਾਰਾ ਇੱਕ ਰਸਤਾ ਰੱਬ ਦਿਖਾਉਂਦਾ ਹੈ। ਹਾਂਜੀ, ਹੋ ਸਕਦਾ ਵੀ ਉਹ ਸਾਰੀ ਉਮਰ ਹੀ ਬੰਦਾ ਸਫਰ ਕਰਦਾ, ਕਿਉਂਕਿ ਐਲੋਪੈਥਿਕ ਦਵਾਈਆਂ ਤਾਂ ਜਿਹੜੀਆਂ ਉਹ ਸਪਰੈਸ ਕਰਦੀਆਂ ਤੇ ਉਹ ਹੀਲ ਤਾਂ ਕਰ ਹੀ ਨਹੀਂ ਸਕਦੀ, ਕਿਉਰ ਕਰ ਨਹੀਂ ਸਕਦੀ, ਇਦਾਂ ਜਿਹੜੀਆਂ ਲੰਮੀਆਂ ਬਿਮਾਰੀਆਂ ਬਣ ਜਾਂਦੀਆਂ। ਸੋ ਇਦਾਂ ਹੀ ਵੀ ਸਾਰੀ ਉਮਰ ਬੰਦਾ ਉਹ ਕਰੀਮਾਂ ਲਾਉਂਦਾ ਰਹਿੰਦਾ ਹੈ ਤੇ ਸਕਿਨ ਹੌਲੀ ਹੌਲੀ ਬਿਮਾਰੀ ਵੱਧਦੀ ਰਹਿੰਦੀ ਹੈ। ਸੋ ਇਟਸ ਅ ਵੈਰੀ ਬੈਡ ਥਿੰਗ, ਵਿਚਾਰਿਆਂ ਨੂੰ ਸਫਰਿੰਗ ਇੰਨੀ ਕਰਨੀ। ਸਾਡੇ ਚ ਜ਼ਿਆਦਾ ਪਤਾ ਕੀ ਹੈਗਾ, ਆਪਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਕਿ ਕਿੱਥੋਂ ਹੈਲਪ ਮਿਲੇਗੀ। ਹੁਣ ਦਰਵਾਜ਼ੇ ਤੋਂ ਤੁਸੀਂ ਬਾਹਰ ਨਿਕਲਦੇ ਹੋ, ਹੁਣ ਤੁਹਾਡਾ ਤਾਂ ਕਿਸੇ ਨੂੰ ਕੀ, ਜੇ ਤੁਸੀਂ ਅਕਾਲ ਚੈਨਲ ਤੇ ਆਉਂਦੇ ਹੁੰਦੇ, ਤੁਸੀਂ ਉੱਥੇ ਰਹਿੰਦੇ ਇੰਨੀ ਦੂਰ, ਤੇ ਜਿਹੜਾ ਤੁਹਾਡੇ ਏਰੀਆ ਚ ਲੋਕ ਜਾਂਦੇ ਉੱਥੇ ਜਾਣ ਪਛਾਣ ਹੋਏਗੀ। ਉਹਨਾਂ ਨੂੰ ਬਾਕੀ ਤੁਸੀਂ ਸ਼ਹਿਰ ਤੋਂ ਬਾਹਰ ਤੋਂ ਜਾਣ ਪਛਾਣ ਨਹੀਂ ਹੁੰਦੀ। ਅੱਜ ਹੁਣ ਤੁਸੀਂ ਅਕਾਲ ਚੈਨਲ ਤੇ ਹੋਏ 5ਵਾਂ ਵੀਕ ਹੋ ਗਿਆ, 150 ਕੰਟਰੀਆਂ ਤੁਹਾਡੀ ਆਵਾਜ਼ ਪਹੁੰਚਦੀ ਹੈ, ਯੂਰਪ ਵਿੱਚ ਹੋਰ ਸਾਰੀ ਜਗ੍ਹਾ ਤੇ ਜਾਂਦੀ ਹੈ। ਤੇ ਬਸ ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ, ਜਿੱਥੇ ਵੀ ਡਾਕਟਰ ਸਾਹਿਬ ਦੀ ਆਵਾਜ਼ ਪਹੁੰਚਦੀ ਹੈ, ਜਿੱਥੇ ਵੀ ਤੁਸੀਂ ਦੁਨੀਆ ਕਿਤੇ ਵੀ ਬੈਠੇ ਹੋ, ਜ਼ਰੂਰੀ ਨਹੀਂ ਤੁਹਾਡੇ ਲੰਡਨ ਚ ਲੋੜ ਹੈ ਰਹਿਣ ਦੀ, ਜਿੱਥੇ ਵੀ ਹੈਗੇ ਹੋ ਤੁਸੀਂ ਕਾਲ ਕਰੋ ਪਲੀਜ਼। ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ। ਇਲਾਜ ਹੈ, ਵੱਡੀ ਗੱਲ ਹੈ, ਜਿੰਨੀਆਂ ਬਿਮਾਰੀਆਂ ਵਧੀਆਂ ਉਹਨੇ ਇਲਾਜ ਵੀ ਨਿਕਲੀ ਜਾਂਦੇ ਨੇ ਨਾਲ। ਹਾਂਜੀ, ਦੈਟਸ ਰਾਈਟ। ਭਾਜੀ, ਕਾਲ ਬਹੁਤ ਆਉਂਦੇ ਆ, ਬਹੁਤ ਦੂਰੋਂ ਕਾਲ ਆਉਂਦੇ ਆ, ਤੇ ਅਸੀਂ ਪੂਰੀ ਕੋਸ਼ਿਸ਼ ਕਰੀਦੀ ਹੈਗੀ ਵੀ ਹਰੇਕ ਨੂੰ ਵਾਪਸ ਫੋਨ ਕਰੀਏ। ਬਿਲਕੁਲ। ਪਰ ਮੈਂ ਇਹ ਕਹਿਣਾ ਚਾਹੂੰਗਾ ਵੀ ਕਈ ਵਾਰੀ ਅਸੀਂ ਫੋਨ ਕਰੀਦਾ ਹੈ ਤੇ ਉਹਨਾਂ ਨੇ ਫੋਨ ਬੰਦ ਕੀਤਾ ਹੁੰਦਾ ਤੇ ਅਸੀਂ ਫਿਰ ਕੋਈ ਮੈਸੇਜ ਵੀ ਨਹੀਂ ਛੱਡ ਸਕਦੇ, ਤੇ ਕਈਆਂ ਦੇ ਹੈਗਾ ਵੀ ਉਹ ਫੋਨ ਚੁੱਕਦੇ ਨਹੀਂ, ਫਿਰ ਅਸੀਂ ਮੈਸੇਜ ਛੱਡ ਦੇਈਦਾ। ਪਰ ਉਹ ਕਈ ਲੋਕੀ ਫਿਰ ਵਾਪਸ ਨਹੀਂ ਸਾਨੂੰ ਫੋਨ ਕਰਦੇ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀਤਾ ਸੀ। ਭਾਜੀ, ਤੁਸੀਂ ਬਹੁਤ ਜ਼ਰੂਰੀ ਗੱਲ ਕੀਤੀ, ਕਿਉਂਕਿ ਕਾਫੀ ਲੋਕਾਂ ਨੇ ਗੱਲ ਕੀਤੀ ਸੀ। ਅੱਛਾ ਕੀਤਾ ਸੀ, ਹੁਣ 에ਅਰ ਗੱਲ ਕਰਦੇ ਹਾਂ, ਖੁੱਲ੍ਹ ਕੇ ਕਰਾਂਗੇ, ਬਿਕੋਜ਼ ਕੋਈ ਛੁਪਾਉਣ ਵਾਲੀ ਗੱਲ ਨਹੀਂ ਹੈ। ਡਾਕਟਰ ਸਾਹਿਬ 100% ਜਿੰਨੇ ਇਹਨਾਂ ਨੂੰ ਨੰਬਰ ਦਿੱਤੇ ਜਾਂਦੇ ਨੇ ਉਹ ਕਾਲ ਕਰਦੇ ਨੇ। ਉਹਨੂੰ 1 ਦਿਨ ਲੱਗੇ, 2 ਲੱਗਣ ਜਾਂ 3 ਲੱਗਣ, ਜਿੰਨਾ ਵੀ ਟਾਈਮ ਲੱਗਦਾ, ਡਾਕਟਰ ਸਾਹਿਬ 100% ਤੁਹਾਡੇ ਕਾਲਾਂ ਦਾ ਜਵਾਬ ਦਿੰਦੇ ਨੇ। ਬਾਕੀ ਮਾਈਂਡ ਨਾ ਕਰੋ, ਕਈ ਬਜ਼ੁਰਗ ਹੁੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਮਿਸ ਕਾਲ ਆਇਆ ਸੀ ਤਾਂ ਕੋਈ ਮੈਸੇਜ ਛੱਡਿਆ, ਨਹੀਂ ਪੜਨਾ ਹੁੰਦਾ ਨਾ ਲੋਕਾਂ ਨੂੰ, ਕਈ ਦਫਾ ਨਹੀਂ ਹੁੰਦਾ। ਤੇ ਪਲੀਜ਼ ਤੁਸੀਂ ਦੁਬਾਰਾ ਫੋਨ, ਇਹ ਨਹੀਂ ਹੋਇਆ ਕਿ ਤੁਹਾਡਾ ਕਾਲ ਇਗਨੋਰ ਕੀਤਾ ਗਿਆ, ਲੇਕਿਨ ਕਾਲ ਆਇਆ, ਤੁਸੀਂ ਮਿਸ ਕਰ ਗਏ ਹੋ ਤੇ ਤੁਹਾਨੂੰ ਲੱਗਦਾ ਕਿ ਡਾਕਟਰ ਸਾਹਿਬ ਨੇ ਕਾਲ ਨਹੀਂ ਕੀਤਾ,
ਮੈਂ ਡਾਕਟਰ ਦੀ ਸਫਾਈ ਨਹੀਂ ਕਰ ਰਿਹਾ, ਜੋ ਹੋਇਆ ਮੈਂ ਉਹਦੀ ਗੱਲ ਕਰ ਰਿਹਾ। ਕਾਲ ਕਰਿਆ ਕਰੋ ਪਲੀਜ਼, ਦੁਬਾਰਾ ਕਰੋ। ਤੁਸੀਂ ਕਾਲ ਚੈਨਲ ਨੂੰ ਲਿੰਕ ਕਰਕੇ ਦੱਸ ਸਕਦੇ ਹੋ ਕਿ ਅਸੀਂ ਡਾਕਟਰ ਨੂੰ ਕਾਲ ਕੀਤਾ ਸੀ ਵੀ ਸਾਡੀ ਗੱਲਬਾਤ ਨਹੀਂ ਹੋਈ, ਸਾਡੀ ਗੱਲਬਾਤ ਕਰਾਓ। ਮੈਂ ਤੁਹਾਨੂੰ ਵਾਅਦਾ ਕਰਦਾ ਕਿ ਅਸੀਂ ਉਹਨਾਂ ਨੂੰ ਪਰਸਨਲੀ ਨੰਬਰ ਪਹੁੰਚਾ ਕੇ ਤੁਹਾਡੀ ਗੱਲ ਕਰਾਵਾਂਗੇ। ਬਸ ਤੁਸੀਂ ਕਾਲ ਕਰਦੇ ਰਹੋ 0121 551 1001 ਦੇ ਉੱਪਰ। ਅਸੀਂ ਬੈਠੇ ਵੀ ਇਸੇ ਮਕਸਦ ਨਾਲ ਤਾਂ ਕਿ ਤੁਹਾਡੀ ਮਦਦ ਹੋ ਸਕੇ। ਸਾਡਾ ਸ਼ੋਅ ਕਰਨ ਦਾ ਫਾਇਦਾ ਨਹੀਂ ਜੇ ਅਸੀਂ ਤੁਹਾਡੇ ਕੋਲ ਰਿਟਰਨ ਨਾ ਕਰੀਏ, ਉਹਦੇ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਕੋਈ। ਡਾਕਟਰ ਸਾਹਿਬ ਦੈਟਸ ਰਾਈਟ। ਹਾਂਜੀ ਭਾਜੀ, ਉਹ ਮੈਂ ਥੋੜਾ ਜਿਹਾ ਤੁਹਾਨੂੰ ਕੇਸ ਬਾਰੇ ਦੱਸਣ ਲੱਗਾ ਸੀ। ਇੰਡੀਆ ਤੋਂ ਫੋਨ ਕਾਲ ਕੱਲ ਆਇਆ ਸੀ ਤੇ ਉਹ ਬੱਚੇ ਨੂੰ ਕੋਰੋਨਾ ਹੋ ਗਈ ਹੈ, ਸਾਲ ਦਾ ਬੱਚਾ। ਅੱਛਾ ਅੱਛਾ। ਤੇ ਅਸੀਂ ਫੇ ਐਦਾਂ ਦਵਾਈ ਕਈ ਵਾਰੀ ਫੜੀ ਦੀ ਆ ਜਸਟ ਭਈ ਉਹਦਾ ਬਿਹੇਵੀਅਰ ਕਿੱਦਾਂ ਹੈ ਬੱਚੇ ਦਾ, ਕਿਉਂਕਿ ਬੱਚੇ ਨੂੰ ਤਾਂ ਗੱਲ ਅਸੀਂ ਕੋਈ ਪੁੱਛ ਨਹੀਂ ਸਕਦੇ ਹੈ ਨਾ। ਸੋ ਉਹਨਾਂ ਪੁੱਛਿਆ ਵੀ ਇਹਦਾ ਕੀ ਬਿਹੇਵੀਅਰ ਹੈ, ਕਿੱਦਾਂ ਹੈ ਜਦੋਂ ਉਹਨੂੰ ਤਾਪ ਚੜਦਾ ਹੈ। ਤੇ ਉਹ ਕਹਿੰਦੇ ਵੀ ਖਿੱਚਦਾ ਬਹੁਤ ਆ, ਹਾਂਜੀ ਬਹੁਤ ਚਿੜਚਿੜਾ ਹੋ ਜਾਂਦਾ ਹੈ ਤੇ ਕਹਿੰਦਾ ਮੈਨੂੰ ਚੱਕ ਕੇ ਹੀ ਰੱਖੋ ਹਰ ਵੇਲੇ, ਠੀਕ ਹੈ। ਸੋ ਐਸੇ ਦੋ ਚੀਜ਼ਾਂ ਤੋਂ ਅਸੀਂ ਉਹਦਾ ਮੈਂਟਲ ਸਟੇਟ ਫੜ ਲਿਆ ਬੱਚੇ ਦਾ, ਹਾਂਜੀ, ਇਰੀਟੇਬਿਲਿਟੀ ਐਂਡ ਡਿਜ਼ਾਇਰ ਟੂ ਬੀ ਕੈਰੀਡ। ਹਾਂਜੀ, ਇਹਦੇ ਵਿੱਚ ਇੱਕ ਫੁੱਲ ਤੋਂ ਬਣਾਈ ਆ ਦਵਾਈ, ਹੋਮਿਓਪੈਥੀ ਦਵਾਈ। ਹਾਂਜੀ, ਇੱਕ ਕਾਮਨ ਜਿਹਾ ਫੁੱਲ ਆ, ਉਹ ਦਵਾਈ ਉਹਨੂੰ ਮੈਂ ਦੱਸੀ ਵੀ ਤੁਸੀਂ ਆ ਜਾ ਕੇ ਲੈ ਆਓ ਤੇ ਉਹਨੇ ਲਿਆ ਕੇ ਦੇਤੀ। ਸ਼ਾਮ ਨੂੰ ਸਵੇਰੇ ਸਾਨੂੰ ਫੋਨ ਆ ਗਿਆ ਵੀ ਬੱਚਾ ਠੀਕ ਹੈ ਭਾਜੀ। ਪਰ ਭਾਜੀ ਜਿੰਨੇ ਵੀ ਬਿਮਾਰੀ, ਕਿਸੇ ਤਰ੍ਹਾਂ ਦੀ ਬਿਮਾਰੀ ਦੀ ਤੁਸੀਂ ਗੱਲ ਕਰ ਲਓ, ਪਹਿਲਾ ਸਾਈਨ ਹੁੰਦਾ ਕਿ ਬੰਦਾ ਇਰੀਟੇਬਲ ਹੋ ਜਾਂਦਾ ਹੈ। ਨਹੀਂ, ਹਰੇਕ ਨਹੀਂ ਹੁੰਦਾ ਭਾਜੀ, ਹੈ ਹਰੇਕ ਨਹੀਂ ਇਰੀਟੇਬਲ ਹੁੰਦਾ। ਨਹੀਂ ਹੁੰਦਾ? ਨਹੀਂ ਨਹੀਂ ਨਹੀਂ, ਹਰੇਕ ਨਹੀਂ ਹੁੰਦਾ ਹੈਗਾ ਯਾਰ। ਇਹ ਤਾਂ ਬਿਮਾਰੀ ਤੇ ਡਿਪੈਂਡ ਕਰਦਾ। ਬਿਮਾਰੀ ਤੇ ਡਿਪੈਂਡ ਕਰਦਾ, ਇੰਡੀਵਿਜੂਅਲ ਤੇ ਡਿਪੈਂਡ ਕਰਦਾ ਭਾਜੀ। ਸਾਰਿਆਂ ਦੀ ਪਰਸਨੈਲਿਟੀ ਡਿਫਰੈਂਟ ਆ। ਅੱਛਾ, ਕਿਸੇ ਨੂੰ ਹੋ ਸਕਦਾ, ਕਿਸੇ ਨੂੰ ਨਹੀਂ। ਕਈ ਪਰਵਾਹ ਹੀ ਨਹੀਂ ਕਰਦੇ ਹੈਗੇ, ਕਈਆਂ ਨੂੰ ਬਿਮਾਰੀ ਹੋ ਜਾਂਦੀ ਉਹ ਪਰਵਾਹ ਨਹੀਂ ਕਰਦੇ। ਟਾਈਮ ਬੜਾ ਥੋੜਾ ਰਹਿੰਦਾ। ਹਾਂਜੀ, ਉਹ ਆਪਾਂ ਕੰਮ- ਕਾਲ ਲੈ ਲਈਏ ਆਪਾਂ। Okay. ਹੈਲੋ ਜੀ, ਸਤਿ ਸ਼੍ਰੀ ਅਕਾਲ ਹੈਲੋ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲਦੇ ਹੋ, ਕੌਣ ਬੋਲ ਰਹੇ ਹੋ? ਮੈਂ ਬਰਮਿੰਘਮ ਮੋਸੋ ਤੋਂ ਬੋਲ ਰਹੀ, ਪ੍ਰਵੀਨ ਨਾਮ ਹੈ ਮੇਰਾ। ਹਾਂਜੀ, ਤੁਹਾਡਾ ਸ਼ੁਕਰਾਨਾ ਕਰਦੇ ਕਾਲ ਕਰਨ ਦਾ। ਟਾਈਮ ਬੜਾ ਥੋੜਾ, ਜਰਾ ਛੇਤੀ ਡਾਕਟਰ ਸਾਹਿਬ ਨੂੰ ਪੁੱਛ ਲਓ ਕੀ ਪੁੱਛਣਾ ਚਾਹੁੰਦੇ ਹੋ। ਓਕੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਜੀ, ਮੇਰੇ ਨਾ ਜਦੋਂ ਸਮਝ ਹੁੰਦੀ ਮੇਰੇ ਹੱਥਾਂ ਤੇ ਤਾਂ ਮੇਰੇ ਇੱਕ ਪੈਰ ਤੇ ਛਾਲੇ ਹੋ ਜਾਂਦੇ ਆ, ਹੁੰਦੇ ਸਿਰਫ ਗਰਮੀਆਂ ਵਿੱਚ ਹੀ ਆ। ਇੱਥੇ ਮੈਂ ਡਾਕਟਰ ਨੂੰ ਪੁੱਛਿਆ ਸੀ ਤਾਂ ਉਹ ਕਹਿੰਦੇ ਸਾਨੂੰ ਪਤਾ ਨਹੀਂ ਕਾਹਤੋਂ ਹੁੰਦੇ ਆ। ਤੇ ਹਾਂਜੀ ਤੁਸੀਂ ਕੁਝ ਦੱਸ ਸਕਦੇ ਕਾਹਤੋਂ ਹੁੰਦੇ ਆ? ਹੁੰਦੇ ਸਿਰਫ ਗਰਮੀਆਂ 'ਚ ਹੀ ਆ। ਹਾਂਜੀ, ਸਿੱਧੀ ਜਿਹੀ ਗੱਲ ਹੈ ਭੈਣ ਜੀ, ਇਹ ਗਰਮੈਸ਼ ਨਾਲ ਹੁੰਦੇ ਆ। ਤੁਹਾਡੀ ਬਾਡੀ ਵਿੱਚ ਆਮ ਨਾਲੋਂ ਜ਼ਿਆਦਾ ਗਰਮੈਸ਼ ਆ ਹਾਂਜੀ। ਤੇ ਫਿਰ ਜਦੋਂ ਗਰਮੀ ਹੁੰਦੀ ਹੈ ਫਿਰ ਬਾਡੀ ਰਿਐਕਟ ਕਰਦੀ ਆ ਤੇ ਉਹ ਹਾਂਜੀ। ਗਰਮੈਸ਼ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਹਾਂਜੀ। ਉਹ ਛਾਲਿਆਂ ਦੇ ਥਰੂ। ਹਾਂਜੀ, ਤੇ ਅਗੇ ਤਾਂ ਇਹਦਾ ਕੋਈ ਇਹਦਾ ਇਲਾਜ ਜਾਂ ਮੈਂ ਕੋਈ ਚੀਜ਼ ਹੈਗੀ ਜਿਹੜੀ ਮੈਂ ਯੂਜ਼ ਕਰ ਸਕਦੀ ਹਾਂ? ਵੀ ਫਿਰ ਜਦੋਂ ਹੁੰਦੇ ਆ ਫਿਰ ਪੇਨ ਵੀ ਬਹੁਤ ਹੁੰਦੀ ਆ। ਹਾਂਜੀ, ਬਸ ਇਹਦਾ ਇਲਾਜ ਈਜ਼ੀ ਆ ਭੈਣ ਜੀ। ਸਾਡੇ ਕੋਲ ਹੈਗੀਆਂ ਦਵਾਈਆਂ ਜਿਹੜੀਆਂ ਗਰਮੈਸ਼ ਨੂੰ ਕੱਟਦੀਆਂ। Okay? ਹਾਂਜੀ। ਤੇ ਤੁਹਾਨੂੰ ਫਿਰ ਅਸੀਂ ਬਾਅਦ ਚ ਫੋਨ ਕਰਾਂਗੇ ਤੇ ਪੂਰੇ ਸਿੰਪਟਮ ਲੈ ਕੇ ਫਿਰ ਦਵਾਈ ਤੁਹਾਨੂੰ ਭਾਈ ਜੀ, ਪ੍ਰਿਸਕ੍ਰਾਈਬ ਥੈਂਕ ਯੂ। ਤੁਹਾਡੇ ਕਾਲ ਕਰਨ ਦਾ ਟਾਈਮ ਬਹੁਤ ਥੋੜਾ ਰਹਿ ਗਿਆ। ਪਲੀਜ਼ ਤੁਹਾਡਾ ਪ੍ਰੋਗਰਾਮ ਵਾਚ ਕਰਦੇ ਰਹੋ। ਮੈਂ ਹੁਣੀ ਕਹਿ ਕੇ ਹਟਿਆ, ਮੈਂ ਫਿਰ ਰਿਪੀਟ ਕਰਾਂਗਾ, ਤੁਹਾਡੇ ਕਾਲ ਡਾਕਟਰ ਸਾਹਿਬ ਪੱਕਾ 100% ਰਿਪੋਰਟ ਕਰਨਗੇ ਤੇ ਤੁਸੀਂ ਅਗੇਨ ਖੁੱਲ ਕੇ ਉਹਨਾਂ ਨਾਲ ਗੱਲ ਕਰਿਓ। ਵੱਡੀ ਡਾਕਟਰ ਸਾਹਿਬ, ਵੱਡੀ ਗੱਲ ਕੀ ਹੈਗੀ? ਥੈਂਕ ਯੂ ਜੀ ਤੁਹਾਡੇ ਕਾਲ ਕਰਨ ਦਾ। ਡਾਕਟਰ ਸਾਹਿਬ, ਬੜੀ ਗੱਲ ਹੈਗੀ ਹੈ। ਦੇਖੋ, ਉਹ ਕਹਿੰਦੇ ਮੈਂ ਇੱਥੇ ਗਈ ਉੱਥੇ ਗਈ, ਕਿੰਨਾ ਲੋਕਾਂ ਨੂੰ ਪਤਾ ਨਹੀਂ ਲੱਗਦਾ। ਉਹ ਤੁਸੀਂ ਇੱਕ ਮਿੰਟ ਦੱਸ ਦਿੱਤਾ ਕਿ ਹਾਂ ਇਹ ਹੋ ਰਿਹਾ, ਉਹ ਹੋ ਰਿਹਾ। ਇਹ ਸਾਡਾ ਮੈਡੀਕਲ ਸਿਸਟਮ ਕਿਉਂ ਇੱਥੇ ਏਦਾਂ ਨੈਗਲੈਕਟ, ਕਿਉਂ ਬੰਦਿਆਂ ਨੂੰ ਏਦਾਂ ਟ੍ਰੀਟ ਕਰਦੇ ਨੇ? ਹਾਂਜੀ, ਸੋ ਪਹਿਲੀ ਗੱਲ ਤਾਂ ਹੈਗੀ ਕਿ ਦੇਖੋ ਸਾਡੀ ਹੁਣ ਕਾਫੀ ਐਕਸਪੀਰੀਅੰਸ ਹੋਈ ਉਹ 40 ਸਾਲ ਤੋਂ। ਸੋ ਅਸੀਂ ਇਦਾਂ ਦੇ ਕੇਸ ਜਿਹੜੇ ਹਰ ਰੋਜ਼ ਦੇਖੀਦੇ ਹਰ ਰੋਜ਼ ਆ ਦੇਖੀਦੇ ਤੇ ਸਾਨੂੰ ਪਤਾ ਲੱਗ ਜਾਂਦਾ ਹੈ। ਤੇ ਦੂਸਰੀ ਗੱਲ ਜਿਹੜੀ ਹੈਗੀ ਐਲੋਪੈਥਿਕ ਮੈਡੀਕਲ ਸਿਸਟਮ, ਉਹਨੇ ਉੱਤੇ ਹੀ ਕੁਝ ਕਰਨਾ ਨਹੀਂ ਹੈਗਾ ਜਦ ਤੱਕ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਆਉਂਦਾ ਉਹਨਾਂ ਦਾ, ਜਾਂ ਬਲੱਡ ਟੈਸਟ 'ਚ ਕੁਝ ਆ ਜਾਵੇ ਜਾਂ ਐਕਸ-ਰੇ 'ਚ ਕੁਝ ਆ ਜਾਵੇ। ਹਾਂਜੀ, ਤੇ ਤਾਂ ਉਹ ਨਹੀਂ ਕਹਿਣਾ ਅੱਛਾ ਆਇਆ ਤੁਹਾਨੂੰ ਬਿਮਾਰੀ ਹੈ, ਇਹਦੀ ਬਿਮਾਰੀ ਦਾ ਇਹ ਦਵਾਈ ਆ, ਰਾਈਟ। ਉਹ ਵੀ ਦਵਾਈ ਜਿਹੜੀ ਉਹ ਕਿਉਰ ਨਹੀਂ ਕਰਦੀ ਹੈਗੀ, ਉਹਨੂੰ ਥੋੜੀ ਜਿਹੀ ਸਪਰੈਸ ਹੀ ਕਰਕੇ ਰੱਖਦੀ ਹੈ। ਸੋ ਇਹ ਮੈਡੀਕਲ ਸਿਸਟਮ ਦਾ ਫਾਲਟ ਹੈ ਭਾਈ, ਇਹ ਦੈਟਸ ਆਲ। ਭਾਜੀ ਬੜਾ ਦੁੱਖ ਹੁੰਦਾ ਹੈ। ਜਿੱਦਾਂ ਹੁਣ ਤੁਸੀਂ 1 ਮਿੰਟ ਕਹਿ ਰਹੇ ਸੀ ਨਾ ਵੀ ਹਰੇਕ ਨੂੰ ਖਿਝ ਆਉਂਦੀ ਆ, ਹਰੇਕ ਨੂੰ ਖਿਝ ਨਹੀਂ ਆਉਂਦੀ। ਕਈ ਅਸੀਂ ਕੇਸ ਦੇਖੇ ਭਾਜੀ ਤਾਂ ਉਹਨਾਂ ਨੂੰ ਕਈ ਕਾਫੀ ਸੀਰੀਅਸ ਸਿੰਪਟਮ ਆ ਰਹੇ ਹੁੰਦੇ ਪਰ ਉਹ ਬੰਦਾ ਪਰਵਾਹ ਹੀ ਨਹੀਂ ਕਰਦਾ। ਹਾਂ, ਉਹ ਫਿਰ ਜਦੋਂ ਸਾਡੇ ਕੋਲ ਆਉਂਦਾ ਆ ਅਸੀਂ ਪੁੱਛੀਦਾ ਵੀ ਤੈਨੂੰ ਇੰਨਾ ਚਿਰ ਦਵਾਈ ਕਾਹਤੇ ਨਹੀਂ ਲਈ, ਹੈ ਨਾ, ਇੰਨਾ ਚਿਰ ਲੰਘ ਗਿਆ ਤੇਰਾ। ਤੇ ਉਹ ਕਹਿੰਦਾ ਨਹੀਂ, ਹੁਣ ਕਹਿੰਦਾ ਮੈਨੂੰ ਤਕਲੀਫ ਜ਼ਿਆਦਾ ਵੱਧ ਗਈ ਆ ਤਾਂ ਮੈਂ ਆਇਆ। ਸੋ ਵੇਟ ਕਰਦੇ ਰਹੇ ਉਹਨੂੰ ਪਹਿਲਾਂ ਪਰਵਾਹ ਹੀ ਨਹੀਂ ਕਰ, ਚੱਲ ਤਾਂ ਕੀ ਆ, ਥੋੜੇ ਜਿਹੇ ਸਿੰਪਟਮ ਜਾਂ ਜਾਣ ਦੋ ਤਾਂ ਕੀ ਹੈ ਨਾ, ਬੋਦਰ ਨਹੀਂ ਕਰਦੇ ਕਈ। ਸੋ ਐਵਰੀਬਾਡੀਜ਼ ਰਿਐਕਸ਼ਨ ਇਜ਼ ਡਿਫਰੈਂਟ ਟੂ ਦ ਇਲਨੈਸ ਭਾਈ। ਮੈਂ ਆਪਣੇ ਆਪ ਨੂੰ ਕੰਟਰਡਿਕਟ ਨਹੀਂ ਕਰਦਾ, ਪਰ ਇੱਕ ਗੱਲ ਹੁੰਦੀ ਹੈ, ਛੋਟੀ ਛੋਟੀ ਗੱਲਾਂ ਪਿੱਛੇ ਪੈਨਿਕ ਨਾ ਕਰੋ, ਪਰ ਦੂਸਰੀ ਗੱਲ ਹੈ ਤੁਸੀਂ ਵੇਟ ਵੀ ਨਾ ਕਰੋ। ਹਾਂਜੀ ਹਾਂਜੀ, ਯੂ ਨੋ, ਪੈਨਿਕ ਕਰਨਾ ਵੀ ਖਰਾਬ ਹੈਗਾ, ਵੇਟ ਕਰਨਾ ਵੀ ਖਰਾਬ ਹੈਗੀ ਹੈ। ਤੁਹਾਨੂੰ ਜਦ ਇਨਸਾਨ ਦੀ ਇੱਕ ਰੱਬ ਨੇ ਇੰਨੀ ਜ਼ਬਰਦਸਤ ਜਿਸਮ ਬਣਾਇਆ, ਸੋਹਣੇ ਰੱਬ ਸਾਡੇ ਨੇ, ਜਦੋਂ ਕੁਝ ਵੀ ਤੁਹਾਡੇ ਕੁਝ ਡਿਫਰੈਂਸ ਜਿਸਮ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ। ਤੁਹਾਨੂੰ ਪਤਾ ਲੱਗ ਜਾਂਦਾ, ਤੁਸੀਂ ਖੁਦ ਡਾਕਟਰ ਹੋ ਆਪਣੇ ਜਿਸਮ ਦੇ। ਯਾ ਤੁਸੀਂ ਯੂ ਨੋ ਯੋਰ ਬੋਡੀ ਦ ਬੈਸਟ। ਐਗਜ਼ੈਕਟਲੀ। ਯਾ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਮਥਿੰਗ ਇਜ਼ ਰੋਂਗ।
ਤੇ ਤੁਸੀਂ ਜੀਪੀ ਕੋ ਬੇਸ਼ੱਕ ਜਾਓ ਹਨਾ, ਤਾਂ ਉਹ ਟੈਸਟ ਕਰਨਗੇ, ਉਹ ਕਹਿੰਦੇ ਨਥਿੰਗ ਰੋਂਗ, ਪਰ ਤੁਹਾਨੂੰ ਆਪਣੇ ਆਪ ਪਤਾ ਹੁੰਦਾ ਵੀ ਪਤਾ ਕੁਝ ਕਿ ਰੋਂਗ ਸਹੀ ਨਹੀਂ ਹੈਗਾ ਹੈ ਆ। ਐਕਚੁਅਲੀ ਦੈਟ ਇਜ਼ ਸਟਾਰਟਿੰਗ ਆਫ ਦੀ ਇਲਨੈਸ। ਇੱਥੋਂ ਸ਼ੁਰੂਆਤ ਹੁੰਦੀ ਭਾਜੀ। ਜੇ ਹੁਣ ਸ਼ੁਰੂਆਤ ਤੇ ਫੜ ਲਈਏ ਤਾਂ ਉਹ ਬਿਮਾਰੀ ਵੱਧਦੀ ਨਹੀਂ ਗਈ। ਹਾਂਜੀ, ਪਰ ਇਹ ਸਿਸਟਮ ਹੈ, ਮੈਡੀਕਲ ਸਿਸਟਮ ਜਿਹੜਾ ਇਹ ਹੈਗਾ ਇਦਾਂ ਦਾ ਵੀ ਉੱਤੇ ਹੀ ਨਹੀਂ ਕੁਝ ਕਰਨਾ ਨਹੀਂ ਜਾਂਦੀ, ਬਿਮਾਰੀ ਵੱਧ ਨਹੀਂ ਜਾਂਦੀ। ਇੱਕ ਗੱਲ ਬਹੁਤ ਇੰਪੋਰਟੈਂਟ ਹੈਗੀ ਹੈ, ਦੇਖੋ ਜਦੋਂ ਅਸੀਂ ਗੱਲਾਂ ਕਰਦੇ ਬਿਮਾਰੀਆਂ ਦੀਆਂ, ਸ਼ੋਅ ਕਰਦਾ ਬੜਾ ਅੱਛਾ ਲੱਗਦਾ ਹੈ ਕਿ ਡਾਕਟਰ ਸਾਹਿਬ ਬੜੇ ਪੋਜ਼ਿਟਿਵ ਨੇ ਔਰ ਹਰ ਬੰਦੇ ਨੂੰ ਕਹਿੰਦੇ ਕਿ ਹਾਂ ਹੈਗਾ ਹੈ। ਲੇਕਿਨ ਜਦੋਂ ਡਾਕਟਰ ਸਾਹਿਬ ਤੁਹਾਨੂੰ ਦਵਾ ਵਗੈਰਾ ਦਿੰਦੇ ਨੇ, ਉਹਦੇ ਨਾਲ ਕੁਝ ਕੰਡੀਸ਼ਨਾਂ ਹੁੰਦੀਆਂ। ਕੰਡੀਸ਼ਨ ਹੁੰਦੀ ਕਿ ਤੁਸੀਂ ਇਹ ਨਾ ਕਰਿਓ, ਉਹ ਨਾ ਕਰਿਓ, ਮਿੱਠਾ ਨਾ ਖਾਇਓ, ਗਰਮ ਚੀਜ਼ ਨਾ ਖਾਇਓ, ਤੇ ਤਾਂ ਹੀ ਦਵਾਈ ਕੰਮ ਕਰੇਗੀ। ਵੱਧਾ ਤਾਂ ਫਿਰ ਉਹਦਾ ਫਾਇਦਾ ਨਹੀਂ ਹੈਗਾ। ਹਾਂਜੀ ਭਾਜੀ, ਇਹ ਪਰਹੇਜ਼ ਬਹੁਤ ਇੰਪੋਰਟੈਂਟ ਪਰਹੇਜ਼ ਹੈ, ਬਹੁਤ ਜ਼ਰੂਰੀ ਬਹੁਤ ਜ਼ਿਆਦਾ ਹੈਗਾ। ਇੰਪੋਰਟੈਂਟ ਹੈ। ਕਈ ਚੀਜ਼ਾਂ ਹੈਗੀਆਂ ਉਹ ਸਾਡੀ ਹੋਮਿਓਪੈਥਿਕ ਦਵਾਈ ਨੂੰ ਕੱਟ ਦੇਣੀਆਂ ਆ। ਹਾਂਜੀ, ਜਿੱਦਾਂ ਬੜੇ ਸਟਰੋਂਗ ਫਲੇਵਰ ਹੁੰਦਾ, ਜਿੱਦਾਂ ਕਾਫੀ ਪੀ ਜਾਣੀ ਜਾਂ ਮਿੰਟ ਦੀਆਂ ਸਵੀਟਾਂ ਖਾਈ ਜਾਣੀਆਂ, ਉਹ ਹੋਮਿਓਪੈਥਿਕ ਦਵਾਈ ਬੜੀ ਜੈਂਟਲ ਐਨਰਜੀ ਮੈਡੀਸਨ ਆ, ਉਹਨੂੰ ਕੱਟ ਦੇਣੀਆਂ। ਇਦਾਂ ਦੀਆਂ ਚੀਜ਼ਾਂ ਕੰਮ ਨਹੀਂ ਕਰਦੀ ਫਿਰ ਦਵਾਈ। ਫਿਰ ਅਸੀਂ ਕਈ ਵਾਰੀ ਪੁੱਛੀਦਾ ਵੀ ਠੀਕ ਹੋਣਾ ਚਾਹੀਦਾ ਸੀ, ਠੀਕ ਆ ਤੇ ਨਹੀਂ ਹੋਇਆ, ਤੇ ਕਾਫੀ ਤਾਂ ਨਹੀਂ ਪੀਤੀ? ਕਹਿੰਦੇ ਹਾਂ ਮੈਂ ਤਾਂ ਕਾਫੀ ਤਾਂ ਪੀ ਗਿਆ। ਕਿਹਾ ਵੀ ਸੀ ਵੀ ਤੁਸੀਂ ਨਹੀਂ ਪੀਣੀ, ਫਿਰ ਵੀ ਕਈ ਵਾਰੀ ਲੋਕੀ, ਇਹ ਵੀ ਇੱਕ ਮੈਂਟਲ ਸਟੇਟ ਹੋ ਜਾਂਦਾ ਬੰਦੇ ਦਾ ਭਾਈ। ਇਹ ਵੀ ਅਸੀਂ ਫੜ ਲਈਦਾ ਆ ਪ੍ਰਿਸਕ੍ਰਿਪਸ਼ਨ ਲਈ ਵੀ ਇਹ ਗੱਲ ਸਾਡੀ ਸੁਣੀ ਨਹੀਂ ਪੂਰੀ, ਹਨਾ, ਵੀ ਇਹਨੀ ਪਰਵਾਹ ਨਹੀਂ ਕੀਤੀ, ਫਿਰ ਕਹੇ ਤੇ ਫਿਰ ਵੀ ਨਹੀਂ ਮੰਨੀ ਗੱਲ। ਸੋ ਦੈਟਸ ਆਲਸੋ ਮੈਂਟਲ ਸਟੇਟ। ਅਸੀਂ ਇੱਥੇ ਵੀ ਪ੍ਰਿਸਕ੍ਰਾਈਬ ਦਵਾਈ ਦੇ ਸਕਦੇ ਹਾਂ। ਪਰਸਨੈਲਿਟੀ ਬਣ ਜਾਂਦੀ ਹੈ ਨਾ ਬੰਦੇ ਦੀ। ਉਹ ਪਹਿਲਾਂ ਆਪਣੇ ਭਾਜੀ ਦਾ ਫੋਨ ਆਇਆ ਸੀ, ਪਤਾ ਨਹੀਂ ਕਿਹੜੇ ਟਾਊਨ ਤੋਂ, ਜਿਹੜੇ ਕਹਿੰਦੇ 5 ਵੀਕਾਂ ਦੇ ਵਿੱਚ ਫਰਕ ਪੈ ਗਿਆ। ਹਾਂਜੀ ਹਾਂਜੀ, ਉਹਨਾਂ ਨੇ ਤੁਸੀਂ ਦੱਸਿਆ ਕਿ ਉਹ ਅਸੀਂ ਇਹ ਛੱਡ ਦਿੱਤਾ, ਉਹ ਛੱਡ ਦਿੱਤਾ, ਤੇ ਉਹ ਪਰਹੇਜ਼ ਕਰ ਰਹੇ ਨੇ। ਉਹਨੇ ਪੂਰੀ ਪਰਹੇਜ਼ ਕੀਤੀ ਭਾਜੀ। ਹਾਂ, ਪੂਰੀ ਪਰਹੇਜ਼ ਕੀਤੀ। ਇਸੇ ਕਿ 5 ਵੀਕਾਂ ਤੋਂ ਉਹਨੂੰ ਰਿਜ਼ਲਟ ਮਿਲਿਆ ਉਹਦਾ। ਦੈਟਸ ਰਾਈਟ, ਕੁਇਕ ਰਿਜ਼ਲਟ ਮਿਲ ਗਿਆ ਫਿਰ। ਯਾ ਪਤਾ ਕੀ ਕੋਸ਼ਿਸ਼ ਹੁੰਦੀ ਹੈ, ਮੇਰੇ ਜਿਹਨੇ ਦੁਨੀਆ 'ਚ ਕੋਈ ਚਾਹ ਨਹੀਂ ਪੀਂਦਾ ਹੋਣਾ, ਤੇ ਬੜੀ ਛੇਤੀ ਬੰਦੇ ਨੂੰ ਆਪਣਾ ਨਾ ਜਿਸਮ ਠੀਕ ਕਰਨ ਲਈ ਕਰਨਾ ਪੈਂਦਾ। ਸੌਰੀ, ਮਾਫੀ ਚਾਹਾਂਗਾ, ਬਹੁਤੀ ਗੱਲ ਨਹੀਂ ਕਰ ਪਾਵਾਂਗਾ, ਟਾਈਮ ਬੜੀ ਫਾਸਟ ਗਿਆ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਬੋਲ ਤੁਸੀਂ ਇੱਦਾਂ ਦੇ ਕੋਈ ਦਾ ਡਿਫਰੈਂਟ ਸਬਜੈਕਟ ਲੈ ਕੇ ਆਉਂਦੇ ਹੋ, ਲੋਕਾਂ ਦਾ ਭਲਾ ਹੋਵੇ। ਤੇ ਮੈਂ ਫਿਰ ਤੁਹਾਨੂੰ ਯਾਦ ਕਰਦਾ, ਐਵਰੀ ਤੁਸੀਂ ਟਿਊਜ਼ਡੇ 11 ਤੋਂ 12 ਸ਼ੋਅ ਦੇਖਿਆ ਕਰੋ। ਬਹੁਤ ਬਹੁਤ ਹੈਲਪਫੁਲ ਅਸੀਂ ਬਿਮਾਰੀਆਂ ਡਿਸਕਸ ਕਰਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ। ਅਗਰ ਤੁਹਾਨੂੰ ਨਹੀਂ ਵੀ ਹੈਗੀ, ਤੁਸੀਂ ਰਿਸ਼ਤੇਦਾਰ ਕੋਈ ਸਫਰ ਕਰਦਾ ਦੱਸ ਸਕਦੇ ਹੋ। ਨੰਬਰ ਸਕਰੀਨ ਦੇ ਉੱਪਰ ਹੈਗਾ। ਐਵਰੀ ਟਿਊਜ਼ਡੇ 11 ਤੋਂ 12 ਡਾਕਟਰ ਰਾਜੀ ਦੇ ਨਾਲ ਅਸੀਂ ਸ਼ੋਅ ਕਰਦੇ ਹਾਂ। ਬਹੁਤ ਇੰਪੋਰਟੈਂਟ ਹੁੰਦਾ ਅਕਾਲ ਚੈਨਲ ਇਦਾਂ ਦੀ ਸ਼ੋਅ ਲੈ ਕੇ ਆਉਂਦੀ ਹੈ, ਬਿਕੋਜ਼ ਵੀ ਫੀਲ ਤੁਸੀਂ ਸਾਡੇ ਨੂੰ ਮਦਦ ਕਰਦੇ ਹੋ, ਸਾਨੂੰ ਸਪੋਰਟ ਕਰਦੇ ਹੋ, ਸਾਨੂੰ ਵਾਚ ਕਰਦੇ ਹੋ। ਇਨ ਰਿਟਰਨ ਕੁਝ ਇਦਾਂ ਦਾ ਲੈ ਕੇ ਹੋ ਸਕੇ, ਤੁਹਾਡੀ ਸੇਵਾ ਹੋ ਸਕੇ। ਡਾਕਟਰ ਸਾਹਿਬ ਆਪਾਂ ਫਤਿਹ ਬੁਲਾਈਏ, ਟਾਈਮ ਬੜੀ ਖੇਤ ਦੇ ਉੱਪਰ ਆ ਗਿਆ। ਆਪਾਂ ਰੱਬ ਜ਼ਿੰਦਗੀ ਦੇਵੇ। ਨੈਕਸਟ ਮੰਗਲਵਾਰ ਫਿਰ ਮਿਲਾਂਗੇ 11 ਵਜੇ। ਠੀਕ ਹੈ ਜੀ। ਤੇ ਕੋਈ ਨਵਾਂ ਸਬਜੈਕਟ ਲੈ ਕੇ। ਪਲੀਜ਼ ਕੀਪ ਵਾਚਿੰਗ ਅਕਾਲ ਚੈਨਲ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।